ओके दोस्तों ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ। ਅਸੀਂ ਹਰ ਰੋਜ਼ ਦੀ ਤਰ੍ਹਾਂ ਹਰ ਸ਼ਾਮ ਅਸੀਂ ਆਪਣੇ ਕ੍ਰੀਏਟਿਵ ਐਕਸਪੀਰੀਅੰਸ ਬਾਰੇ ਗੱਲਾਂ ਕਰਦੇ ਹਾਂ ਆਪਣੇ ਦੋਸਤਾਂ ਨਾਲ ਆਪਣਿਆਂ ਦੇ ਨਾਲ। ਔਰ ਇਸ ਲੜੀ ਦੇ ਤਹਿਤ ਲਗਭਗ ਅਸੀਂ ਮੇਰੇ ਖਿਆਲ 60 ਕਲਾਕਾਰਾਂ ਨਾਲ ਹੁਣ ਤੱਕ ਅਸੀਂ ਗੱਲਾਂ ਕੀਤੀਆਂ ਨੇ। ਔਰ ਮੈਨੂੰ ਇਹ ਚੰਗਾ ਲੱਗ ਰਿਹਾ ਹੈ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ 2 ਦਿਨ ਪਹਿਲਾਂ ਹੀ ਅਸੀਂ ਸਾਡੇ ਜਿਹੜੇ ਨੌਜਵਾਨ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪਾਸ ਆਊਟ ਹੋ ਕੇ ਆਏ ਸੀ ਅੰਮ੍ਰਿਤਸਰ ਦੇ ਕਲਾਕਾਰ, ਉਹਨਾਂ ਨਾਲ ਮੈਂ ਗੱਲਾਂ ਕਰ ਰਿਹਾ ਸੀ। ਔਰ ਅੱਜ ਮੇਰੇ ਨਾਲ 2 ਉਹ ਕਲਾਕਾਰ ਨੇ ਜਿਹੜੇ ਮੇਰੇ ਤੋਂ ਬਿਲਕੁਲ ਇਮੀਡੀਏਟ ਬਾਅਦ ਪਾਸ ਆਊਟ ਹੋਏ। ਔਰ ਉਹਨਾਂ ਦੇ ਵਿੱਚ ਹਰਵਿੰਦਰ ਕੌਰ ਬਬਲੀ ਸਾਡੇ ਨਾਲ ਹੈ। ਔਰ ਇਹ ਦੋਨੋਂ ਹੀ ਹਰਵਿੰਦਰ ਬਬਲੀ ਜੋ ਕਿ ਬੇਸਿਕਲੀ ਕਪੂਰਥਲਾ ਤੋਂ ਹੈ ਔਰ ਉਸਨੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਥੀਏਟਰ ਡਿਪਾਰਟਮੈਂਟ ਤੋਂ MA ਵੀ ਕੀਤੀ, ਫਿਰ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਐਡਮਿਸ਼ਨ ਲਈ ਔਰ ਉੱਥੋਂ ਕੰਮ ਕਰਦਿਆਂ ਹੋਇਆਂ ਬਿਹਤਰੀਨ ਅਦਾਕਾਰਾ ਹੈ ਹਿੰਦੁਸਤਾਨੀ ਰੰਗਮੰਚ ਦੀ ਹਰਵਿੰਦਰ। ਸੋ ਉਸ ਦੇ ਨਾਲ ਅੱਜ ਅਸੀਂ ਉਹਦੇ ਸਫ਼ਰ ਦੀਆਂ ਗੱਲਾਂ ਕਰਾਂਗੇ ਔਰ ਬਹੁਤ ਕੁਝ ਉਹਦੀ ਜਰਨੀ ਦਾ ਜਿਹੜਾ ਕੁਝ ਅਸੀਂ ਨਹੀਂ ਜਾਣਦੇ ਆ ਉਹ ਵੀ ਅਸੀਂ ਜਾਣਾਂਗੇ। ਔਰ ਸਾਡੇ ਨਾਲ ਦੂਜੇ ਸਾਡੇ ਦੋਸਤ ਪ੍ਰੀਤਪਾਲ ਰੁਪਾਣਾ। ਪ੍ਰੀਤਪਾਲ ਰੁਪਾਣਾ ਨੇ 1996 ਦੇ ਵਿੱਚ ਪਾਸ ਆਊਟ ਕੀਤਾ ਨੈਸ਼ਨਲ ਸਕੂਲ ਆਫ ਡਰਾਮਾ ਤੋਂ। ਔਰ ਉਹ ਬੇਸਿਕਲੀ ਰੁਪਾਣਾ ਮਲੋਟ ਏਰੀਏ ਤੋਂ ਰੁਪਾਣਾ ਪਿੰਡ ਤੋਂ ਮੁਕਤਸਰ ਦੇ ਨੇੜੇ ਉੱਥੋਂ ਆ। ਔਰ ਪ੍ਰੀਤਪਾਲ ਰੁਪਾਣਾ ਦੇ ਫਾਦਰ ਸਾਹਿਬ ਗੁਰਦੇਵ ਰੁਪਾਣਾ ਜੀ ਪੰਜਾਬੀ ਸਾਹਿਤ ਦੇ ਬਹੁਤ ਵੱਡਾ ਨਾਮ ਹੈ ਉਹਨਾਂ ਦਾ, ਗੁਰਦੇਵ ਰੁਪਾਣਾ ਜੀ ਦਾ, ਜਿਨ੍ਹਾਂ ਨੇ ਬਹੁਤ ਕੁਝ ਗੋਰੀ ਵਰਗਾ ਨਾਵਲ ਲਿਖਿਆ ਔਰ ਉਹਨਾਂ ਨੇ 1947 ਬਾਰੇ ਇੰਨੀਆਂ ਬਿਹਤਰੀਨ ਕਹਾਣੀਆਂ ਲਿਖੀਆਂ ਕਿ ਜਿਸ ਨੂੰ ਅਸੀਂ ਪਲ ਪਲ ਯਾਦ ਕਰਦੇ ਹਾਂ। ਔਰ ਉਹਨਾਂ ਨੇ ਬਹੁਤ ਬਾਕਮਾਲ ਨਾਵਲ ਲਿਖੇ। ਪ੍ਰੀਤਪਾਲ ਰੁਪਾਣਾ ਨੇ ਦਿੱਲੀ ਤੋਂ ਪੜ੍ਹਾਈ ਕੀਤੀ ਔਰ ਦਿੱਲੀ ਤੋਂ ਉੱਥੇ ਹੀ ਰਹਿੰਦਿਆਂ ਉਹਨਾਂ ਨੈਸ਼ਨਲ ਸਕੂਲ ਆਫ ਡਰਾਮਾ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਕੰਮ ਕੀਤਾ, ਥੀਏਟਰ ਵਰਕਸ਼ਾਪਾਂ ਲਾਈਆਂ, ਨਾਟਕ ਲਿਖੇ ਤਿਆਰ ਕੀਤੇ, ਅਨੁਵਾਦ ਦਾ ਬਹੁਤ ਅੱਛਾ ਕੰਮ ਕੀਤਾ, ਪੰਜਾਬੀ ਤੋਂ ਅੰਗਰੇਜ਼ੀ, ਪੰਜਾਬੀ ਤੋਂ ਹਿੰਦੀ, ਅੰਗਰੇਜ਼ੀ ਤੋਂ ਪੰਜਾਬੀ ਵਿੱਚ ਪ੍ਰੀਤਪਾਲ ਰੁਪਾਣਾ ਨੇ ਬਹੁਤ ਸਾਰੇ ਕੰਮ ਕੀਤੇ ਇਦਾਂ ਦੇ। ਔਰ ਨੈਸ਼ਨਲ ਸਕੂਲ ਆਫ ਡਰਾਮਾ ਨਾਲ ਮਿਲ ਕੇ ਬਹੁਤ ਸਾਰੀਆਂ ਦੂਜੀਆਂ ਸਟੇਟਾਂ ਵਿੱਚ ਵੀ ਇਦਾਂ ਦੀਆਂ ਥੀਏਟਰ ਵਰਕਸ਼ਾਪਾਂ ਲਾਈਆਂ। ਸੋ ਅੱਜ ਬਬਲੀ ਪ੍ਰੀਤਪਾਲ ਸਾਡੇ ਨਾਲ ਤੁਹਾਨੂੰ ਸੁਣਨ ਵਾਸਤੇ ਸਾਡੇ ਬਹੁਤ ਸੀਨੀਅਰ ਐਕਟਰ ਕ੍ਰਿਸ਼ਨ ਦਵੇਸਰ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ, ਜਿਨ੍ਹਾਂ ਗੁਰਸ਼ਰਨ ਭਾਜੀ ਨਾਲ ਬਹੁਤ ਲੰਮਾ ਸਮਾਂ ਕੰਮ ਕੀਤਾ। ਹੀਰਾ ਰੰਧਾਵਾ ਟੋਰਾਂਟੋ ਤੋਂ ਜਿਨ੍ਹਾਂ ਨਾਲ ਤੁਸੀਂ ਹੁਣੇ ਗੱਲ ਕਰ ਰਹੇ ਸੀ ਉਹ ਵੀ ਜੁੜੇ ਹੋਏ ਨੇ। ਜਗਜੀਤ ਸਰੀਨ ਜੀ ਸਾਡੇ ਬਹੁਤ ਸੀਨੀਅਰ ਅਦਾਕਾਰ ਨੇ, ਨਿਰਦੇਸ਼ਕ, ਉਹ ਵੀ ਸਾਡੇ ਨਾਲ ਨੇ। ਗਗਨ ਜੋਸ਼ੀ ਨਵਾਂ ਸ਼ਹਿਰ ਤੋਂ, ਵਿਪਿਨ ਕੁਮਾਰ ਦਿੱਲੀ ਤੋਂ, ਅੰਮ੍ਰਿਤਸਰ ਤੋਂ ਤੇ ਕਈ ਥਾਵਾਂ ਤੋਂ ਆ ਵਿਪਿਨ, ਉਹ ਸਾਡੇ ਨਾਲ ਹੈ। ਡਾਕਟਰ SP ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹ ਵੀ ਸਾਡੇ ਨਾਲ ਨੇ। ਹੋਰ ਵੀ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਦੇ ਚਿਹਰੇ ਮੈਨੂੰ ਸਾਹਮਣੇ ਨਜ਼ਰ ਨਹੀਂ ਆ ਰਹੇ, ਉਹ ਵੀ ਜੁੜੇ ਹੋਏ ਨੇ। ਸੋ ਅਸੀਂ ਇਹਨਾਂ ਸਾਰਿਆਂ ਦੇ ਨਾਲ ਗੱਲਾਂ ਕਰਦੇ ਰਵਾਂਗੇ। ਸੋ ਤੁਹਾਨੂੰ ਇੱਕ ਵਾਰੀ ਫੇਰ ਜੀ ਆਇਆਂ ਕਹਿੰਦੇ ਹੋਇਆ ਮੈਂ ਸਭ ਤੋਂ ਪਹਿਲੇ ਹਰਵਿੰਦਰ ਬਬਲੀ ਤੁਹਾਡੇ ਨਾਲ ਮੈਂ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਦਾ। ਮੈਂ ਇੱਕ ਤਾਂ ਮੁੱਢ ਤੋਂ ਜਾਣਨਾ ਚਾਹੁੰਦਾ, ਕੁਝ ਚੀਜ਼ਾਂ ਮੈਂ ਵੀ ਨਹੀਂ ਜਾਣਦਾ। ਅਸੀਂ ਕਿਉਂਕਿ ਉਦਾਂ ਮੈਂ ਤੇ ਬਬਲੀ ਦੀ ਜਦੋਂ ਐਡਮਿਸ਼ਨ ਹੋਈ ਤੇ ਅਸੀਂ ਉਦੋਂ 3rd ਈਅਰ ਵਿੱਚ ਸੀ, ਇਹ 1st ਈਅਰ ਵਿੱਚ ਆਏ ਸੀਗੇ, ਵਿੱਚ 1 ਸਾਲ ਕੋਈ ਗੈਪ ਸੀਗਾ, 0 ਈਅਰ ਸੀ ਸਾਡੇ ਦੋਨਾਂ ਬੈਚਾਂ ਦੇ ਵਿੱਚ। ਤੇ ਬਬਲੀ ਨੂੰ ਮੈਂ ਉੱਥੇ ਕੰਮ ਕਰਦਿਆਂ ਇਹਦੀ ਪ੍ਰੋਗਰੈਸ, ਇਹਨੂੰ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਦੀ ਰਿਪੈਟਰੀ ਵਿੱਚ ਕੰਮ ਕਰਦਿਆਂ ਵੇਖਿਆ ਔਰ ਜਦੋਂ ਮੈਂ ਔਰੰਗਜ਼ੇਬ ਵਰਗੇ ਨਾਟਕ ਦੇ ਵਿੱਚ ਇਸ ਨੂੰ ਕੰਮ ਕਰਦਿਆਂ ਵੇਖਿਆ ਔਰ ਗਰੀਸ਼ ਕਰਨਾਡ ਦੇ ਨਾਟਕਾਂ ਵਿੱਚ ਵੇਖਿਆ। ਔਰ ਕਮਾਲ ਦੀ ਅਦਾਕਾਰਾ ਬਬਲੀ, ਕਮਾਲ ਦੀ ਅਦਾਕਾਰਾ ਬਣਨ ਤੋਂ ਪਹਿਲੇ ਕਪੂਰਥਲਾ ਤੁਹਾਡੀ ਬੈਕਗ੍ਰਾਉਂਡ ਹੈ, ਤੁਹਾਡੇ ਬ੍ਰਦਰ ਬਹੁਤ ਅੱਛੇ ਪੰਜਾਬੀ ਦੇ ਪੋਇਟ ਨੇ ਜਿਹੜੇ ਜਰਮਨ ਦੇ ਵਿੱਚ ਰਹਿੰਦੇ ਨੇ ਹੁਣ। ਤੇ ਮੈਂ ਪਰ ਉਹ ਸਭ ਕੁਝ ਛੱਡਦਿਆਂ ਹੋਇਆ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਕਿ ਹਰਵਿੰਦਰ ਕੌਰ ਬਬਲੀ ਜਦੋਂ ਸਿਰਫ ਨਿੱਕੀ ਜਿਹੀ ਬਬਲੀ ਸੀ, ਉਹਨੂੰ ਕਿੱਦਾਂ ਲੱਗਣ ਲੱਗੀ ਨਾਟਕਾਂ ਦੀ, ਉਹਨੂੰ ਕਿੱਦਾਂ ਲੱਗਾ ਕਿ ਮੇਰੇ ਅੰਦਰ ਐਕਟਿੰਗ ਹੈ ਤੇ ਮੈਂ ਇਹ ਜਿਗਿਆਸਾ ਜਿਹੜੀ ਹੈ ਇਹ ਦਰਸ਼ਕਾਂ ਦੇ ਨਾਲ ਸਾਂਝੀ ਕਰਾਂ। ਤੁਸੀਂ ਕਿੱਦਾਂ ਇਸ ਸਫ਼ਰ ਦੇ ਉੱਤੇ ਤੁਰੇ? ਇਹ ਤੁਸੀਂ ਆਪਣਾ ਮਾਈਕ ਔਨ ਕਰ ਲਓ ਬਬਲੀ, ਤੁਹਾਡਾ ਮਾਈਕ ਆਫ ਹੈ, ਦੇਖਿਓ। हाँ हाँ ठीक है, हुण आ रही है आवाज? आ रही जी।
ਹੁਣ ਆ ਰਹੀ ਹੈ ਜੀ? ਆ ਰਹੀ ਹੈ ਅੱਛਾ ਆਵਾਜ਼ ਜੀ। ਓਕੇ ਓਕੇ। ਸਭ ਤੋਂ ਪਹਿਲਾਂ ਤਾਂ ਥੈਂਕ ਯੂ ਵੈਰੀ ਮਚ ਕੇਵਲ ਜੀ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਔਰ ਆਮ ਆਨਰਡ, ਥੈਂਕ ਯੂ। ਔਰ ਮੈਂ ਕਿਸੇ ਨੂੰ ਵੀ ਦੇਖ ਨਹੀਂ ਪਾ ਰਹੀ ਕਿਉਂਕਿ ਮੈਂ ਫੋਨ ਤੇ ਪਹਿਲੀ ਵਾਰੀ ਜ਼ੂਮ ਤੇ ਆਈ ਹਾਂ ਔਰ ਇਸ ਕਰਕੇ ਮੈਨੂੰ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਤੇ ਜਿੰਨੇ ਵੀ ਲੋਕ ਪਾਰਟਿਸਿਪੇਟ ਕਰ ਰਹੇ ਨੇ, ਜਿੰਨੇ ਵੀ ਮੇਰੇ ਦੋਸਤ ਲੋਕ ਹੈ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਔਰ ਬਸ ਮੈਂ ਇਹੀ ਕਹੂੰਗੀ ਕਿ ਨਾਟਕ ਦੀ ਦੁਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਕਪੂਰਥਲਾ ਸ਼ਹਿਰ ਦੇ ਤੇ ਕਪੂਰਥਲਾ ਇੱਕ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇੰਨਾ ਵੱਡਾ ਕੋਈ ਪ੍ਰੋਗਰੈਸਿਵ ਵਾਲਾ ਕੋਈ ਸ਼ਹਿਰ ਨਹੀਂ ਸੀ, ਛੋਟਾ ਜਿਹਾ ਸ਼ਹਿਰ। ਤੇ ਉਸ ਸ਼ਹਿਰ ਦੇ ਵਿੱਚ ਮਤਲਬ ਨਾਟਕ ਤਾਂ ਬਹੁਤ ਦੂਰ ਦੀ ਗੱਲ ਸੀਗੀ। ਤੇ ਸਾਨੂੰ, ਮੈਂ ਜਿਸ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੀ ਹਾਂ ਉਹਦੇ ਉਸ ਫੈਮਿਲੀ ਦੇ ਵਿੱਚ ਹਮੇਸ਼ਾ ਹੀ ਪੜ੍ਹਾਈ ਲਿਖਾਈ ਦੀਆਂ ਗੱਲਾਂ ਕਰਨੀਆਂ, ਕਿਉਂਕਿ ਮੈਂ 4 ਭਰਾਵਾਂ ਦੀ ਭੈਣ, 3 ਭੈਣਾਂ ਨੇ ਤੇ ਮੈਂ ਮੇਰੇ ਇੱਕ ਬ੍ਰਦਰ ਨੇ। ਮੇਰੇ ਜਿੰਨੇ ਵੀ ਭਰਾ ਨੇ ਸਾਰੇ ਉੱਥੇ ਕਾਲਜ ਪੜ੍ਹੇ ਨੇ, ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ, ਜਿਹੜਾ ਕਿ ਰਣਧੀਰ ਕਾਲਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤੇ ਉਸ ਕਾਲਜ ਵਿੱਚ ਹੀ ਮੈਂ ਵੈਸੇ ਪੜ੍ਹੀ ਹਾਂ। ਤੇ ਮੈਂ ਜਦੋਂ ਸਕੂਲ ਦੇ ਵਿੱਚ ਹੁੰਦੀ ਸੀ ਤੇ ਉਦੋਂ ਮੈਂ ਬਾਸਕਟਬਾਲ ਖੇਲਦੀ ਸੀ 6ਵੀਂ ਕਲਾਸ ਦੇ ਵਿੱਚ। ਤੇ ਉਹ ਵੀ ਮੈਂ ਚੋਰੀ ਚੋਰੀ ਘਰਦਿਆਂ ਤੋਂ ਸ਼ੁਰੂ ਕੀਤਾ ਬਾਸਕਟਬਾਲ ਖੇਲਣਾ, ਕੇ ਜਾਣਾ ਕਿ ਮਤਲਬ ਸਹੇਲੀ ਦੇ ਘਰ ਖੇਡਣ ਜਾ ਰਹੀ, ਪਰ ਮੈਂ ਬਾਸਕਟਬਾਲ ਦੀ ਪ੍ਰੈਕਟਿਸ ਕਰਨ ਵਾਸਤੇ ਹੁੰਦੀ ਸੀਗੀ। ਤੇ ਮੈਂ ਫਿਰ ਹੌਲੀ ਹੌਲੀ ਬਾਸਕਟਬਾਲ ਦੀ ਟੀਮ ਦੇ ਵਿੱਚ ਆਈ, ਫਸਟ 5 ਵਿੱਚ ਖੇਡਣ ਲੱਗ ਪਈ ਤੇ ਮੈਂ ਸਟੇਟ ਲੈਵਲ ਤੱਕ ਬਾਸਕਟ ਖੇਲਿਆ। ਤੇ ਨਾਲ ਹੀ ਕਿਉਂਕਿ ਘਰ ਦੇ ਵਿੱਚ ਪੜ੍ਹਾਈ ਦਾ ਮਾਹੌਲ ਹੋਣ ਕਰਕੇ ਨਾਟਕ ਤਾਂ ਸਾਡੇ ਘਰ ਦੇ ਵਿੱਚ ਕਿਤੇ ਨਾਮ ਨਿਸ਼ਾਨ ਨਹੀਂ ਸੀਗਾ। ਮਤਲਬ ਸਾਡੀ ਫੈਮਿਲੀ ਦੇ ਵਿੱਚ ਕੋਈ ਵੀ ਨਹੀਂ ਉਸ ਤਰ੍ਹਾਂ ਦੇ ਨਾਲ ਕੋਈ ਦੋਸਤ ਜਾਂ ਕੋਈ ਰਿਸ਼ਤੇਦਾਰ ਨਹੀਂ, ਬਿਲਕੁਲ ਵੀ ਨਹੀਂ ਸੀ। ਤੇ ਕਿਉਂਕਿ ਮੈਂ ਉਦੋਂ ਹੀ ਹੌਲੀ ਹੌਲੀ ਮੇਰੇ ਬ੍ਰਦਰ ਵੀ, ਮੇਰੇ ਜਿਹੜੇ ਮੇਰੇ ਬ੍ਰਦਰ ਸੀ ਉਹ ਵੀ ਪੋਇਟਰੀ ਕਰਦੇ ਨੇ ਵੈਸੇ, ਤੇ ਵੱਡੇ ਬ੍ਰਦਰ ਜਰਮਨੀ ਸੀਗੇ ਉਹ। ਪਰ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ, ਮੈਨੂੰ ਇਹ ਹੁੰਦਾ ਸੀ ਮੈਂ 4 ਭਰਾਵਾਂ ਦੀ ਭੈਣ ਆ ਤੇ ਮੇਰੇ ਫਾਦਰ ਸਾਹਿਬ, ਉਹਨਾਂ ਨੇ ਹਮੇਸ਼ਾ ਮੈਨੂੰ ਇਹੀ, ਮੈਂ ਉਹਨਾਂ ਨੂੰ ਕਿ ਪਾਪਾ ਜੀ ਮਤਲਬ ਇਹ ਤਾਂ ਸਾਰੇ ਮਤਲਬ ਬਣ ਨੇ, ਮੈਨੂੰ ਤੁਸੀਂ ਬਾਸਕਟਬਾਲ ਖੇਲਣ ਦਿਓ। ਤੇ ਉਦੋਂ ਉਹਨਾਂ ਨੇ ਕਹਿੰਦੇ ਸੀ ਭਰਾਵਾਂ ਨੂੰ ਇਹ ਸੀਗਾ ਵੀ ਸਾਡੀ ਭੈਣ ਡਾਕਟਰ ਬਣੇ। ਮੇਰੇ ਇੱਕ ਬ੍ਰਦਰ ਡਾਕਟਰ ਨੇ, MBBS ਡਾਕਟਰ, ਚੰਡੀਗੜ੍ਹ ਹੀ ਰਹਿੰਦੇ ਨੇ ਉਹ ਉਹਨਾਂ ਨੂੰ ਡਾਕਟਰ ਬਣੇ, ਇਹ ਪੜ੍ਹਾਈ ਲਿਖਾਈ ਬਸ ਇਹੀ ਕਰਨਾ। ਪਰ ਪਤਾ ਨਹੀਂ ਕੀ ਸੀਗਾ ਕਿ ਮੈਂ ਪਲੇਅਰ ਬਣਨਾ, ਮੈਨੂੰ ਐਕਟਰ ਬਣਨ ਦਾ ਨਹੀਂ ਸੀ, ਵੀ ਪਲੇਅਰ ਬਣਨਾ। ਫਿਰ ਮੈਂ ਪਲੇਅਰ ਬਣੀ, ਪਲੇਅਰ ਤਾਂ ਸਟੇਟ ਲੈਵਲ ਤੱਕ ਖੇਲੀ। ਤੇ ਨਾਲ ਨਾਲ ਕਿਉਂਕਿ ਮੈਂ ਤੇ ਅਸੀਂ ਕੰਪੀਟੀਸ਼ਨ ਬਹੁਤ ਪਾਰਟਿਸਿਪੇਟ ਕਰਦੇ ਸੀਗੇ। ਮੇਰਾ ਕਵਿਤਾਵਾਂ ਲਿਖਦਾ ਸੀ ਤੇ ਮੈਂ ਬਸ ਨਕਲ ਮਾਰਨ, ਨਕਲ ਚੀਜ਼ ਹੁੰਦੇ ਨੇ ਨਕਲ, ਕਿ ਉਹ ਕਵਿਤਾਵਾਂ ਲਿਖਦਾ ਤੇ ਮੈਂ ਵੀ ਕਵਿਤਾਵਾਂ ਲਿਖੂੰਗੀ। ਤੇ ਮੈਂ ਵੀ ਹੌਲੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਦੀਆਂ ਪੜ੍ਹਦੀ ਵੀ ਹੁੰਦੀ ਸੀਗੀ। ਤੇ ਨਾਲ ਹੀ ਫਿਰ ਮੈਂ ਕੰਪੀਟੀਸ਼ਨ ਉੱਥੇ ਕਵਿਤਾਵਾਂ ਦੇ ਵਿੱਚ ਕਵਿਤਾ ਦਾ ਕੰਪੀਟੀਸ਼ਨ, ਰਾਈਟਿੰਗ ਦਾ ਕੰਪੀਟੀਸ਼ਨ, ਹੈਂਡ ਰਾਈਟਿੰਗ ਦਾ ਕੰਪੀਟੀਸ਼ਨ, ਇਹ ਇਹਨਾਂ ਦੇ ਵਿੱਚ ਪਾਰਟਿਸਿਪੇਟ ਕਰ, ਮੈਂ ਵੀ ਮੇਰਾ ਬ੍ਰਦਰ ਵੀ। ਤੇ ਮੈਂ ਉਹਨਾਂ, ਮੇਰਾ ਕੰਪੀਟੀਸ਼ਨ ਭਰਾਵਾਂ ਨਾਲ ਹੁੰਦਾ ਸੀਗਾ ਕਿ ਜੇ ਇਹ ਕੁਝ ਕਰ ਸਕਦੇ ਨੇ ਤੇ ਮੈਂ ਕਿਉਂ ਨਹੀਂ। ਤੇ ਮੇਰੇ ਪਾਪਾ ਜੀ ਦਿੰਦੇ ਸੀ, ਆ ਮੇਰਾ 5ਵਾਂ ਪੁੱਤ ਹੈ, 5ਵਾਂ ਪੁੱਤ ਕਹਿ ਕੇ ਬੁਲਾਉਂਦੇ ਸੀ। ਉਹਨਾਂ ਨੇ ਮੈਨੂੰ ਕਦੀ ਧੀ ਕਿਹਾ ਸੀਗਾ। ਤੇ ਮੈਂ ਫਿਰ ਪੁੱਤਾਂ ਵਾਂਗੂ ਪਲੀ ਉਹਨਾਂ ਦੇ ਕੋਲ ਹਮੇਸ਼ਾ। ਤੇ ਫਿਰ ਉਥੋਂ ਮੈਂ ਮਤਲਬ ਜਦੋਂ ਵਗੈਰਾ ਲਈ ਤੇ ਕਪੂਰ ਸਿੰਘ ਘੁੰਮਣ ਜੀ, ਨਵਨਿੰਦਰਾ ਬਹਿਲ ਜੀ ਬਹੁਤ ਹੀ ਪਿਆਰੇ ਟੀਚਰ ਨੇ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਦੇ ਹੱਥੋਂ ਮੈਂ ਲਏ ਆਪਣੇ ਕੰਪੀਟੀਸ਼ਨ ਦੇ ਵਿੱਚ ਸਟੇਟ ਲੈਵਲ। ਬਬਲੀ ਮੈਂ ਤੈਨੂੰ ਦੱਸ ਦਿਆਂ, ਨਵਨਿੰਦਰਾ, ਪੋਇਟਰੀ ਰਾਈਟਿੰਗ ਦੇ ਹੈਲੋ ਵਿੱਚ। ਬਬਲੀ ਨਵਨਿੰਦਰਾ ਮੈਡਮ ਤੈਨੂੰ ਸੁਣਦੇ ਪਏ ਨੇ, ਉਹ ਸਾਡੇ ਨਾਲ ਜੁੜੇ ਹਾਂਜੀ ਹੋਏ ਹਾਂਜੀ ਨਵਨਿੰਦਰਾ ਬਹਿਲ ਹਾਂਜੀ, ਮੈਡਮ। ਨਵਨਿੰਦਰਾ ਮੈਮ ਸਤਿ ਸ਼੍ਰੀ ਅਕਾਲ। ਹਾਂ ਹਾਂਜੀ ਹਾਂਜੀ ਮੈਮ ਸਤਿ ਸ਼੍ਰੀ ਅਕਾਲ। ਫਿਰ ਮੈਂ ਮੈਡਮ ਨੂੰ ਵੀ ਦੱਸਿਆ ਸੀ ਤੇ ਮੈਂ ਉਹ ਸਰਟੀਫਿਕੇਟ ਪਹਿਲਾਂ ਫਿਰ ਮੈਂ ਮੈਡਮ ਨੂੰ ਭੇਜੇ ਕਿ ਮੈਡਮ ਇਹ ਸਰਟੀਫਿਕੇਟ ਨੂੰ, ਉੱਥੇ ਉਹਨਾਂ ਦੇ ਸਿਗਨੇਚਰ ਸੀਗੇ ਘੁੰਮਣ ਸਾਹਿਬ ਦੇ, ਉਹਨਾਂ ਨੂੰ ਵੀ ਮੈਂ ਭੇਜੇ ਸੀ ਇੱਕ ਵਾਰੀ ਸਰਟੀਫਿਕੇਟ। ਤੇ ਇਸ ਤਰ੍ਹਾਂ ਦੇ ਨਾਲ ਮਤਲਬ ਮੈਨੂੰ ਕੋਈ ਨਾਟਕ ਦਾ ਉਹ ਨਹੀਂ ਸੀਗਾ। ਫਿਰ ਮੈਂ ਆਪਣੀ ਆਰਾਮ ਨਾਲ ਆਪਣੇ ਕਾਲਜ ਦੇ ਵਿੱਚ ਆ ਗਈ ਤੇ ਕਾਲਜ ਦੇ ਵਿੱਚ ਜਿੱਦਾਂ ਇਹ ਯੂਨੀਵਰਸਿਟੀ ਲੈਵਲ ਤੇ ਕੁਝ ਨਾਟਕ ਹੁੰਦੇ ਨੇ, ਸਕਿੱਟਾਂ ਹੁੰਦੀਆਂ ਨੇ, ਤੇ ਉਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਭੰਗੜਾ ਗਿੱਧਾ ਤੇ ਕਰਦੀ ਹੁੰਦੀ ਸੀ। ਔਰ ਭੰਗੜਾ ਗਿੱਧਾ ਕਰਦੇ ਉਹਨਾਂ ਨੇ ਕਿਹਾ ਵੀ ਨਾਟਕ ਹੋ ਰਿਹਾ ਇੱਥੇ। ਤੇ ਮੈਂ ਸੋਚਿਆ, ਮੈਂ ਕਿਹਾ ਮੈਂ ਵੀ ਕਰਾਂਗੀ ਨਾਟਕ। ਤੇ ਸਤੀਸ਼ ਸੀਗੇ ਜਾਂ ਸਾਲ ਹੋ ਗਏ ਨੇ, ਤੇ ਨਾਲ ਫ੍ਰੈਂਕਲਿਨ ਸਰ, ਤੇ ਉਹ ਨਾਟਕ ਕਰਵਾ ਰਹੇ ਸੀ ਭੰਡਾਰੀਆ। ਉਹਨਾਂ ਨੇ ਆਪ ਹੀ ਲਿਖਿਆ ਸੀਗਾ ਨਾਟਕ। ਤੇ ਉਸ ਨਾਟਕ, ਉਹ ਮੇਰਾ ਜ਼ਿੰਦਗੀ ਦਾ ਨਾਟਕ ਸੀ, ਉਹ ਮੈਂ ਕੀਤਾ। ਤੇ ਮੈਨੂੰ ਜਦੋਂ ਲੱਗਿਆ ਵੀ ਲੋਕੀ ਮਾਰ ਰਹੇ ਨੇ ਇਹ, ਔਰ ਇੱਕ ਦੂਜੀ ਜ਼ਿੰਦਗੀ ਦੇ ਵਿੱਚ ਚੱਲਣਾ, ਤੇ ਮੈਨੂੰ ਨਾ ਬੜਾ ਅੱਛਾ ਲੱਗਿਆ, ਬਹੁਤ ਹੀ ਵਧੀਆ ਲੱਗਿਆ ਵੀ ਮੈਂ ਕਰ ਸਕਦੀ ਹਾਂ। ਫਿਰ ਬਲਰਾਮ ਭਾਜੀ ਔਰ ਹੋਰ ਵੀ
ਕਾਫੀ ਸਾਰੇ ਉੱਥੇ ਲੋਕ ਸੀਗੇ, ਪਰਮਜੀਤ ਪੰਮੀ, ਇਹ ਸਾਰੇ ਲੋਕ, ਇਹਨਾਂ ਨੇ ਫਿਰ ਨਾਟਕ, ਇੱਕ ਹੋਰ ਨਾਟਕ ਕੀਤਾ ਤੇ ਜਿਹੜਾ ਸ਼ਾਇਦ ਬਲਰਾਮ ਭਾਜੀ ਨੇ ਡਾਇਰੈਕਟ ਕੀਤਾ ਤੇ ਉਹਦੇ ਵਿੱਚ ਵੀ ਅਸੀਂ ਪਾਰਟਿਸਿਪੇਟ ਕੀਤਾ। ਮੈਨੂੰ ਮਤਲਬ ਮੈਂ ਸਕਿਟ ਕੰਪੀਟੀਸ਼ਨ ਦੇ ਵਿੱਚ ਵੀ ਪ੍ਰਾਈਜ਼ ਜਿੱਤ ਕੇ, ਤੇ ਮੈਨੂੰ ਲੱਗਾ ਵੀ ਫਿਰ ਮੈਂ ਪੜ੍ਹਾਈ ਦੇ ਵਿੱਚ ਇੰਨੀ ਚੰਗੀ ਨਹੀਂ ਸੀ, ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਸੀਗੀਆਂ ਇਹਨਾਂ ਦੇ ਕਰਕੇ ਮੈਂ ਪਾਸ ਵਗੈਰਾ ਹੋ ਜਾਂਦੀ। ਤੇ ਫਿਰ ਬਸ ਕਾਲਜ ਕਰਕੇ ਉਹੀ ਸੀਗਾ ਵੀ ਜਿਹੜਾ ਨਾਟਕ ਮੇਰਾ ਉਸ ਵਕਤ, ਉਹ ਨਾਟਕ ਜਿਹੜਾ ਸੀ ਕੀਤਾ ਮੈਂ, ਬਸ 2 ਨਾਟਕ ਕੀਤੇ ਔਰ ਕੋਈ ਬੈਕਗ੍ਰਾਉਂਡ ਉਸ ਤਰ੍ਹਾਂ ਦੀ। ਫਿਰ ਮੈਂ ਆ ਗਈ ਆਪਣੀ ਹਾਇਰ ਸਟੱਡੀ ਵਾਸਤੇ, ਕਿਉਂਕਿ ਮੇਰੇ ਕੋਲ ਜੀਓਗ੍ਰਾਫੀ ਲੈ ਕੇ ਮੈਂ ਆ ਗਈ ਇੱਥੇ ਪੰਜਾਬ ਯੂਨੀਵਰਸਿਟੀ ਪਟਿਆਲਾ, ਉੱਥੋਂ ਹਾਇਰ ਸਟੱਡੀ। ਅਚਾਨਕ ਮੈਂ ਦੇਖਦੀ ਹਾਂ ਥੱਲੇ ਟੈਲੀਵਿਜ਼ਨ ਡਿਪਾਰਟਮੈਂਟ। ਮੈਂ ਘਰੋਂ ਇਹ ਕਹਿ ਕੇ ਨਹੀਂ ਚੱਲੀ ਸੀ ਵੀ ਮੈਂ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ 'ਚ ਜਾਣਾ। ਮੈਨੂੰ ਪਤਾ ਚੱਲਿਆ ਵੀ ਇੱਥੇ ਐਡਮਿਸ਼ਨਸ ਹੋ ਰਹੀਆਂ ਨੇ, ਤੇ ਪਤਾ ਨਹੀਂ ਕਰਕੇ ਮੈਂ ਅੰਦਰ ਗਈ, ਪਤਾ ਕੀਤਾ ਇਹ ਕਿ ਮੈਂ ਹੈਰਾਨ ਵੀ ਇੱਥੇ ਥੀਏਟਰ ਦੀ ਵੀ ਐਮਏ ਹੁੰਦੀ, ਨਾ ਵੀ ਐਮਏ ਹੁੰਦੀ ਹੈ। ਉਦੋਂ ਕੋਈ ਸਿਲਸਿਲਾ ਨਹੀਂ ਤਰ੍ਹਾਂ ਦਾ, ਕੁਝ ਬੱਚੇ ਸੀਗੇ ਇੱਕਦਮ, ਤੇ ਬਸ ਉਹ ਮੈਂ ਉੱਪਰ ਨਹੀਂ, ਉਹ ਪਤਾ ਨਹੀਂ ਫਸਟ ਫਲੋਰ ਤੇ ਸੀਗਾ ਆਪਣਾ ਜੀਓਗ੍ਰਾਫੀ ਡਿਪਾਰਟਮੈਂਟ ਜਾਂ ਕਿੱਥੇ ਸੀ, ਤੇ ਮੈਂ ਉੱਥੇ ਬੜਾ ਲਿਖਿਆ ਹੋਇਆ ਸੀ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ। ਮੈਂ ਇੰਨਾ ਇੰਪ੍ਰੈਸ, ਦੇ ਕਦਮ ਉੱਥੇ ਹੀ ਰੁਕ ਗਏ। ਮੈਂ ਉੱਥੇ ਉੱਥੇ ਮੇਰੀ ਐਡਮਿਸ਼ਨ ਵੀ ਹੋ ਗਈ ਔਰ ਮੈਨੂੰ ਪਤਾ ਵੀ ਲੱਗ ਗਿਆ ਵੀ ਮੈਂ ਸਿਲੈਕਟ। ਘਰ ਜਦੋਂ ਗਈ ਤੇ ਘਰ ਜਾ ਕੇ ਮੈਨੂੰ ਸਮਝ ਨਹੀਂ ਸੀ ਆਉਂਦਾ ਕਿੱਦਾਂ ਕਹਾਂ, ਤੇ ਮੈਨੂੰ ਲੱਗਦਾ ਉਹ ਪਹਿਲਾ ਦਿਨ ਸੀ ਜਦੋਂ ਮੈਨੂੰ ਐਕਟ ਕਰਨੀ ਪਈ ਆਪਣੀ ਰੀਅਲ ਲਾਈਫ ਦੇ ਵਿੱਚ। ਮੈਂ ਪਤਾ ਨਹੀਂ ਕਰਕੇ ਮੈਨੂੰ ਸਾਰੇ ਪੁੱਛਦੇ ਹੋ ਗਈ ਸਿਲੈਕਸ਼ਨ, ਮੈਂ ਤਾਂ ਹਾਂਜੀ ਹੋ ਗਈ, ਤੇ ਵਧੀਆ ਢੰਗ ਨਾਲ ਹੋ ਗਈ, ਕੋਈ ਮੁਸ਼ਕਿਲ ਤਾਂ ਨਹੀਂ ਹੈ। ਮੈਂ ਕਿਹਾ ਨਹੀਂ ਬਹੁਤ ਵਧੀਆ ਹੋ ਗਈ ਸੀ, ਅੱਛਾ ਵਧੀਆ ਹੋ ਗਿਆ। ਪਰ ਉਹਨਾਂ ਨੇ ਕਿਹਾ ਚਲੋ ਠੀਕ, ਇੱਧਰ ਪੜ੍ਹਾਈ ਵੱਲ ਮਨ ਲਗਾਓ, ਹੁਣ ਖੇਲਣਾ ਖੁੱਲਣਾ ਨਹੀਂ ਹੈਗਾ। ਤੇ ਮੈਂ ਕਿਹਾ ਵੀ ਹਾਂਜੀ ਪੜ੍ਹਾਈ 'ਚ। ਫਿਰ ਉਹਨਾਂ ਨੇ ਕਿਹਾ ਵੀ ਕਿੱਦਾਂ ਕੁਛ ਪੁੱਛਿਆ, ਤੇ ਮੈਂ ਜਦੋਂ ਕਿਹਾ ਵੀ ਨਾਟਕ ਦੇ ਵਿੱਚ ਮੈਂ ਐਮਏ ਦੇ ਭਰ ਕੇ ਆਈ ਹਾਂ ਫਾਰਮ, ਉੱਥੇ ਸਿਲੈਕਸ਼ਨ ਹੋਈ। ਤੇ ਤੁਸੀਂ ਬਿਲੀਵ ਕਿ ਕੋਈ ਵੀ ਕਿ ਸਾਰੇ ਨਾ ਇੱਕਦਮ ਸਾਡੇ ਘਰ 'ਚ ਨਾ ਸ਼ਾਂਤੀ 'ਚ ਹੀ ਪੈ ਗਈ, ਮਤਲਬ ਇੰਨੀ ਸ਼ਾਂਤੀ ਕਿ ਡਾਂਟਿਆ ਨੇ ਇਹ। ਤੇ ਫਿਰ ਵੀ ਮੇਰੇ ਟੀਚਰ ਜਿਹੜੇ ਸੀ ਜੀਓਗ੍ਰਾਫੀ ਦੇ, ਉਹ ਮੇਰੇ ਬ੍ਰਦਰ ਦੇ ਬੜੇ ਅੱਛੇ ਦੋਸਤ ਸੀਗੇ, ਤੇ ਉਹਨਾਂ ਨੇ ਫਿਰ ਕਿਹਾ ਕਿ ਦੇਖੋ ਇਹ ਤੁਹਾਡੀ ਜਿਹੜੀ ਕੁੜੀ ਹੈ ਕਾਲਜ ਦੇ ਵਿੱਚ ਵੀ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦੀ ਹੈ, ਇਹਨੂੰ ਨਾ ਐਮਏ ਕਰਨ ਦਿਓ। ਬਸ ਫਿਰ ਉਹ ਦਿਨ ਸੀਗਾ ਕਿ ਮਾਂ ਨੇ ਕਿਹਾ ਕਿ ਦੇਖ ਬੇਟਾ ਵੀ ਹੁਣ ਕਾਲਜ ਜੇ ਯੂਨੀਵਰਸਿਟੀ ਵਿੱਚ ਜਾਣਾ ਆ, ਆਪਣਾ ਬਾਹਰ ਕਦਮ ਰੱਖਣਾ ਇਸ ਫੀਲਡ ਦੇ ਵਿੱਚ, ਤੈਨੂੰ ਅੱਜ ਤੋਂ ਬਾਅਦ ਆਪਣੀ ਖੁਦ ਸ਼ੁਰੂ ਕਰਨੀ ਪੈਣੀ ਹੈ। ਇਹ ਮੇਰੀ ਮਾਂ ਦੇ ਲਫ਼ਜ਼ ਸੀਗੇ ਮੇਰੇ ਵਾਸਤੇ ਜਦੋਂ ਮੈਂ ਘਰੋਂ ਬਾਹਰ ਨਿਕਲੀ ਸੀ। ਬਸ ਉਹ ਦਿਨ ਗਿਆ, ਫਿਰ ਮੈਂ ਦੁਨੀਆ ਵਿੱਚ ਪੈਰ ਰੱਖ ਲਿਆ, ਆ ਗਈ ਮੈਂ ਇੱਥੇ ਯੂਨੀਵਰਸਿਟੀ। ਜਦੋਂ ਮੈਂ ਯੂਨੀਵਰਸਿਟੀ ਵਿੱਚ ਆ ਗਈ ਤੇ ਮੇਰਾ ਮਾਹੌਲ ਹੀ ਬਿਲਕੁਲ ਅਲੱਗ, ਬਾਹਰਲੀ ਦੁਨੀਆ ਤੋਂ ਇੱਕਦਮ ਕੱਟ ਗਈ। ਉਥੋਂ ਦੇ ਟੀਚਰ ਮੈਡਮ ਮੈਂ ਉਹਨਾਂ ਦੀ ਕੀ ਮਤਲਬ ਇੱਕ ਇਮੇਜ ਆ ਉਹ ਮੇਰੇ ਸਾਹਮਣੇ ਮੈਡਮ, ਜਿਸ ਤਰ੍ਹਾਂ ਦੇ ਨਾਲ ਉਹ ਨਾਟਕ ਦੱਸਦੇ ਨੇ। ਫਿਰ ਬਲਰਾਜ ਪੰਡਿਤ ਜੀ ਉੱਥੇ ਸੀਗੇ, ਕ੍ਰਿਸ਼ਨ द्विवेदी ਸਰ, योगेश गंभीर सर और कमलेश उत्पल मैम तो मतलब सुनीता मैम गुरचरण सर, तो एकदम माहौल मतलब मैनू एकदम फैमिली ਹੁੰਦੀ ਨਾ, फैमिली ਇਦਾਂ ਦੀ ਪੜ੍ਹਾਈ ਮੈਨੂੰ ਕਦੇ ਨਹੀਂ ਸੀ ਜ਼ਿੰਦਗੀ ਮਿਲੀ ਵੀ ਜਿੱਥੇ ਡਾਂਟਿਆ ਜਾਵੇ, ਇਹ ਕੀਤਾ ਜਾਵੇ। ਇੱਕ ਫੈਮਿਲੀ ਨੂੰ ਪੜ੍ਹਾਇਆ ਜਾਣਾ, ਉਹਨਾਂ ਦਾ ਬਿਠਾ ਕੇ ਟੀਚਰਸ ਨੇ ਆਪਣੇ ਨਾਲ ਆ ਕਰਕੇ ਗੱਲਾਂ ਕਰਨੀਆਂ। ਮੈਨੂੰ ਲੱਗਿਆ ਵੀ ਆਹ ਦੁਨੀਆ ਬਿਲਕੁਲ ਅਲੱਗ ਹੈ। ਤੇ ਫਿਰ ਜਦੋਂ ਸਾਡੀਆਂ ਕਲਾਸਾਂ ਹੁੰਦੀਆਂ ਸੀਗੀਆਂ, ਮੈਨੂੰ ਨਹੀਂ ਸੀ ਪਤਾ ਸੀ ਮੈਂ ਇਸ ਫੀਲਡ ਦੇ ਵਿੱਚ ਉਸ ਤਰ੍ਹਾਂ ਦੇ ਨਾਲ, ਬਸ ਉਹੀ ਜਿਹੜੇ ਕਾਲਜ ਨਾਟਕ ਕੀਤੇ। ਪਰ ਮੈਂ ਫਿਰ ਅੱਗੇ ਜਾ ਕਰਕੇ ਮੈਨੂੰ ਜਦੋਂ ਸਰ ਦੀਆਂ ਕਲਾਸਾਂ ਲਗਾਈਆਂ ਤੇ ਮੈਨੂੰ ਲੱਗਦਾ ਸੀ ਵੀ ਇਹ ਕੀ ਪੜ੍ਹਾ ਰਹੇ ਨੇ, ਏਦਾਂ ਦੇ ਨਾਟਕ ਹੋਣੇ। ਕਿਉਂਕਿ ਜਿੱਦਾਂ ਐਕਸਰਸਾਈਜ਼ ਸਾਨੂੰ ਕਰਾਉਂਦੇ ਸੀਗੇ ਹਨਾ, ਉਹਨਾਂ ਦਾ ਬਿਹੇਵੀਅਰ ਬਿਲਕੁਲ ਡਿਫਰੈਂਟ ਆਪਣੇ ਉਹਨਾਂ ਦੇ ਨਾਲ ਸਟੂਡੈਂਟਸ ਦੇ ਨਾਲ। ਇੱਕ ਫਰੈਂਡਲੀ ਹੋਣਾ, ਫਿਰ ਇੱਕ ਸ਼ਰਾਰਤੀ ਵਾਲਾ ਵੀ ਹੋਣਾ। ਉਹ ਜਿਹੜੀਆਂ ਚੀਜ਼ਾਂ ਮੈਨੂੰ ਇੱਥੇ ਮਿਲੀਆਂ, ਜਿੱਦਾਂ ਇੱਕ ਐਕਟਰ ਨੂੰ ਅੱਗੇ ਵਧਣ ਵਾਸਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਉਹ ਸਾਰੀਆਂ ਉੱਥੋਂ ਮਿਲੀਆਂ। ਐਂਡ ਫਿਰ ਮੈਮ ਜਦੋਂ ਕਲਾਸ ਲੈਂਦੇ ਸੀਗੇ, ਫਿਰ ਮੈਂ ਉੱਥੇ ਨਾਟਕ ਹੋਇਆ ਜਦੋਂ ਮੈਂ ਪਹਿਲੀ ਵਾਰੀ ਸਟੇਜ ਦੇ ਉੱਤੇ ਗਈ, ਤੇ ਉਦੋਂ ਸ਼ਾਇਦ ਹੋਇਆ ਸੀਗਾ ਕਿੱਕਰ ਦੇ ਕੰਢੇ ਜੋ ਮਨਚੰਦਾ ਸਰ ਨੂੰ ਬੁਲਾਇਆ ਸੀ, ਤੇ ਉਹਦੇ ਵਿੱਚ ਮੈਂ ਮੁੰਡੇ ਕੀਤਾ ਸੀਗਾ। ਫਿਰ ਹੌਲੀ ਹੌਲੀ ਜਾ ਕਰਕੇ ਮਤਲਬ ਸੁਨੀਤਾ ਤੀ ਮੈਮ ਔਰ योगेश गंभीर ਸਰ ਨੇ ਨਾਟਕ ਕੀਤਾ ਸੀਗਾ ਹਾੜ ਦਾ ਇੱਕ ਦਿਨ, ਆਸ਼ਾੜ ਦਾ ਇੱਕ ਦਿਨ, ਤੇ ਉਹਦੇ ਵਿੱਚ ਮੈਂ ਮੱਲਿਕਾ ਦਾ ਰੂਪ ਕੀਤਾ। ਤੇ ਜਦੋਂ ਮੈਨੂੰ
ਰੋਲ ਮਿਲਿਆ ਤੇ ਮੈਨੂੰ ਲੱਗਿਆ ਕਿ ਇਹ ਜਿਹੜੀ ਚੀਜ਼ ਹੈ ਨਾ, ਇਟਸ ਅ ਰਿਸਪੌਂਸਿਬਿਲਿਟੀ। ਇਹ ਇੰਜੋਏ ਕਰਨ ਵਾਲੀ ਚੀਜ਼ ਨਹੀਂ ਹੈ, ਇਹ ਇੱਕ ਰਿਸਪੌਂਸਿਬਲ। ਹੈਲੋ, हाँ हाँ सुन रही है, आवाज सुन रही है। अच्छा अच्छा, मैं कल्ली, ਮੈਨੂੰ ਲੱਗਦਾ ਕੋਈ ਦਿਖ ਨਹੀਂ ਰਿਹਾ, ਮੈਂ नहीं ਆਪੇ ਬੋਲੀ ਜਾ नहीं वो मैं ਤੇ ਵਿੱਚੋਂ ਉਹ ਜਦੋਂ डिस्टर्ब ਦਿਨ नहीं सी ਗਿਆ कर ਮੈਨੂੰ रहा। ਇੱਕ ਰਿਸਪੌਂਸਿਬਿਲਿਟੀ ਲੱਗੀ। हाँ ਅੱਛਾ ਅੱਛਾ, ਤੇ ਉਹ ਫਿਰ ਮੈਂ ਉਸ ਤੋਂ ਮੇਰਾ ਜਦੋਂ ਦੇ ਵਿੱਚ ਆ ਗਿਆ ਕਿ ਸਾਡੀਆਂ ਖਬਰਾਂ ਆਈਆਂ ਤੇ ਉਹ ਮੈਂ ਕਟਿੰਗ ਸੀਗੀਆਂ, ਉਹ ਚਿੱਠੀ ਲਿਖ ਕੇ ਘਰ ਭੇਜ ਦਿੱਤੀਆਂ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਡਾਕਟਰ ਹੁਣ ਡਾਕਟਰ ਨੇ, ਉਹ ਉਹਨਾਂ ਦਿਨਾਂ ਦੇ ਵਿੱਚ ਕੀ ਕਰ ਰਹੇ ਸੀਗੇ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ, ਤੇ ਉਹ ਕਦੇ ਮਿਲਣ ਵਾਸਤੇ ਆ ਜਾਂਦੇ ਹੁੰਦੇ ਸੀਗੇ। ਤੇ ਉਹਨਾਂ ਨੇ ਵੀ ਪੜੀਆਂ ਚੀਜ਼ਾਂ, ਤੋਂ ਉਹਨਾਂ ਨੇ ਫਿਰ ਘਰਦਿਆਂ ਨੂੰ ਕਿਹਾ ਵੀ ਨਹੀਂ ਇਹ ਨਾ ਕਰ ਲੇਗੀ, ਕਿਉਂਕਿ ਉਹਨਾਂ ਨੇ ਕਿਹਾ ਵੀ ਸਾਡੀ ਕੁੜੀ 5 ਫੁੱਟ ਅੱਧਾ ਇੰਚ ਦੀ ਕੁੜੀ ਹੈ, ਇਹ ਹੈ ਕਾਲੀ ਜੀ, ਇਸ ਫੀਲਡ ਦੇ। ਮੇਰਾ ਭਰਾ ਨਾ ਬੜਾ ਡਰਦਾ ਸੀਗਾ ਐਕਚੁਅਲੀ, ਵੀ ਸੋਹਣੀ ਨਹੀਂ ਹੈਗੀ, ਦੇਖ ਕੇ ਨਾ ਦੂਰੋਂ ਕੋਈ ਕਹਿ ਨਹੀਂ ਸਕਦਾ ਵੀ ਆਹ। ਮੈਂ ਫਿਰ ਮੈਨੂੰ ਪਤਾ ਨਹੀਂ, ਮੈਨੂੰ ਲੱਗਦਾ ਆਹੀ ਕਾਰਨ ਸੀਗਾ। ਤੇ ਹੁੰਦਾ ਭੈਣ ਭਰਾਵਾਂ ਦਾ ਇੱਕ ਰਿਸ਼ਤਾ ਇਹੋ ਜਿਹਾ ਹੁੰਦਾ, ਉਹਨਾਂ ਨੂੰ ਲੱਗਿਆ ਸੀਗਾ। ਪਰ ਮੈਨੂੰ ਨਾ, ਮੈਂ ਸੱਚੀ ਦੱਸ, ਮੇਰੇ ਵਾਸਤੇ ਇਟ ਵਾਸ ਅ ਚੈਲੰਜ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੈਲੰਜ ਕਬੂਲ ਕੀਤਾ, ਔਰ ਮੈਂ ਬਹੁਤ ਸਿੰਸੀਅਰਿਟੀ ਨਾਲ, ਮਤਲਬ ਮੈਂ ਸੀਰੀਅਸ ਨਹੀਂ ਸੀਗੀ, ਮੈਂ ਸਿੰਸੀਅਰ ਹੋ ਕੇ, ਮੇਰੇ ਨਵਨਿੰਦਰ ਮੈਡਮ ਕੀ ਸਿਖਾ ਰਹੇ, ਗੰਭੀਰ ਸਰ, ਸੁਨੀਤਾ ਮੈਮ, ਇਹਨਾਂ ਦੇ ਇਹ ਸਿਰਫ ਪੜ੍ਹਾਈ ਨਾਲ ਇਹ ਵੀ ਮੈਂ ਦੇਖਦੀ ਸੀ ਕਿ ਹਾਊ ਦੇ ਆਰ ਮੈਨੇਜਿੰਗ देयर ਸੈਲਫ। ਮੈਂ ਨਵਨਿੰਦਰਾ ਮੈਮ ਬਾਰੇ ਜ਼ਰੂਰ ਗੱਲ ਕੀਤੀ ਕਿ ਉਹ ਕਿਸ ਤਰ੍ਹਾਂ ਉਹ ਆਉਂਦੇ ਸੀਗੇ ਦਿੱਲੀ ਤੋਂ, ਐਂਡ ਮਤਲਬ ਉਹਨਾਂ ਨੂੰ ਮੈਂ ਆਬਜ਼ਰਵ ਸੀ ਕਿ ਉਹ ਜਦੋਂ ਵੀ ਆਉਂਦੇ ਸੀਗੇ ਨਾ, ਤੇ ਉਹਨਾਂ ਨੇ ਹਮੇਸ਼ਾ ਜਲਦੀ ਦੇ ਵਿੱਚ ਹੁੰਦੀ ਸੀ। ਉਹਨਾਂ ਇੱਥੇ ਬੈਗ ਟੰਗਿਆ ਹੁੰਦਾ ਸੀ ਮੈਮ, ਹੈ ਇੱਕਦਮ ਕਰਕੇ, ਔਰ ਫਿਰ ਵੀ ਉਹਨਾਂ ਦੀਆਂ ਅੱਖਾਂ ਬੋਲਦੀਆਂ ਸੀਗੀਆਂ, ਤੋਂ ਅੱਖਾਂ ਦੇ ਵਿੱਚ ਨਾਲ ਗੱਲ ਕਰਦੇ ਸੀ ਸਾਡੇ ਨਾਲ। ਤੇ ਕਹਿੰਦਾ ਸੀ ਮੈਮ ਤੁਸੀਂ ਦਿੱਲੀ ਆਏ, ਫਿਰ ਉਹ ਵਾਪਸ ਵੀ ਜਾਂਦੇ ਸੀ। ਇਟ ਵਾਸ ਅ ਡੈਡੀਕੇਸ਼ਨ, ਜਿਹੜਾ ਮੈਂ ਉਹਨਾਂ ਦਾ ਡੈਡੀਕੇਸ਼ਨ ਦੇਖਿਆ ਬੀਇੰਗ ਅ ਸਟੂਡੈਂਟ। ਉਦੋਂ ਮੈਂ ਕਦੀ ਗੱਲਾਂ ਨਹੀਂ ਸੀ ਕਰਦੀ ਉਹਨਾਂ ਨੂੰ, ਤੇ ਲਾਲਚੀ ਸੀ, ਦੇਖਦੀ ਰਹਿੰਦੀ ਸੀ ਕੌਣ ਕੀ ਕਰਦਾ ਸੀਗਾ, ਕੀ ਕਿੱਦਾਂ ਕੀ ਕਾਪੀ ਕਰਨਾ ਹੁੰਦਾ ਸੀਗਾ, ਜਾਂ ਇਟ ਵਾਸ ਅ ਲਰਨਿੰਗ, ਉਹ ਵਿੱਚ ਕੁਝ ਪਤਾ ਨਹੀਂ ਲੱਗਦਾ ਸੀ, ਮੈਂ ਵੇਖਦੀ ਸੀ। ਸੁਨੀਤਾ ਧੀਰ ਮੈਡਮ, ਤੁਸੀਂ ਉਹ ਇੱਕ ਐਕਟਰ ਦੇ ਤੌਰ ਤੇ ਸੀਗੇ, ਤੇ ਮੈਨੂੰ ਲੱਗਦਾ ਸੀ ਮੈਨੂੰ ਪੜ੍ਹਾ ਰਹੇ ਨੇ। ਸ਼ੀ ਇਜ਼ ਐਨ ਐਕਟਰੈਸ, ਸ਼ੀ ਵਾਸ ਵੈਰੀ ਮਾਡਰਨ। ਮਤਲਬ ਉਸ ਤਰ੍ਹਾਂ ਦੇ ਨਾਲ ਜਿਹੜੀਆਂ ਚੀਜ਼ਾਂ ਐਕਚੁਅਲੀ ਸਿੱਖਣ ਤੋਂ ਪਹਿਲਾਂ, ਐਮਏ ਕਰਨ ਤੋਂ ਮੈਨੂੰ ਇਹ ਚੀਜ਼ਾਂ ਮਿਲ ਰਹੀਆਂ ਸੀ ਕਿ ਇੱਕ ਔਰਤ ਜਿਹੜੀ ਹੈ, ਮੈਂ ਕਪੂਰਥਲਾ ਤੋਂ ਆਈ ਹਾਂ, ਮੈਂ ਇੱਥੇ ਪਟਿਆਲਾ ਤੱਕ ਆਈ ਹਾਂ, ਇੱਕ ਲੇਡੀ ਇੱਕ ਵੱਧਦੀ ਹੈ ਜਦੋਂ ਅੱਗੇ, ਸੋ ਉਹ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਕਰਦੀ ਹੈ, ਇਹ ਮੈਂ ਆਪਣੀਆਂ ਟੀਚਰਸ ਤੋਂ ਉੱਥੋਂ ਸਿੱਖੀਆਂ। ਐਂਡ ਮੈਨੂੰ ਆਪਣੇ ਮੇਲ ਟੀਚਰਸ ਦਾ ਉਹਨਾਂ ਨਹੀਂ ਮੈਂ ਦਿਮਾਗ ਦੇ ਵਿੱਚ ਐਨਰਜੀ ਤੋਂ ਵੀ ਸੀ, ਬਟ ਆਈ ਵਾਸ ਜਸਟ ਆਬਜ਼ਰਵਿੰਗ ਮਾਈ ਜੋ ਲੇਡੀ ਟੀਚਰ ਸੀਗੇ ਉੱਥੇ, ਉਹਨਾਂ ਨੂੰ ਆਬਜ਼ਰਵ ਕਰਦੀ ਸੀ, ਜਿਨ੍ਹਾਂ ਤੋਂ ਮੈਨੂੰ ਲਿਟਰਲੀ ਬਹੁਤ ਕੁਝ ਮਿਲਿਆ। ਅੱਜ ਮੈਂ ਖੁੱਲ ਕੇ ਥੈਂਕ ਯੂ ਵੈਰੀ ਮਚ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਇਹ ਗੱਲ ਕਰਨ ਦਾ। ਮੈਂ ਤੁਹਾਨੂੰ ਦਿਲ ਤੋਂ ਥੈਂਕ ਯੂ ਕਰਦੀ ਹਾਂ, ਜਿਹੜੀਆਂ ਗੱਲਾਂ ਸ਼ਾਇਦ ਮੈਂ ਆਪਣੀ ਟੀਚਰਸ ਨੂੰ ਵੀ ਨਹੀਂ ਦੱਸ ਸਕਦੀ ਸੀ, ਉਹਨਾਂ ਨੂੰ ਕਿੱਦਾਂ ਆਬਜ਼ਰਵ ਕੀਤਾ, ਕਿੱਦਾਂ ਉਹ ਚੀਜ਼ਾਂ ਮੇਰੇ ਵਿੱਚ ਆਈਆਂ। ਮੈਨੂੰ ਨਹੀਂ ਪਤਾ ਇਹ ਐਕਟਿੰਗ ਦਾ ਹਿੱਸਾ ਸੀਗਾ ਜਾਂ ਮੇਰੇ ਉਸ ਪ੍ਰੋਸੈਸ ਦਾ ਹਿੱਸਾ ਸੀਗਾ, ਕਿ ਫਿਰ ਜਿੱਦਾਂ ਅੱਗੇ ਮਦਰ ਕਰੇਜ ਪਲੇ ਕੀਤਾ ਗਿਆ, ਮਦਰ ਕਰੇਜ ਦੇ ਵਿੱਚ ਮਤਲਬ ਇੱਕਦਮ ਸਿਸਟਮ ਬਿਲਕੁਲ ਡਿਫਰੈਂਟ, ਮਤਲਬ ਇਹ ਪਲੇ ਅਲੱਗ ਟਾਈਪ ਦਾ ਸੀ, ਉਹ ਪਲੇ ਬਿਲਕੁਲ ਅਲੱਗ ਟਾਈਪ ਦਾ ਸੀਗਾ, ਤੇ ਮੈਨੂੰ ਲੱਗਿਆ ਕਿ ਮੈਂ ਇਹ ਕਰ ਪਾਉਂਗੀ, ਜਾਂ ਬਿਲਕੁਲ ਉਹ ਬ੍ਰੈਕਸ ਦਾ ਸੀਗਾ। ਮਤਲਬ ਵੱਡੇ ਵੱਡੇ ਸਾਨੂੰ ਉਹਨਾਂ ਦੇ ਡਾਇਰੈਕਟਰਾਂ ਦੇ ਨਾਮ ਦੱਸੇ ਜਾਂਦੇ, ਜਿੰਨੇ ਰਾਈਟਰ ਸੀ ਉਹਨਾਂ ਦੇ ਨਾਮ ਦੱਸੇ ਜਾਂਦੇ ਸੀ, ਬਰਨਾਰਡ ਸ਼ਾਹ ਦੀ ਗੱਲ ਹੁੰਦੀ ਸੀਗੀ, ਔਰ ਕ੍ਰਿਸ਼ਨ ਦਿਵੇਦੀ ਸਰ, ਹੀ ਵਾਸ ਟੋਟਲੀ ਡਿਫਰੈਂਟ। ਮੈਂ ਇੱਕ ਹੀ ਜਗ੍ਹਾ ਤੇ ਕਈ ਚੀਜ਼ਾਂ ਨੂੰ ਆਬਜ਼ਰਵ ਕੀਤਾ, ਐਂਡ ਹਰ ਕੋਈ ਆਪਣੇ ਵਿੱਚ ਮਾਸਟਰ। ਹਾਂਜੀ ਬਬਲੀ, ਇਹ ਬੜੀਆਂ ਖੂਬਸੂਰਤ ਤੋਂ ਯਾਦਾਂ ਔਰ ਲਰਨਿੰਗ ਪ੍ਰੋਸੈਸ ਜਿਹੜਾ ਤੁਸੀਂ ਸਾਂਝਾ ਕਰ ਰਹੇ ਹੋ, ਇਹ ਬਹੁਤ ਖੂਬਸੂਰਤ ਹੈ। ਔਰ ਸਾਡੇ ਨਾਲ ਕਿਉਂਕਿ ਤੁਹਾਡੇ ਹੀ ਡਿਪਾਰਟਮੈਂਟ ਤੋਂ ਕੁਮਾਰ ਪਵਨਦੀਪ ਵੀ ਅਮਰੀਕਾ ਤੋਂ ਜੁੜੇ ਹੋਏ ਆ, ਉਹ ਵੀ ਹੁਣ ਤੁਹਾਨੂੰ ਸੁਣਦੇ ਪਏ ਆ ਤੁਹਾਡੀਆਂ ਗੱਲਾਂ। ਅੰਮ੍ਰਿਤਸਰ ਤੋਂ ਪਵੇਲ ਸੰਧੂ ਵੀ ਤੁਹਾਨੂੰ ਸੁਣਦਾ ਪਿਆ। ਸੋ ਇਹ ਬਬਲੀ, ਮੈਂ ਤੁਹਾਡੇ ਇਸ ਸਫ਼ਰ ਦਾ ਜਿਹੜੀ ਤੁਸੀਂ ਹੁਣੇ ਪਹਿਲਾਂ ਇੱਕ ਗੱਲ ਕੀਤੀ
ਕਿ ਮੇਰੇ ਭਰਾ ਕਹਿੰਦੇ ਕਿ ਆ ਛੋਟੇ ਜਿਹੇ ਕੱਦ ਦੀ ਕੁੜੀ ਸਾਡੀ 5 ਫੁੱਟ 1 ਇੰਚ ਵਾਲੀ ਕੁੜੀ ਤੇ ਕਾਲੇ ਜਿਹੇ ਰੰਗ ਵਾਲੀ ਕੁੜੀ। ਪਰ ਇਸ ਕੁੜੀ ਨੇ ਬਾਅਦ ਵਿੱਚ ਇੱਕ ਮੌਕਾ ਇਹੋ ਜਿਹਾ ਵੀ ਆਇਆ ਕਿ ਇਹਦੀਆਂ ਤਸਵੀਰਾਂ ਦੀ ਨੁਮਾਇਸ਼ ਲੱਗੀ ਬੰਬੇ ਦੇ ਵਿੱਚ ਤੇ ਦਿੱਲੀ ਦੇ ਵਿੱਚ, ਹੈ ਨਾ। ਉਹ ਵੀ ਇੱਕ ਮੁਕਾਮ ਆਇਆ ਕਿ ਉਸ ਕੁੜੀ ਨੇ ਆਪਣੇ ਅਦਾਕਾਰੀ ਦੇ ਨਾਲ ਆਪਣੇ ਆਪ ਨੂੰ ਇੰਨਾ ਸਵਾਰ ਲਿਆ ਕਿ ਉਹ ਉਸ ਮੁਕਾਮ ਤੱਕ ਵੀ ਪਹੁੰਚੀ। ਮੈਂ ਉਸ ਮੁਕਾਮ ਤੱਕ ਪਹੁੰਚਣ ਵਾਲੀ ਗੱਲ ਤੁਹਾਡੇ ਕੋਲ ਬਾਅਦ ਚ ਸੁਣਾਂਗਾ। ਮੈਂ ਵਿੱਚੋਂ ਪਹਿਲੇ ਜ਼ਰਾ ਕੁ ਪ੍ਰੀਤਪਾਲ ਨੂੰ ਸੁਣਨਾ ਚਾਹੁੰਦਾ, ਕਿਉਂਕਿ ਇਹ ਤੁਹਾਡੇ ਤੋਂ ਬਾਅਦ ਵਿੱਚ ਆਏ ਤੇ ਇਹਨਾਂ ਨੇ ਵੀ ਇੱਕ ਲਿਟਰੇਰੀ ਫੈਮਿਲੀ ਤੋਂ ਆਏ, ਹੈ ਨਾ, ਲਿਟਰੇਚਰ ਵਾਲੀ ਫੈਮਿਲੀ ਤੋਂ, ਤੇ ਦਿੱਲੀ ਦੇ ਵਿੱਚ ਇੱਕ ਪੰਜਾਬੀ ਮੁੰਡਾ ਜਿਹੜਾ ਉਹ ਦਿੱਲੀ ਪੜ੍ਹਦਾ ਹੋਇਆ। ਪ੍ਰੀਤਪਾਲ, ਤੁਸੀਂ ਜ਼ਰਾ ਸਾਡੇ ਨਾਲ ਸਾਂਝੀ ਕਰੋਗੇ ਗੱਲ ਵੀ ਤੁਹਾਨੂੰ ਕਿੱਦਾਂ ਸ਼ੌਕ ਲੱਗਾ ਵੀ ਤੁਸੀਂ ਨਾਟਕ ਵਿੱਚ ਆਉਣਾ ਹੈ ਜਾਂ ਸਿੱਧੇ NSD ਚ ਆ ਗਏ? ਇਹ ਕੀ ਭਾਣਾ ਵਰਤਿਆ ਸੀਗਾ? ਜੀ ਭਾਜੀ, ਹਾਂਜੀ। ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਜੀ ਦਿੱਲੀ ਪੜ੍ਹਦਾ ਸੀ, ਸਕੂਲਿੰਗ ਮੇਰੀ ਦਿੱਲੀ ਦੀ ਹੋਈ ਹੈ। ਫਾਦਰ ਸਾਹਿਬ ਜੌਬ ਕਰਦੇ ਸੀ ਤੇ +2 ਕਰਕੇ ਛੁੱਟੀਆਂ ਸੀ ਸਾਡੇ ਕੋਲੇ। ਮੈਂ ਕਦੇ ਨਹੀਂ ਸੋਚਿਆ ਸੀ ਮੈਂ ਥੀਏਟਰ ਕਰਾਂਗਾ। ਮੈਂ ਇੱਕ ਪਲੇ ਜ਼ਰੂਰ ਦੇਖਿਆ ਸੀਗਾ ਸ਼ੀਲਾ ਭਾਟੀਆ ਜੀ ਹੋਰਾਂ ਦਾ, ਚੰਨ ਬਦਲਾਂ ਦਾ, ਤੇ ਮੇਰਾ ਇੱਕ ਦੋਸਤ ਕਰਦਾ ਸੀਗਾ ਤਾਂ ਉਹਦੇ ਨਾਲ ਮੈਂ ਰਿਹਰਸਲ ਦੇਖਣ ਚਲਾ ਗਿਆ। ਛੁੱਟੀਆਂ ਸੀ ਵੀ ਚਲੋ ਦੇਖਦੇ ਆ ਕਿੱਦਾਂ ਨਾਟਕ ਹੁੰਦਾ, ਕਿੱਦਾਂ ਕਰਦੇ ਆ। ਤੇ ਗੁਰਦੀਪ ਸੇਰਾ ਡਾਇਰੈਕਟਰ ਸੀ, ਉਹਦੇ ਪੰਜਾਬੀ ਨਾਟਕ ਹੀ ਕਰਦੇ ਆ ਦਿੱਲੀ 'ਚ। ਤੇ ਪਹਿਲਾ ਪਲੇ ਉਹ ਕਰ ਰਹੇ ਸੀਗੇ ਛਲੇਡਾ, ਪਰਿਤੋਸ਼ ਗਾਰਗੀ ਦਾ, ਮਤਲਬ ਮੇਰਾ ਪਹਿਲਾ ਪਲੇ ਸੀ ਉਹ। ਤੇ ਕਰਨ ਵਾਲੇ ਸੀ ਕੌਸ਼ਲ ਸਮੋਰਾ, ਮੈਂ ਸੁਣਿਆ ਹੋਇਆ ਸੀਗਾ ਲਿਟਰੇਚਰ ਕਿ ਪੰਜਾਬੀ ਜਗਤ ਨਾਲ ਜੁੜੇ ਰਹਿੰਦੇ ਸੀਗੇ। ਮੈਂ ਕਿਹਾ ਚਲੋ ਪਤਾ ਲੱਗਿਆ ਕਿ NSD ਤੋਂ ਦੇਖੀਏ ਕੀ ਹੈ। ਹੌਲੀ ਹੌਲੀ ਪਤਾ ਲੱਗਿਆ ਕਿ ਗੁਰਦੀਪ ਸੇਰਾ ਕੋਲੇ ਪੂਰੀ ਕਾਸਟ ਹੈ ਨਹੀਂ ਸੀ ਪੰਜਾਬੀ ਦੀ। ਆਵਾਜ਼ ਆ ਰਹੀ ਹੈ ਭਾਜੀ ਮੇਰੀ? ਹਾਂ, ਆ ਰਹੀ ਹਾਂ ਹਾਂ ਹਾਂਜੀ ਜੀ ਜੀ। ਤੇ ਉਹਨਾਂ ਕੋਲੇ ਪੂਰੀ ਪੰਜਾਬੀ ਕਾਸਟ ਹੈ ਨਹੀਂ ਸੀ। ਜੋ ਮੇਨ ਲੜਕੀ ਉਹਦੇ 'ਚ ਕੰਮ ਕਰ ਰਹੀ ਸੀ ਉਹ ਗੁਜਰਾਤੀ ਲੜਕੀ ਸੀ, ਉਹਦਾ ਪ੍ਰੋਨਾਂਸੀਏਸ਼ਨ ਬੜਾ ਖਰਾਬ ਸੀ। ਮੈਂ ਕਿਉਂਕਿ ਮੁਕਤਸਰ ਦਾ ਰਹਿਣ ਵਾਲਾ ਸੀ ਤੇ ਪਰਿਤੋਸ਼ ਗਾਰਗੀ ਜੀ ਬਠਿੰਡੇ ਦੇ ਮਲਵਈ, ਮੈਂ ਕਈਆਂ ਨੂੰ ਤਾਂ ਐਕਸੈਂਟ ਸਿਖਾਉਣ ਲੱਗ ਗਿਆ ਉੱਥੇ ਦਿੱਲੀ ਦੇ ਪੰਜਾਬੀ ਲੜਕੇ ਲੜਕੀਆਂ ਨੂੰ। ਕਰਦੇ ਕਰਦੇ ਮੈਨੂੰ ਰੋਲ ਕਰਨਾ ਪੈ ਗਿਆ ਔਰ ਮੈਂ ਬੜਾ ਟੈਂਸ ਸੀਗਾ, ਘਬਰਾਇਆ ਹੋਇਆ ਸੀ। ਮੈਂ ਕਦੇ ਥੀਏਟਰ ਦੇ ਉਸ ਪਾਰ ਨਹੀਂ ਗਿਆ ਸੀਗਾ। ਨਾਟਕ ਖਤਮ ਹੋਣ ਤੋਂ ਬਾਅਦ CD ਸਿੱਧੂ ਸਾਹਿਬ ਆਏ, ਸਾਰਿਆਂ ਨੂੰ ਗਲੇ ਲਗਾਇਆ। ਮੈਨੂੰ ਨਹੀਂ ਸੀ ਪਤਾ ਕਿ ਮੈਂ ਚੰਗਾ ਕੀਤਾ ਮਾੜਾ ਕੀਤਾ। ਮੈਨੂੰ ਲੱਗਿਆ ਵੀ ਨਾਟਕ ਹੋ ਗਿਆ, ਨਿਕਲ ਗਿਆ, ਚਲਾ ਹੋ ਗਿਆ। ਲੋਕਾਂ ਨੇ ਤਾਲੀਆਂ ਮਾਰਤੀਆਂ, ਗਲੇ ਲਗਾ ਲਿਆ, ਬੜਾ ਅੱਛਾ ਬੜਾ ਅੱਛਾ। ਬਸ ਉਸ ਤੋਂ ਬਾਅਦ ਫਿਰ ਮੇਰਾ ਥੋੜਾ ਜਿਹਾ ਲੱਗਿਆ ਕਿ ਨਹੀਂ, ਮੈਂ ਸ਼ਾਇਦ ਟੀਮ ਦਾ ਹਿੱਸਾ ਬਣ ਗਿਆ। ਉਹਨਾਂ ਨਾਲ ਕੰਮ ਕਰਦਾ ਰਿਹਾ। ਫਿਰ ਉਹਨਾਂ ਨੇ 2 3 4 ਪਲੇ ਹੋ ਚੁੱਕੇ। ਉਸ ਤੋਂ ਬਾਅਦ ਫਿਰ ਮੈਂ ਮੰਡੀ ਹਾਊਸ ਆ ਕੇ ਹੋਰ ਸਾਕਸ਼ੀ ਗਰੁੱਪ ਹੁੰਦਾ ਸੀਗਾ ਜਿਹਦੇ 'ਚ ਅਵਤਾਰ ਸਾਹਨੀ ਵੀ ਕੰਮ ਕਰਦੇ ਸੀ, ਸਾਡੇ ਸੀਨੀਅਰ ਸੌਰਭ ਸ਼ੁਕਲਾ, ਗਰੁੱਪ ਜੁਆਇਨ ਕੀਤਾ। ਵਿਵੇਕ ਮਿਸ਼ਰਾ ਤੁਹਾਡੇ ਬੈਚਮੇਟ, ਇਹਨਾਂ ਨਾਲ ਮੈਂ 2 3 ਪਲੇ ਕੀਤੇ ਐਂਡ VK ਖਿਲੌਣਾ ਨਾਲ ਕੰਮ ਕੀਤਾ। ਫਿਰ ਮੈਂ ਵਿੱਚੋਂ ਗੁਰਦੀਪ ਸੇਰਾ ਨਾਲ ਕਦੇ ਸ਼ੌਕੀਆ ਤੌਰ ਤੇ ਪੰਜਾਬੀ ਇੱਕ ਦਾ ਨਾਟਕ ਕਰ ਲੈਂਦਾ ਸੀ, ਬਾਕੀ ਮੇਰਾ ਹਿੰਦੀ ਸਰਕਲ ਨਾਲ ਹੀ ਰਿਹਾ। ਤੇ ਫਿਰ ਇੱਕ ਵਰਕਸ਼ਾਪ ਆਈ NSD ਦੀ, ਤਦ ਤੱਕ ਮੈਂ ਸਾਕਸ਼ੀ ਗਰੁੱਪ ਵੱਲੋਂ ਟੋਬਾ ਟੇਕ ਸਿੰਘ ਕਰ ਚੁੱਕਾ ਸੀਗਾ। ਤਾਂ ਉਹਨਾਂ ਨੇ 1 ਮਹੀਨੇ ਦੀ ਵਰਕਸ਼ਾਪ ਸੀ NSD ਦੀ ਵਰਕਸ਼ਾਪ, ਜਿੱਥੇ ਪ੍ਰਸੰਨਾ ਜੀ, ਅਲੋਕ ਚੈਟਰਜੀ, ਬੜੇ ਸਾਡੇ VV ਕਾਰਨ ਸਾਹਿਬ, ਜਿੰਨੀ ਵੀ NSD ਦੀ ਟੌਪ ਮੋਸਟ ਉਸ ਵੇਲੇ ਦੀ ਫੈਕਲਟੀ ਸੀ ਉਹ ਸੀ। ਤੇ ਮੈਂ ਲੱਕੀ ਸੀ, ਮੇਰਾ ਸਿਲੈਕਸ਼ਨ ਹੋ ਗਿਆ ਉੱਥੇ। ਉਹ ਕੰਮ ਕਰਕੇ ਫਿਰ ਮੈਨੂੰ ਉੱਥੋਂ ਜ਼ਿਆਦਾ ਇੰਟਰਸਟ ਜਾਗ ਗਿਆ ਨਾਟਕ ਬਾਰੇ। ਫਿਰ ਮੈਂ ਹੋਰ ਕਰਦਾ ਰਿਹਾ। ਫਿਰ ਮੈਂ NSD ਕੀਤਾ। NSD ਤੋਂ ਬਾਅਦ ਫਿਰ ਮੇਰੀ ਮਤਲਬ ਇੱਕ ਇਹ ਵੀ ਬੜੀ ਕੋਇਨਸੀਡੈਂਟ ਹੈ ਕਿ ਮੇਰਾ ਜ਼ਿੰਦਗੀ ਦਾ ਪਹਿਲਾ ਨਾਟਕ ਦਿੱਲੀ 'ਚ ਗੁਰਦੀਪ ਸੇਰਾ ਨਾਲ ਸੀ ਤੇ ਆਖਰੀ ਵੀ ਗੁਰਦੀਪ ਸੇਰਾ ਨਾਲ ਸੀ। ਜਦੋਂ ਮੈਂ ਦਿੱਲੀ ਛੱਡੀ ਹੈ ਉਹ ਅਸੀਂ ਮਿੱਟੀ ਦਾ ਬਾਵਾ ਕੀਤਾ ਸੀ ਪੰਜਾਬੀ ਅਕੈਡਮੀ ਲਈ। ਤੇ ਉਸ ਤੋਂ ਬਾਅਦ ਫਿਰ ਮੈਂ 1.5 ਸਾਲ ਬੰਬੇ ਰਿਹਾ ਐਜ਼ ਐਨ ਐਕਟਰ। ਛੋਟੇ ਮੋਟੇ ਮੈਂ ਕੰਮ ਕੀਤੇ, ਪਰ ਮੈਂ ਜ਼ਿਆਦਾ ਉੱਥੇ ਗੋਸਟ ਰਾਈਟਿੰਗ ਕੀਤੀ। ਚਾਚਾ ਚੌਧਰੀ ਸੀਰੀਅਲ ਲਿਖਿਆ ਐਜ਼ ਏ ਗੋਸਟ ਰਾਈਟਰ। ਉਸ ਤੋਂ ਬਾਅਦ ਮੈਂ ਪੰਜਾਬ ਆਇਆ, ਪੰਜਾਬ ਮੁਕਤਸਰ ਕੁਛ ਗਰੁੱਪ ਬਣਾਇਆ ਔਰ ਕਰਦੇ ਰਹੇ, ਵਰਕਸ਼ਾਪਾਂ ਕਰਦਾ ਰਿਹਾ, ਬਾਹਰ ਜਾ ਕੇ ਵੀ ਕਰਦਾ ਰਿਹਾ। ਪ੍ਰੀਤ, ਮੈਂ ਨਾ ਤੁਹਾਡੇ ਕੋਲ ਜਿਹੜਾ ਪੰਜਾਬ ਵਾਲਾ ਪੀਰੀਅਡ ਹੈ ਮੈਂ ਤੁਹਾਡੇ ਕੋਲ ਬਾਅਦ ਚ ਸੁਣਦਾ। ਤੁਸੀਂ ਕਿਉਂਕਿ ਜੰਪ ਕਰ ਗਏ ਹੋ ਸਿੱਧਾ NSD ਤੋਂ ਬੰਬੇ ਚ, ਤੇ ਮੈਂ ਥੋੜੇ ਜਿਹੇ NSD ਦੇ ਐਕਸਪੀਰੀਅੰਸ ਵੀ ਸੁਣਨੇ ਆ ਤੁਹਾਡੇ ਤੇ ਤੁਹਾਡੇ ਨਾਲ ਕੌਣ ਕੌਣ ਲੋਕ ਸੀ। ਉਹ ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਪਹਿਲੇ ਜ਼ਰਾ ਬਬਲੀ ਕੋਲੋਂ ਪੁੱਛਣਾ, ਜਿਹੜਾ ਮੇਰਾ ਹੁਣੇ ਗੱਲ ਕੀਤੀ ਸੀ ਵੀ ਉਹ ਬਬਲੀ ਜਿਹੜੀ ਛੋਟੇ ਕੱਦ ਵਾਲੀ ਕੁੜੀ ਜਿਹਨੂੰ ਕਹਿੰਦੇ ਸੀ, ਪਰ ਉਹਨੇ ਅਦਾਕਾਰੀ ਚ ਆਪਣਾ ਕੱਦ ਬਹੁਤ ਉੱਚਾ ਕੀਤਾ, ਹੈ ਨਾ।
ਉਹਨੇ ਆਪਣੇ ਰੰਗ ਰੂਪ ਜਿਹਨੇ ਉਹਨੂੰ ਚੈਲੰਜ ਦਿੱਤਾ ਤੇ ਉਸਨੇ ਤਸਵੀਰਾਂ ਦੀ ਐਗਜ਼ੀਬਿਸ਼ਨ ਹੋਈ, ਪਰ ਉਸਨੇ ਬਹੁਤ ਚੈਲੰਜਿੰਗ ਕਰੈਕਟਰ ਕੀਤੇ। ਬਬਲੀ, ਫਿਰ ਤੁਹਾਨੂੰ ਕਿੱਦਾਂ ਲੱਗਾ ਵੀ ਮੈਂ ਪਟਿਆਲੇ ਵਿੱਚ ਤੇ ਹੁਣ ਬਹੁਤ ਕੁਝ ਸਿੱਖ ਲਿਆ ਵਾ, ਫਿਰ NSD ਜਾਣ ਦੀ ਕੀ ਲੋੜ ਪੈ ਗਈ ਸੀ? ਮੈਂ ਜਦੋਂ ਪਟਿਆਲੇ ਸੀਗੀ ਤੇ ਉਦੋਂ ਨਾਟਕ ਜਦੋਂ ਅਸੀਂ ਕਰਦੇ ਸੀ ਤੇ ਕ੍ਰਿਸ਼ਨ ਦਿਵੇਦੀ ਸਰ ਨੇ ਨਾਟਕ ਦੇਖਣ ਤੋਂ ਬਾਅਦ ਕਿਹਾ ਕਿ ਕੁੜੀਏ, ਮੈਨੂੰ ਐਕਟਿੰਗ ਦੇ ਵਿੱਚ ਨਾ ਕੁਝ ਦਿਖਦਾ ਹੈ ਤੇ ਤੂੰ ਨੈਸ਼ਨਲ ਆਫ ਡਰਾਮਾ ਜਾ। ਤੇ ਮੈਨੂੰ ਉਦੋਂ ਨੈਸ਼ਨਲ ਸਕੂਲ ਆਫ ਡਰਾਮਾ ਬਾਰੇ ਨਹੀਂ ਪਤਾ ਸੀਗਾ, ਔਰ ਸਾਡੇ ਉੱਥੇ ਗੱਲ ਸੀ ਕਦੀ ਹੋਈ ਤੇ ਪਰ ਇੰਨਾ ਪਤਾ ਸੀ ਵੀ ਇਹ ਜਿਹੜੇ ਮੇਰੇ ਸਾਡੇ ਨੇ ਉਹ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਹੈ, ਪਰ ਮੈਂ ਪਤਾ ਨਹੀਂ ਕਿਉਂ ਕਦੀ ਇੰਟਰਸਟ ਨਹੀਂ ਕਿਆ, ਪਤਾ ਨਹੀਂ ਕਿਉਂ ਮੈਨੂੰ ਲੱਗਾ MA ਕਰਕੇ ਘਰ ਜਾਣਾ ਆ। ਤੇ ਪਰ ਜਦੋਂ ਕ੍ਰਿਸ਼ਨ ਦਿਵੇਦੀ ਸਰ ਨੇ ਕਿਹਾ ਵੀ ਤੂੰ ਜਾ, ਤੇ ਮੈਂ ਉਹਨਾਂ ਨੂੰ ਆਰਾਮ ਨਾਲ ਉਹਨਾਂ ਦੇ ਕਮਰੇ 'ਚ ਜਾ ਕੇ ਪੁੱਛਿਆ ਕਿ ਕੀ ਹੈ। ਉਹਨਾਂ ਨੇ ਕਿਹਾ ਨੈਸ਼ਨਲ ਸਕੂਲ ਆਫ ਡਰਾਮਾ ਹੈ, ਇੱਥੇ ਅੱਗੇ ਪੜ੍ਹਾਈ ਹੁੰਦੀ ਉੱਥੋਂ ਜਿੱਥੋਂ ਅਸੀਂ ਪੜ੍ਹ ਕੇ ਆਏ ਹਾਂ। ਤੇ ਮੈਂ ਕਿਹਾ ਸਰ ਮੇਰੀ ਹੋ ਜਾਊਗੀ ਉੱਥੇ ਐਡਮਿਸ਼ਨ ਹੋ ਜਾਊਗੀ? ਉਹ ਕਹਿੰਦੇ ਵੀ ਉੱਥੋਂ ਦੀ ਐਡਮਿਸ਼ਨ ਵਾਸਤੇ ਨਾ ਬੜੀ ਸਪੀਚ ਵਗੈਰਾ ਦਿੰਦੇ ਨੇ, ਉਹ ਤਿਆਰ ਕਰਨੀਆਂ ਪੈਂਦੀਆਂ ਆ। ਫਿਰ ਉਹ ਕਹਿੰਦੇ ਨੇ ਵੀ ਤੁਹਾਡਾ ਤੁਸੀਂ ਨਾਟਕਾਂ 'ਚ ਪਾਰਟਿਸਿਪੇਟ ਕਰਦੇ, ਇੱਥੇ ਤਾਂ ਤੂੰ ਕਾਫੀ ਨਾਟਕ ਕਰ ਲਿਆ ਐਂਡ ਆਈ ਐਮ ਵੈਰੀ ਤੇਰਾ ਹੋ ਜਾਏਗਾ, ਮੈਂ ਤੈਨੂੰ ਤਿਆਰੀ ਕਰਵਾਉਂਗਾ। ਔਰ ਕ੍ਰਿਸ਼ਨ ਦੀ ਸਰ ਸੀ ਜਿਨ੍ਹਾਂ ਨੇ ਮੈਨੂੰ ਸਪੀਚ ਦਿੱਤੀਆਂ, ਉਹਨੂੰ ਤਿਆਰੀ ਕਰਵਾਈ, ਕਿੱਦਾਂ ਪਾਨ ਖਾ ਕੇ ਕਿੱਦਾਂ ਮੂੰਹ ਬਣਾਉਣਾ, ਕਿੱਦਾਂ ਪੀਕ ਸੁੱਟਣੀਆਂ, ਕਿੱਦਾਂ ਇੱਕ ਏਦਾਂ ਦੀ ਸਪੀਚ ਕਰਵਾਈ। ਫਿਰ ਇੱਕ ਗਾਣਾ ਤਿਆਰ ਕਰਵਾਇਆ ਉਹਨਾਂ ਨੇ ਮੈਨੂੰ ਵੀ ਤੂੰ ਏਦਾਂ ਕਰਕੇ, ਉਹ ਮੈਂ ਦੱਸੂਗੀ ਤੁਹਾਨੂੰ ਗੱਲ ਜ਼ਰੂਰ ਵੀ ਉਹਨਾਂ ਨੇ ਕੀ ਕਿਹਾ ਸੀ ਇਹ ਗਾਣਾ ਸੁਣ ਕੇ। ਤੇ ਉਹ ਗਾਣਾ ਤਿਆਰ ਕਰਵਾਇਆ ਮੈਨੂੰ, ਫਿਰ ਇਹਨਾਂ ਨੇ ਮੈਨੂੰ ਇੱਕ ਹਿੰਦੀ ਦੀ ਸਪੀਚ ਤਿਆਰ ਕਰਵਾਈ, ਮਤਲਬ ਇੰਨੀ ਮਿਹਨਤ ਕਰਵਾਈ। ਔਰ ਮੇਰੇ ਡਿਪਾਰਟਮੈਂਟ 'ਚ ਕਿਸੇ ਨੂੰ ਪਤਾ ਨਹੀਂ, ਮੇਰੇ MA ਦੇ ਐਗਜ਼ਾਮ ਵੀ ਹੋਣ ਵਾਲੇ ਸੀਗੇ ਔਰ ਉਹਨਾਂ ਦੇ ਨਾਦਰਾ ਬੱਬਰ ਜੀ ਵੀ ਆਏ ਹੋਏ ਸੀਗੇ। ਨਾਦਰਾ ਬੱਬਰ ਜੀ ਬੱਕਰੀ ਪਲੇ ਕਰਾਉਣ ਆਏ ਸੀਗੇ ਤੇ ਬੱਕਰੀ ਪਲੇ ਜਦੋਂ ਆਏ ਸੀ ਤੇ ਉਹਨਾਂ ਨੇ ਬੱਕਰੀ ਕੀਤਾ ਸੀਗਾ ਪਲੇ ਤੇ ਰੋਲ ਮਿਲਿਆ ਮੈਨੂੰ ਉਹਦੇ ਵਿੱਚ ਵੀ, ਔਰ ਕਾਫੀ ਉਹਨਾਂ ਨੇ ਪ੍ਰੇਜ਼ ਕੀਤੀ। ਉਹਨਾਂ ਨੂੰ ਮੈਂ ਦੱਸਿਆ ਕਿਉਂਕਿ ਉਹ ਇਕੱਲੇ ਰਹਿੰਦੇ ਸੀਗੇ ਉੱਥੇ, ਸਾਡੇ ਜਿਹੜਾ ਉੱਥੇ ਸੀਗਾ ਜਿੱਥੇ ਆਇਆ ਸੀਗਾ, ਤੇ ਨਵਨਿੰਦਰਾ ਮੈਮ ਜਾਂ ਪਤਾ ਨਹੀਂ ਕਿਹਨਾਂ ਨੇ ਮੈਨੂੰ ਕਿਹਾ ਸੀ ਵੀ ਮੈਂ ਰੁਕ ਜਾਣਾ, ਕਿਉਂਕਿ ਉੱਥੇ ਮੈਮ ਨੇ ਸ਼ਾਇਦ ਕਿਹਾ ਸੀ ਕੋਈ ਮੇਰੇ ਨਾਲ ਰੁਕ ਜਾਏ। ਤੇ ਉਹਨਾਂ ਨੇ ਵੀ ਮੈਨੂੰ, ਜਦੋਂ ਮੈਂ ਉਹਨਾਂ ਦੇ ਨਾਲ ਰਾਤ ਰੁਕਦੀ ਸੀ ਤੇ ਉਹਨਾਂ ਨੇ ਕਾਫੀ ਸਾਰੀਆਂ ਚੀਜ਼ਾਂ ਦੱਸੀਆਂ ਨਾਟਕ ਬਾਰੇ। ਫਿਰ ਮੈਂ ਲਾਲਚੀ ਹੁੰਦੀ, ਮੇਰਾ ਲਾਲਚ ਵੱਧਦਾ ਗਿਆ ਇਸ ਫੀਲਡ ਦੇ ਵਿੱਚ, ਔਰ ਮੈਂ ਉਹਨਾਂ ਦੇ ਕੋਲ ਪੁੱਛਦੀ ਰਹਿੰਦੀ ਸੀ। ਫਿਰ ਉਹਨਾਂ ਨੇ ਮੈਨੂੰ ਕਾਫੀਆਂ ਸਾਰੀਆਂ ਬਾਰੀਕੀਆਂ ਦੱਸੀਆਂ, ਸਮਝਾਇਆ ਏਦਾਂ। ਫਿਰ ਉਹਨਾਂ ਨੇ ਵੀ ਮੈਨੂੰ ਨੈਸ਼ਨਲ ਸਕੂਲ ਆਫ ਡਰਾਮਾ ਬਾਰੇ ਦੱਸਿਆ। ਤੇ ਮੈਂ ਫਿਰ ਉਸ ਤੋਂ ਬਾਅਦ ਜਿੱਦਾਂ ਉਹਨਾਂ ਨੇ ਮੈਨੂੰ ਮੈਡਮ ਨੇ ਸਰ ਨੇ ਤਿਆਰੀ ਕਰਵਾਈ ਪੂਰਾ, ਮੈਂ ਤਾਂ ਕੇਵਲ ਐਡਮਿਸ਼ਨ ਦੇਣ ਚਲੇ ਗਈ। ਜਦ ਕਿ ਮੇਰੇ ਹਾਲੇ MA ਇੱਥੇ ਹੋਣੇ ਆ। ਇੱਥੋਂ ਵਿੱਚੋਂ ਲੈ ਕੇ ਮੈਂ 3 ਦਿਨ ਵਾਸਤੇ ਉਹ ਰੱਖਦੇ ਨੇ ਉੱਥੇ, 3 ਦਿਨ ਦੀ ਵਰਕਸ਼ਾਪ ਹੁੰਦੀ ਨਾ ਉਹਨਾਂ ਦੀ, ਉੱਥੇ ਮੈਂ ਗਈ। ਉੱਥੋਂ ਸਾਰਾ ਫਾਰਮ ਭਰ ਦਿੱਤਾ ਸੀਗਾ ਤੇ ਉਹਨਾਂ ਨੇ ਇੰਟਰਵਿਊ ਕਾਲ ਕਰ ਮੈਨੂੰ ਬੁਲਾ ਲਿਆ 3 ਦਿਨ ਵਾਸਤੇ। ਮੈਂ ਉੱਥੋਂ ਹੀ ਗਈ ਹਾਂ, ਉੱਥੋਂ ਆਪਣੇ ਯੂਨੀਵਰਸਿਟੀ ਤੋਂ ਹੀ ਗਈ ਹਾਂ, ਉੱਥੇ ਜਾ ਕੇ 3 ਦਿਨ ਰਹੀ ਵੀ ਹਾਂ। ਸਾਡੇ ਇੱਥੇ ਇੱਕ ਮੈਡਮ ਉਮਾ ਮੈਮ ਨਾ ਸਾਨੂੰ ਤਲਵਾਰਬਾਜ਼ੀ ਸਿਖਾਉਣ ਆਏ ਸੀਗੇ। ਮੈਂ ਇੱਥੋਂ ਉਹਨਾਂ ਨੂੰ ਫੋਨ ਕਰਕੇ, ਮੈਡਮ ਮੈਨੂੰ ਕੋਈ ਪਤਾ ਹੀ ਨਹੀਂ, ਮੈਨੂੰ ਪਤਾ ਨਹੀਂ, ਦਿੱਲੀ ਮੇਰੇ ਵਾਸਤੇ ਸੀ, ਪਤਾ ਨਹੀਂ ਇਲਾਕਾ ਹੋਏਗਾ, ਦਿੱਲੀ ਦਾ ਇੱਕ ਸੁਪਨਾ ਜਿੱਦਾਂ ਹੋਇਆ ਸਾਰਿਆਂ ਵਾਸਤੇ, ਕਦੇ ਨਹੀਂ ਦੇਖੀ ਸੀ ਮੈਂ। ਤੇ ਮੈਨੂੰ ਕਹਿੰਦੇ ਵੀ ਤੂੰ ਆ ਜਾ, ਤੂੰ ਮੇਰੇ ਰੁਕ ਜਾਈਂ। ਤੇ ਆਮ ਰੀਅਲੀ ਮੈਂ ਅੱਜ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੀ, ਉਹਨਾਂ ਨੇ 3 ਦਿਨ ਮੈਨੂੰ ਆਪਣੇ ਘਰ ਰੋਕਿਆ, ਆਪ ਘਰ ਰੱਖਿਆ ਮੈਂ। ਤੇ ਮੈਂ ਉੱਥੇ 3 ਦਿਨ ਉਹਨਾਂ ਘਰ ਰੁਕੀ ਤੇ ਨਾਲ ਹੀ ਉੱਥੇ ਰੋਬਿਨ ਦਾ ਸਰ ਔਰ ਇਹ ਸਾਰੇ ਲੋਕ ਮਤਲਬ ਪੂਰੇ ਲੋਕ ਮਿਲੇ। ਔਰ ਮੇਰੀ ਮਤਲਬ ਐਡਮਿਸ਼ਨ, ਮੈਨੂੰ ਜਾਂਦਿਆਂ ਸਾਰੀ ਪਿਊਸ਼ ਮਿश्रा बैठे हुए ਸੀਗੇ। ਉਹਨੇ ਕਿਹਾ ਕੁੜੀਏ तुम कहाँ से आई हो? तो मैं पंजाबी यूनिवर्सिटी पटियाला तो। सरदार नहीं है? मैंने कहा हाँ जी सरदार नहीं। अच्छा, तो कोई इंटरव्यू वगैरह नहीं ले रहे थे, पे रोक लिया हमें क्यों? और एक और लड़की थी बड़े बाल वाल बना करके, सी लड़की उसे दिल्ली दी। मैं गई है ਛੋਟੀਆਂ ਜੀਆਂ ਬਣਾ ਕੇ, 2 ਇੱਧਰ ਇੱਕ ਇੱਧਰ, ਆਰਾਮ ਨਾਲ। ਤੇ ਉਦੋਂ ਨਹੀਂ ਅਕਲ ਸੀਗੀ ਮੈਨੂੰ, ਬਿਲਕੁਲ ਵੀ ਨਹੀਂ ਸੀ। ਮੈਨੂੰ ਇਹ ਸੀਗਾ ਆਪਣਾ ਅੱਗੇ ਵਧਣਾ, ਨਾਟਕ ਅੱਗੇ ਕਰਨਾ, ਸਜਣ ਸੁਜਣ ਦਾ ਨਹੀਂ ਸੀ। ਤੇ ਮੈਨੂੰ ਉਹਨੂੰ ਦੇਖ ਕੇ ਲੱਗੇ, ਮੈਂ ਕਿਹਾ ਹਾਏ ਰੱਬਾ ਮੇਰਾ ਤੇ ਇੱਥੇ ਹੋਣਾ ਹੀ ਨਹੀਂਗਾ। ਮੈਂ ਕਿਹਾ ਸੋਹਣੀਆਂ ਸੋਹਣੀਆਂ ਜਿਹੀਆਂ ਕੁੜੀਆਂ ਆ, ਮੇਰਾ ਨਹੀਂ ਇੱਥੇ ਕੁਛ। ਉੱਥੇ ਅੱਗੇ ਡਰਾਤਾ ਹੋਰ ਪਿਊਸ਼ਰਾ ਜੀ ਨੇ, ਉਹਨਾਂ ਨੇ ਰੋਕ ਲਿਆ। ਪਹਿਲਾਂ ਉਹ ਕੁਛ ਪੁੱਛਿਆ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਇੱਥੇ ਨਹੀਂ ਕਰਦੀ। ਹੁਣ ਮੈਨੂੰ ਕਿਹਾ ਗਾ, ਮੈਂ ਕਿਹਾ ਅੱਛਾ। ਮੈਨੂੰ ਉਹਨਾਂ ਨੇ ਕਿਹਾ ਗਾਉਣਾ ਆਉਂਦਾ? ਹਾਂਜੀ ਆਉਂਦਾ। ਤੇ ਮੈਂ ਤੇ ਇੱਥੇ ਗਵਾਉਂਦੇ ਆ? ਮੈਂ ਕਿਹਾ ਨਹੀਂ ਗਾਣਾ ਆਤਾ, गाओ चलो। मैं अपने लगी ऊंचे वाले सुर पे, पूरा ऊंचा सुर करके गाया।
ਤੇ ਉਹਨੇ ਮੈਨੂੰ ਗਾਉਣ ਤੋਂ ਬਾਅਦ ਕਹਿੰਦੇ ਕਿ कोई इधर आओ, स्टेज पे गाती हो क्या? मैं कहा नहीं। कहते तूने तो सारा स्कूल ही उठा लिया सिर पे। कहते हाँ ठीक है, अब थोड़ा सुर पे ऊपर भी ध्यान देना। तो ये मेरा पहला ਉੱਥੇ ਐਂਟਰੀ ਸੀਗੀ ਸਕੂਲ ਦੇ ਵਿੱਚ, ਜੋ ਪਿਊਸ਼ ਮਿਸ਼ਰਾ ਨਾਲ ਮੇਰਾ ਇੰਟਰੈਕਸ਼ਨ। ਉਸ ਤੋਂ ਬਾਅਦ ਮੈਂ ਜਦੋਂ ਅੰਦਰ ਗਈ ਔਰ ਸਾਰੇ ਸਾਡੇ ਜਿੱਦਾਂ ਜੋ ਵੀ ਉੱਥੇ ਸਿਸਟਮ ਹੁੰਦਾ ਹੈ, ਜੌਨ ਸਰ, ਰੋਬਿੰਦਾ ਸਰ ਔਰ ਬਾਕੀ ਜਿੰਨੇ ਵੀ ਸਰ ਉੱਥੇ, ਮੈਂ ਸਭ ਤੋਂ ਬੈਰੀ ਜੌਨ ਸਰ ਨੂੰ ਦੇਖ ਕੇ ਬਹੁਤ ਇੰਪ੍ਰੈਸ ਹੋਈ। ਮੈਂ ਕਿਹਾ ਮਾਈ ਗॉड, ਇੱਥੇ ਵੀ ਪੜਾਉਂਦੇ ਆ ਵੀ ਹੁਣ ਬਬਲੀ ਮੈਂ ਇੱਥੇ ਹੀ ਪੜ੍ਹਨਾ ਹੈ, ਮੈਂ ਇੱਥੇ ਆਣਾ ਆ ਭਾਵੇਂ ਕੁਛ ਵੀ ਹੋ ਜਾਏ। ਅੰਗਰੇਜ਼ੀ ਵੀ ਪੜਾਉਂਦੇ ਆ, ਇਹਦਾ ਮਤਲਬ ਇਹ ਕੁਛ ਤਾਂ ਹੈਗਾ ਸਕੂਲ ਜਿੱਥੇ ਪੜਾਉਂਦੇ ਨੇ। ਬਸ ਮੈਂ ਉਹ ਦਰਵਾਜ਼ਾ ਲੰਘੀ, ਮੈਨੂੰ ਇਹ ਹੈ ਵੀ ਇਹ ਦਰਵਾਜ਼ਾ ਅੱਜ ਲੰਘੀ ਆ ਤੇ ਇਸ ਤੋਂ ਬਾਅਦ ਮੈਂ ਫੇਰ ਇੱਥੇ ਆਉਣਾ ਆ। ਇਹ ਜਿੱਦਾਂ ਇੱਕ ਕੁੜੀ ਨੂੰ ਕਹਿੰਦੇ ਨੇ ਨਾ, ਵਿਆਹ ਕਰਾ ਕੇ ਇੱਕ ਕੁੜੀ ਰਾਈਟ ਪੈਰ ਅੰਦਰ ਰੱਖਦੀ ਹੈ, ਲਿਟਰਲੀ ਮੈਂ ਉਹ ਮੇਰਾ ਡਰਾਮਾ ਜਿਹਾ ਸ਼ੁਰੂ ਹੋ ਗਿਆ। ਮੈਂ ਥੋੜੀ ਡਰਾਮਾ ਸੀਗੀ। ਮੈਂ ਰਾਈਟ ਪੈਰ ਏਦਾਂ ਰੱਖਿਆ ਵੀ ਬਬਲੀ ਅੱਜ ਜਿਹੜਾ ਕਦਮ ਇੱਥੇ ਰੱਖਣਾ, ਇੱਥੇ ਵਾਪਸ ਆਉਣਾ ਹੀ ਆ ਭਾਵੇਂ ਕੁਛ ਵੀ ਹੋ ਜਾਏ। ਫਿਰ ਮੈਂ ਤੋਂ ਅੰਦਰ ਜਿੱਦਾਂ ਉਹ ਐਕਸਰਸਾਈਜ਼ ਕਰਾਉਂਦੇ ਨੇ, ਇੱਕ ਦਿਨ ਏਦਾਂ ਆ ਉਹ ਸਾਨੂੰ ਕਹਿੰਦੀ ਕਿ ਮਤਲਬ ਜਿੱਦਾਂ ਦੇ ਲੋਕ ਸੀਗੇ, ਕਾਲੇ ਪੀਲੇ ਜੇ, ਰਾਮਿੰਦਰ ਸਾਹੂ, ਓਏ ਇਹ ਮੋਟੇ ਮੋਟੇ ਲੋਕ। ਮੈਂ ਕਿਹਾ ਰੱਬਾ ਇਹਨਾਂ ਦੀ ਤਾਂ ਹੋਣੀ ਨਹੀਂ। ਮੈਂ ਦੇਖ ਕੇ ਕਹਿਤਾ, ਮੈਂ ਕਿਹਾ ਇਹਨਾਂ ਮੇਰੀ ਹੋ ਰਹਿਣੀ ਹੈ। ਇਹਨਾਂ ਏਦਾਂ ਦੇ ਪੂਰਾ ਲਿਟਰਲੀ ਇਹੋ ਜਿਹੀਆਂ ਗੱਲਾਂ ਸੋਚਦੀ ਸੀ। ਹੁਣ ਅਗਰ ਰੋਏ ਵੀ ਸੁਣੇਗਾ ਮਚਿੰਦਰ ਸਾਹਿਬ ਉਹਨਾਂ ਨੇ ਮੈਨੂੰ ਮਾਰ ਦੇਣਾ। ਉਹਨਾਂ ਸੱਚੀ ਮੋਟੇ ਜਿਹੇ ਲੋਕ, ਮਤਲਬ ਮੇਰੀ ਉਮਰ ਤੋਂ ਜ਼ਿਆਦਾ ਕਈ ਲੋਕ ਸੀਗੇ ਉੱਥੇ ਐਡਮਿਸ਼ਨ ਲੈਣ ਵਾਲੇ, ਹੁਸੈਨ ਜਿੱਦਾਂ ਇਸ ਤਰ੍ਹਾਂ। ਫਿਰ ਇੱਕ ਦਿਨ ਉਹਨੇ ਮੈਨੂੰ ਸਾਨੂੰ ਬਿਠਾ, ਸਟੂਡੈਂਟਸ ਨੂੰ ਇੱਕ ਦਿਨ ਬਿਠਾ ਕੇ ਮੈਨੂੰ ਕਹਿੰਦੇ ਕਨੌਟ ਪਲੇਸ ਬਿਠਾਤਾ, ਜਾ ਕੇ ਸਟੇਸ਼ਨ ਛੋੜ ਦਿੱਤਾ। ਕਹਿੰਦੇ ਮੈਨੂੰ ਕਨੌਟ ਪਲੇਸ ਆਤਾ। ਉਹਨਾਂ ਨੇ ਕਿਹਾ ਤੈਨੂੰ 1 ਘੰਟੇ ਬਾਅਦ ਅਸੀਂ ਇੱਥੋਂ ਲੈ ਜਾਵਾਂਗੇ। ਮੈਂ ਇੱਥੇ ਕੀ ਕਰਨਾ? ਤੇ ਕਹਿੰਦੇ ਵੀ ਯਾਰ ਵੀ ਤੈਨੂੰ ਸਾਹਮਣੇ ਹੈ ਨਾ, ਤੈਨੂੰ ਅੱਖਾਂ ਦੇ ਸਾਹਮਣੇ ਜੋ ਵੀ ਤੈਨੂੰ ਇਹਦੀ ਪੇਂਟਿੰਗ ਬਣਾ ਇੱਥੇ ਬੈਠ ਕੇ। ਮੈਨੂੰ ਇੰਨਾ ਯਾਦ ਹੈ ਜਿਵੇਂ ਕਨੌਟ ਪਲੇਸ, ਮੈਨੂੰ ਉਹ ਯਾਦ ਹੈ। ਥੱਲੇ ਮੈਨੂੰ ਪੇਂਟਿੰਗ ਨਾਮ ਦੀ ਕੁਛ ਅਕਲ ਹੀ ਨਹੀਂ ਸੀ। ਪੇਂਟਿੰਗ ਮੈਂ ਤੇ ਕਦੀ ਡਰਾਇੰਗ ਨਹੀਂ ਕੀਤੀ, ਆ ਪੇਂਟਿੰਗ ਮੈਂ ਕਿੱਦਾਂ ਕਰੂੰਗੀ? ਫਿਰ ਪਤਾ ਨੇ ਕਿੱਦਾਂ ਮੈਨੂੰ ਸ਼ਕਤੀ ਜੀ ਦਿੱਤੀ ਕਿ ਮੈਂ ਉੱਥੇ ਜਿਹੜੀ ਡਿਟੇਲ ਕੀਤਾ ਨਾ, ਕਿ ਜਿਹੜੇ ਉੱਥੇ ਕਾਗਜ਼ ਵੀ ਪਿਆ ਦਿਖਦਾ ਸੀਗਾ ਉਹਨੂੰ ਵੀ ਐ ਕਰਕੇ ਗੋਲ ਕਰ ਦੇਣਾ। ਫਿਰ ਤਾਰਾਂ ਦੀਆਂ ਤਾਂ ਮੈਂ ਐ ਲਾਈਨਾਂ ਜੀਆਂ ਮਾਰੀਆਂ, ਡੱਬੇ ਜੇ ਬਣਾਤੇ, ਬੱਸ ਚੌੜਾ ਜਿਹਾ ਡਿੱਬਾ ਬਣਾਤਾ, ਟਰੱਕ ਦਾ ਮੂੰਹ ਅਲਜਾ ਕਰਤਾ, ਇਹ ਫਿਰ ਨੀਚੇ ਲਿਖੇ ਦੇ ਟਰੱਕ, ਬੱਸ, ਇਹ ਉਹ ਇੰਨੀ ਡਿਟੇਲ ਵਰਕ ਕੀਤੀ ਕਿ ਮੈਨੂੰ ਬਾਅਦ ਵਿੱਚ ਰੋਬਿਨ ਸਰ ਨੇ ਕਿਹਾ ਕਿ ਤੈਨੂੰ ਪਤਾ ਤੇਰੀ ਸਿਲੈਕਸ਼ਨ ਕਿਉਂ ਹੋਈ? ਕਿਉਂਕਿ ਤੂੰ ਮਾਈਨਿਊਟ ਚੀਜ਼ਾਂ, ਤੇਰੀ ਡਰਾਇੰਗ ਬਿਲਕੁਲ ਅੱਛੀ ਸੀਗੀ, ਤੇਰੀ ਪੇਂਟਿੰਗ ਇੰਨਾ ਮਾਈਨਿਊਟ ਕੰਮ ਕੀਤਾ ਸੀਗਾ, ਬਹੁਤ ਅੱਛਾ। ਮੈਨੂੰ ਉਦੋਂ ਬੈਰੀ ਜੌਨ ਸਰ ਨੇ ਵੀ ਮੈਨੂੰ ਇਹੀ ਕਿਹਾ, ਜਦੋਂ ਉਹਨਾਂ ਨੇ ਕਲਾਸ ਦੇ ਵਿੱਚ ਸਾਨੂੰ ਐਕਟਿੰਗ ਕਲਾਸਿਸ ਵਿੱਚ ਲੈ ਜਾਂਦੇ ਸੀਗੇ, ਇੱਕ ਉਹਨਾਂ ਨੇ ਫੜਾ ਕੇ ਕਹਿ ਦਿੱਤਾ ਕਿ ਇਹਨੂੰ ਇੰਪਰੋਵਾਈਜ਼ ਕਰੋ। ਬਸ ਪਈ ਇੰਨੀ ਜ਼ੋਰ ਦੀ। ਮੈਂ ਕਿਹਾ ਵੀ ਜਦ ਕਿ ਮੈਂ ਡਰਾਮਾ ਤੋਂ ਸੀਗੀ, ਪਰ ਮੈਨੂੰ ਐ ਲੱਗਿਆ ਹੁਣ ਉਹੀ ਤਾਂ ਕਰਕੇ ਆਈ ਹਾਂ, ਇਹ ਚੀਜ਼ਾਂ ਤੇ ਕੀਤੀਆਂ ਫਿਰ ਕਰਨੀਆਂ ਆਈਆਂ, ਚਲੋ ਕੋਈ। ਪਰ ਮੈਂ ਕੈਜੂਅਲ ਅਪਰੋਚ ਨਾਲ ਗਈ, ਪਰ ਮੈਂ ਉੱਥੋਂ ਸੀਰੀਅਸ ਹੋ ਕੇ ਆਈ। ਕੈਜੂਅਲ ਅਪਰੋਚ ਸੀਗੀ, ਮੈਨੂੰ ਲੱਗਾ ਮੇਰਾ ਤਾਂ ਹੋ ਹੀ ਜਾਣਾ, ਮੈਂ ਕਰਕੇ ਆਈ। ਇਹ ਤਾਂ ਸੀ ਮੇਰਾ ਮੇਰੇ ਅੰਦਰ ਇਹ ਗਲਤ ਚੀਜ਼ ਸੀਗੀ, ਉਹ ਮੈਨੂੰ ਹੁਣ ਸਮਝ ਆਉਂਦਾ ਕਿਉਂਕਿ ਉਦੋਂ ਬੱਚੀ ਸੀਗੀ। ਤੇ ਉਹ ਚੀਜ਼ਾਂ ਫਿਰ ਮੈਂ ਜਿੱਦਾਂ ਦਾ ਉੱਥੇ ਮੇਰਾ ਪ੍ਰੋਸੈਸ ਰਿਹਾ ਸੀਗਾ, ਮੈਂ ਦੱਸਾਂ ਮੈਂ ਐ ਦੀਵਾਲੀਆਂ ਸੀ ਆਪਣੇ ਚਾਰੋਂ ਤਰਫ। ਮੈਨੂੰ ਇਹ ਸੀਗਾ ਕਿ ਮੈਂ ਫੈਮਿਲੀ ਦੇ ਵਿੱਚ ਹੁਣ ਮੈਂ ਆਪਣੇ ਪਾਪਾ ਨੂੰ ਜਾ ਕੇ ਕਹਿ ਸਕਦੀ ਹਾਂ ਕਿ ਜੇ ਮੇਰੇ ਕੁਝ ਕਰ ਸਕਦੇ ਨੇ ਤੇ ਮੈਂ ਪੰਜਵਾਂ ਪੁੱਤ ਵੀ ਕੁਝ ਕਰ ਸਕਦੀ ਹਾਂ। ਫਿਰ ਮੈਂ ਉੱਥੋਂ ਇੰਨਾ ਸੀਰੀਅਸਲੀ, ਕੇਵਲ ਜੀ ਮੈਂ ਤੁਹਾਨੂੰ ਦੱਸਾਂ, ਮੈਂ ਅੱਜ ਤੁਸੀਂ ਪਹਿਲੀ ਵਾਰੀ ਮੇਰੇ ਕੋਲੋਂ ਸੁਣ ਰਹੇ ਹੋਵੋਗੇ, ਜਿੰਨਾ ਵੀ ਮੈਂ ਯੂਨੀਵਰਸਿਟੀ ਤੋਂ ਸਿੱਖਿਆ, ਜਿੰਨਾ ਵੀ ਆਪਣੇ ਟੀਚਰਸ ਤੋਂ ਸਿੱਖਿਆ ਸੀਗਾ, ਉਹ ਮੈਂ ਇੱਥੇ ਆ ਕਰਕੇ ਮੈਂ ਉੱਥੇ ਵੀ ਉਹਨਾਂ ਦੀ ਵੀ ਬੇਇੱਜ਼ਤੀ ਹੋਣੀ ਜੇ ਮੇਰੀ ਇੱਥੇ ਸਿਲੈਕਸ਼ਨ ਨਹੀਂ ਹੋਈ, ਮੇਰੀ ਐਮਏ ਦੀ ਵੀ ਬੇਇੱਜ਼ਤੀ ਹੋਣੀ ਜੇ ਮੇਰੀ ਨੈਸ਼ਨਲ ਡਰਾਮਾ ਸਿਲੈਕਸ਼ਨ ਨਹੀਂ। ਇਸ ਕਰਕੇ ਮੇਰਾ ਫਸਟ ਅਟੈਂਪਟ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਉੱਥੇ ਹੋ ਗਿਆ। ਔਰ ਦੂਜੀ ਗੱਲ ਇਹ ਸੀ ਕਿ ਜਦੋਂ ਮੈਂ ਤੇ ਮੈਂ ਕ੍ਰਿਸ਼ਨ ਦਿਵੇਦੀ ਸਾਨੂੰ ਹੀ ਦੱਸਿਆ ਸੀਗਾ, ਹੋਰ ਉਹਨੂੰ ਨੇ ਦੱਸਿਆ ਵੀ ਮੇਰੀ ਸਿਲੈਕਸ਼ਨ ਹੋ ਗਈ, ਕਿਸੇ ਨੂੰ ਵੀ ਨਹੀਂ ਪਤਾ ਸੀ। ਮੈਂ ਆਪਣੀ ਨਵਿੰਦਰ ਮੈਡਮ ਤੱਕ ਨੂੰ ਨਹੀਂ ਦੱਸਿਆ। ਉੱਥੇ ਡਰਦੇ ਇਹਨਾਂ ਨੇ ਕਹਿਣਾ ਤੂੰ ਛੁੱਟੀ ਲੈ ਕੇ ਉੱਥੇ ਗਈ, ਮੈਡਮ ਸੌਰੀ ਮਾਫ ਕਰ ਦਿਓ, ਹੁਣ ਮੈਂ ਮਾਫੀ ਲੈਣੀ ਆ ਤੁਹਾਡੇ ਕੋਲੋਂ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਮਤਲਬ ਹੁਣ ਯਾਦ ਆਉਂਦੀਆਂ ਕਿ ਕਿਸ ਤਰ੍ਹਾਂ, ਤੇ ਇਸ ਤਰ੍ਹਾਂ ਮੈਂ ਵਾਪਿਸ ਆ ਕੇ ਮੈਂ ਨੈਟ ਵੀ ਕਲੀਅਰ ਕੀਤਾ
ਉਹ ਨੈਟ ਦੇ ਵੀ ਐਗਜ਼ਾਮ ਸੀਗੇ। ਮੈਨੂੰ ਉਹ ਮੈਡਮ ਨੇ ਉਹਨਾਂ ਦੀ ਰਿਹਰਸਲ ਛੋੜ ਕੇ ਗਈ, ਨਵਨਿੰਦਰਾ ਨਹੀਂ ਨਾਦਿਰਾ ਬੱਬਰ ਜੀ ਦੀ ਰਿਹਰਸਲ ਛੋੜ ਕੇ ਗਈ। ਮੈਂ ਨੈਟ ਵੀ ਕਲੀਅਰ ਕਰ ਲਿਆ ਉਹਨਾਂ ਦਿਨਾਂ ਦੇ ਵਿੱਚ। ਮੈਂ ਐਮਏ ਦੇ ਸਿਲੈਕਸ਼ਨ ਉੱਥੇ ਮੇਰੀ ਹੋ ਗਈ ਨਾ। ਮੈਂ ਕੀਰਤੀ ਮੈਮ ਸੀਗੇ, ਕੀਰਤੀ ਮੈਮ ਨੂੰ ਕਿਹਾ ਕਿ ਮੈਂ ਐਗਜ਼ਾਮ ਨਹੀਂ ਹੋਏ, ਐਗਜ਼ਾਮ ਮੇਰੇ ਹੋਣੇ ਆ, ਮੇਰੇ ਐਮਏ ਦਾ ਤੇ ਮੈਂ ਤੇ ਹੱਲ ਨਹੀਂ ਕਰ ਸਕਦੀ, ਮੇਰਾ ਪੂਰਾ 1 ਮਹੀਨਾ ਚੱਲਣੇ। ਤੇ ਮੈਂ ਕੇਵਲ ਸੀ ਇੱਕ, ਤੁਹਾਨੂੰ ਪਤਾ ਹੀ ਹੋਣਾ, ਮੈਂ 1 ਮਹੀਨਾ ਬਾਅਦ ਗਈ ਸੀ। ਸਾਰੇ ਸਾਡੇ ਸਟੂਡੈਂਟ ਉੱਥੇ ਚਲੇ ਗਏ ਸੀਗੇ ਔਰ ਐਨਐਸ 1 ਮਹੀਨਾ ਬਾਅਦ ਵਿੱਚ ਜੁਆਇਨ ਕੀਤਾ ਸੀਗਾ। ਸਾਰੇ ਵੇਟ ਕਰ ਰਹੇ ਸੀਗੇ। ਤੇ ਹੁਣ ਵੀ ਮੈਨੂੰ ਯਾਦ ਹੈਗਾ ਕਿ ਅਨੂਪ ਸਾਰੇ ਕਹਿੰਦੇ ਸੀਗੇ ਓਏ ਹੋਏ ਸਾਰੇ, ਮੈਨੂੰ ਕਿਹਾ ਹੁਣ ਸਾਰੇ ਸਾਹਮਣੇ ਕਹਿ ਰਹੀ ਹਾਂ ਤਾਂ ਜਿੰਨੇ ਵੀ ਸਾਰੇ ਸੁਣ ਰਹੇ ਥੇ ਕਹਿੰਦੇ ਕੇਵਲ ਜੀ ਇੱਕ ਕੁੜੀ ਪਟਾਕਾ ਆ ਰਹੀ ਹੈ ਸਾਡੀ ਯੂਨੀਵਰਸਿਟੀ ਤੋਂ। ਮੈਨੂੰ ਸਾਰਿਆਂ ਨੇ ਦੱਸਿਆ। ਹਾਂ, ਤੇ ਬਾਅਦ ਵਿੱਚ ਪਤਾ ਚੱਲਿਆ ਨਹੀਂ, ਕੇਵਲ ਜੀ ਨੇ ਇਹ ਸ਼ਾਇਦ ਕਿਹਾ ਸੀਗਾ ਵੀ ਸਾਡੀ ਆਪਣੀ ਕੁੜੀ ਆ ਰਹੀ ਹੈ ਔਰ ਪੰਜਾਬੀ ਯੂਨੀਵਰਸਿਟੀ ਤੋਂ ਐਮਏ ਕਰਕੇ ਆ ਰਹੀ ਹੈ ਤੇ ਜ਼ਰੂਰ ਕੁਝ ਕੀਤਾ ਹੀ ਹੋਏਗਾ। ਤੋ ਏਦਾਂ ਫਿਰ ਮੇਰੀ ਉੱਥੇ ਸਿਲੈਕਸ਼ਨ ਹੋ ਗਈ। ਇੱਧਰ ਆਪਣੇ ਐਗਜ਼ਾਮ ਵੀ ਦਿੱਤੇ, ਐਮਏ ਵੀ ਕਰ ਲਈ, ਹੋਸਟਲ ਤੋਂ ਸਮਾਨ ਚੁੱਕਿਆ ਤੇ ਦੂਜੇ ਹੋਸਟਲ ਦੇ ਵਿੱਚ ਆ ਗਈ। ਇੱਕ ਜ਼ਰੂਰ ਦੱਸੋ ਕੇਵਲ ਜੀ, ਇੱਕ ਜ਼ਰੂਰ ਦੱਸੂਗੀ ਗੱਲ, ਜਦੋਂ ਮੈਂ ਘਰ ਜਾ ਕੇ ਆਪਣੇ ਭਰਾ ਨੂੰ, ਜਿਹੜੇ ਅੱਜ ਆਈਪੀਐਸ ਆਫੀਸਰ ਨੇ ਦਿੱਲੀ ਦੇ ਵਿੱਚ, ਉਹਨਾਂ ਨੂੰ ਕਿਹਾ ਵੀ ਮੇਰੀ ਨਾ ਐਨਐਸਡੀ ਸਿਲੈਕਸ਼ਨ ਹੋ ਗਈ। ਉਹਨਾਂ ਨੇ ਜਿਹੜੀ ਮੈਨੂੰ ਲੁੱਕ ਦਿੱਤੀ ਮੈਨੂੰ ਅੱਜ ਵੀ ਆ। ਉਹਨਾਂ ਨੇ ਕੀ ਕਿਹਾ, ਕਹਿੰਦਾ ਐਨਐਸਡੀ ਐਵੇਂ ਥੋੜੀ ਉਹ ਤੇਰੀ ਹੋ ਜਾਏਗੀ, ਕਹਿੰਦੇ ਐਵੇਂ ਤਾਂ ਤੇਰੀ ਹੋ ਜਾਏਗੀ। ਮੇਰੇ ਭਰਾ ਨੇ ਮੈਨੂੰ ਕਿਹਾ ਤੇ ਪਿਆਰ ਕਰਦੇ ਸੀ ਐਕਚੁਅਲੀ ਉਹ ਮੈਨੂੰ ਸ਼ਾਇਦ ਉਹ ਕਦਮ ਕਦਮ ਤੇ ਮੈਨੂੰ ਚੈਲੰਜ ਦਿੰਦੇ। ਉਹਨਾਂ ਨੇ ਮੈਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਲਿਟਰਲੀ ਹੋ ਗਈ ਆ, then that was the day ਕਿ ਮੈਨੂੰ ਇੱਕ ਥੋੜੀ ਰਿਸਪੈਕਟ, ਬ੍ਰਦਰਸ ਫਾਦਰ ਤਾਂ ਕੁਝ ਕਹਿੰਦੇ ਹੀ ਨਹੀਂ ਸੀ। ਹੈਲੋ, ਹਾਂ ਬਬਲੀ, ਮੇਰੇ ਖਿਆਲ ਤੇਰੇ ਫੋਨ ਦੇ ਵਿੱਚ ਕੋਈ ਕਾਲ ਆ ਗਈ ਹੈ ਜਾਂ ਰੁਕ ਗਿਆ। ਅਬ ਅਸੀਂ ਉਨੀ ਦੇਰ ਪ੍ਰੀਤ ਕੋਲੋਂ ਗੱਲਾਂ ਸੁਣਦੇ ਹਾਂ। ਯੂਨੀਵਰਸਿਟੀ ਦੇ ਸਾਰੇ ਟੀਚਰਸ ਦਾ ਥੈਂਕ ਯੂ ਕਰਦੇ ਹਾਂ ਅੱਜ ਇੱਥੇ। ਹਾਂ ਬਬਲੀ, ਹਾਂਜੀ ਹਾਂਜੀ, ਤੁਹਾਡਾ ਵਿੱਚੋਂ ਨੈਟ ਰੁਕ ਗਿਆ ਸੀਗਾ, ਹੁਣ ਤੁਰ ਪਿਆ, ਠੀਕ ਹੈ। ਹੈਲੋ ਬਬਲੀ, ਹੁਣ ਆਪਾਂ ਹੈਲੋ, ਤੁਹਾਨੂੰ ਆਵਾਜ਼ ਸੁਣ ਰਹੀ ਬਬਲੀ? ਸੁਣਾਈ ਨਹੀਂ ਰਿਹਾ। ਹੁਣ ਸੁਣਾਈ ਦੇ ਰਿਹਾ? ਸੁਣਾਈ ਨਹੀਂ ਰਿਹਾ। ਹੁਣ ਸੁਣਾਈ ਦੇ ਰਿਹਾ? ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਮੇਰੇ ਕੋਲ ਤਾਂ ਬੜੀ ਆ ਰਹੀ ਤੇਰੀ ਆਵਾਜ਼। ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਇੱਕ ਸੈਕਿੰਡ, ਆਵਾਜ਼ ਨਹੀਂ ਆਈ ਤੁਹਾਡੀ। ਹੁਣ ਆ ਰਹੀ? ਦੇਖੋ ਤੁਹਾਡੀ ਆਵਾਜ਼ ਨਹੀਂ ਆਵਾਜ਼ ਆ ਰਹੀ, ਆਵਾਜ਼ ਆ ਰਹੀ। ਹੈਲੋ ਹੈਲੋ ਹੈਲੋ, ਨਹੀਂ ਫਸ ਰਹੀ ਹੈ, ਕਰੈਕ ਕਰ ਰਹੀ। ਹਾਂ ਹਾਂ, ਇਹ ਤੁਸੀਂ 2 ਮਿੰਟ ਰੁਕ ਜਾਓ ਬਬਲੀ, 2 ਮਿੰਟ ਰੁਕੋ ਤੁਸੀਂ। ਮੇਰੀ ਫੋਟੋ ਦਿਖ ਰਹੀ ਹੈ? ਨਹੀਂ ਆ ਰਹੀ। ਰੱਬਾ, ਹਾਂ ਨਹੀਂ ਆ ਰਹੀ। ਪ੍ਰੀਤ, ਮੈਂ ਆਪਾਂ ਉਨੀ ਦੇਰ ਗੱਲ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ। ਤੇ ਤੁਸੀਂ ਜਦੋਂ ਐਨਐਸਡੀ ਗਏ ਫਿਰ ਤੁਹਾਡੇ ਨਾਲ ਕਿੱਦਾਂ ਦੇ ਕਿਹੜੇ ਲੋਕ ਸੀਗੇ ਕਲਾਸਮੇਟ ਤੁਹਾਡੇ, ਜ਼ਰਾ ਥੋੜਾ ਜਿਹਾ ਉਹ ਵੀ ਦੱਸੋ। ਤੇ ਕਿੱਦਾਂ ਦੇ ਕੰਮ ਕੀਤੇ ਜਿਹੜੇ ਉੱਥੇ ਰਹਿੰਦੇ ਹੋਏ, ਕਿ ਉੱਥੋਂ ਕਿੱਦਾਂ ਦੀ ਤਾਕਤ ਮਿਲੀ? ਜੀ ਜੀ ਭਾਜੀ ਜੀ, ਐਕਚੁਅਲੀ ਐਨਐਸਟੀ ਜਾਣ ਦੀ ਜਿਹੜੀ ਮੇਰੀ ਇੱਛਾ ਮੇਰੇ ਅੰਦਰ ਜਾਗੀ, ਉਹ ਐਨਐਸਟੀ ਦੀ ਵਰਕਸ਼ਾਪ ਤੋਂ ਜਾਗੀ ਸੀ। ਅੱਛਾ, ਉਦੋਂ ਫਸਟ ਟਾਈਮ ਮੈਂ ਐਨਐਸਟੀ ਦੀ ਫੈਕਲਟੀ ਨੂੰ ਮਿਲਿਆ, ਰੋਬਿਨ ਦਾ, ਆਲੋਕ ਚੈਟਰਜੀ, ਪ੍ਰਸੰਨਾ ਸਰ ਔਰ ਆਪਣੇ ਕਾਰਨ ਸਰ, ਕੀਰਤੀ ਜੈਨ ਮੈਡਮ। ਤਾਂ ਉਸ ਵਰਕਸ਼ਾਪ ਨੇ ਐਕਚੁਅਲੀ ਮਤਲਬ ਜੋ ਰਵਾਇਤੀ ਅਸੀਂ ਰੰਗਮੰਚ ਕਰ ਰਹੇ ਸੀ ਵੀ ਸਕ੍ਰਿਪਟ ਫੜੀ, ਰਿਹਰਸਲ ਕੀਤੀ ਤੇ ਸ਼ੋਅ ਕਰ ਦਿੱਤਾ, ਉਹਨੇ ਸਾਰਾ ਜਿਹੜਾ ਦਿਮਾਗ ਚੋਂ ਜੋ ਪਿਆ ਸੀ ਉਹ ਕੱਢ ਦਿੱਤਾ ਵੀ ਰੰਗਮੰਚ ਐਕਚੁਅਲੀ ਕੋਈ ਲਿਮਿਟਿਡ ਜੀ ਸਪੇਸ ਦੇ ਵਿੱਚ ਲਿਮਿਟਿਡ ਸੰਵਾਦਾਂ ਨਾਲ ਖੇਡਣ ਵਾਲੀ ਚੀਜ਼ ਨਹੀਂ ਹੈ। ਇਹ ਬਹੁਤ ਵਿਸਤ੍ਰਿਤ ਹੈ, ਬਹੁਤ ਇਹਦੇ ਅੱਗੇ ਇੱਕ ਜਰਨੀ ਹੈ ਪੂਰੀ ਤਰ੍ਹਾਂ ਦੀ। ਤਾਂ ਮੈਂ ਉਸ ਦਿਨ ਤੋਂ ਮੈਨੂੰ ਲੱਗਿਆ ਕਿ ਨਹੀਂ, ਮੈਂ ਹਾਲਾਂਕਿ ਮੈਂ ਦਿੱਲੀ ਯੂਨੀਵਰਸਿਟੀ ਟੌਪਰ ਸੀ ਉਦੋਂ, 10 ਟੌਪਰਾਂ ਦੇ ਵਿੱਚ ਸੀਗਾ ਮੈਂ। ਫਾਦਰ ਸਾਹਿਬ ਚਾਹੁੰਦੇ ਸੀ ਮੈਂ ਆਈਐਸ ਕਰਾਂ, ਪਰ ਮੈਂ ਕਿਹਾ ਮੈਨੂੰ ਇੱਕ ਵਾਰ ਐਨਐਸਟੀ ਦੇ ਲੈਣ ਦਿਓ, ਅਗਰ ਮੇਰਾ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਮੈਂ ਆਪਦਾ ਤਿਆਰੀ ਕਰਾਂਗਾ। ਸੋ ਮੈਂ ਮਤਲਬ 6 ਮਹੀਨੇ ਤਿਆਰੀ ਕਰਦਾ ਰਿਹਾ, ਜਿਵੇਂ ਜਿਵੇਂ ਮੇਰੇ ਸੀਨੀਅਰਸ ਮੈਨੂੰ ਗਾਈਡ ਕਰਦੇ ਰਹੇ। ਜਿਸ ਤਰ੍ਹਾਂ ਅਸੀਂ ਡਰਾਮਾ ਸਕੂਲ ਆਉਣਾ ਜਾਣਾ ਤਾਂ ਰਹਿੰਦਾ ਹੀ ਸੀਗਾ, ਮੰਡੀ ਹਾਊਸ ਹੀ ਅਸੀਂ ਰਿਹਰਸਲਾਂ ਕਰਦੇ ਸੀ। ਜਦੋਂ 4 ਦਿਨ ਦੀ ਵਰਕਸ਼ਾਪ ਲੱਗੀ ਤਾਂ ਪਹਿਲੀ ਵਾਰ ਮੇਰੇ ਮਤਲਬ ਵਰਕਸ਼ਾਪ ਕਰਨ ਦੇ ਬਾਵਜੂਦ ਵੀ ਐਨਐਸਟੀ ਦੀ
ਦਿਲ ਜਾ ਧੜਕਿਆ ਵੀ ਕੁਝ ਹੋਏਗਾ ਕਿ ਨਹੀਂ ਹੋਏਗਾ, ਕਿਉਂਕਿ ਡਰਾ ਦਿੰਦੇ ਆ ਨਾਲ ਦੇ ਵੀ ਇੱਥੇ ਐ ਹੁੰਦਾ, ਇੱਥੇ ਇਹ ਹੁੰਦਾ, ਇੱਥੇ ਉਹ ਹੁੰਦਾ। ਜੋ ਤੁਸੀਂ ਵੇਖਿਆ ਹੁੰਦਾ, ਕਈ ਵਾਰ ਨਹੀਂ ਵੀ ਵੇਖਿਆ ਹੁੰਦਾ, ਉਹਦੇ ਤੇ ਵੀ ਯਕੀਨ ਕਰਵਾ ਦਿੰਦੇ ਆ ਕਿ ਐਂ ਵੀ ਹੁੰਦਾ। ਹਾਂ। ਲੇਕਿਨ ਜਦੋਂ ਪਹਿਲਾ ਦਿਨ ਸਾਡਾ ਗਿਆ, ਮਤਲਬ ਪ੍ਰੀਲਿਮ ਇੰਟਰਵਿਊ ਤੋਂ ਬਾਅਦ ਜੋ ਵਰਕਸ਼ਾਪ ਦੇ 4 ਦਿਨਾਂ ਦੀ ਮੈਂ ਗੱਲ ਕਰਦਾ, ਤੇ ਉਹ ਪਹਿਲਾ ਦਿਨ ਗਿਆ ਤਾਂ ਏਦਾਂ ਲੱਗਿਆ ਵੀ ਮਤਲਬ ਮੌਜ ਮਸਤੀ 'ਚ ਹੀ ਨਿਕਲ ਗਿਆ। ਥੀਏਟਰ ਗੇਮ ਸੀਗੀਆਂ, ਕੁਛ ਇੰਪਰੋਵਾਈਜ਼ੇਸ਼ਨ ਸੀਗੀਆਂ, ਕਿਉਂਕਿ ਉਹ ਅਸੀਂ ਕਰਦੇ ਰਹੇ ਸੀ ਦਿੱਲੀ ਥੀਏਟਰ ਦੇ ਕੁਛ NST ਪਾਸ ਆਊਟ ਨਾਲ ਮੈਂ ਕੰਮ ਕੀਤਾ, ਉਹ ਵੀ ਏਦਾਂ ਦੇ ਪ੍ਰੋਸੈਸ 'ਚ ਕੰਮ ਕਰਦੇ ਸੀ। ਤਾਂ ਉਹ 4 ਦਿਨਾਂ ਦੇ ਵਿੱਚ ਮੈਨੂੰ ਮਜ਼ਾ ਬੜਾ ਆਇਆ। ਮੈਨੂੰ ਇਹ ਨਹੀਂ ਸੀਗਾ ਮੇਰਾ ਹੋ ਜਾਏਗਾ ਜਾਂ ਨਹੀਂ ਹੋਏਗਾ, ਪਰ ਮੈਨੂੰ ਸਵਾਦ ਬਹੁਤ ਆਇਆ ਵੀ ਹਾਂ ਠੀਕ ਹੈ, ਜੇ ਨਹੀਂ ਵੀ ਹੋਇਆ ਤਾਂ ਕੋਈ ਦਿੱਕਤ ਨਹੀਂ ਹੈ। ਪਰ ਮੇਰਾ ਸਿਲੈਕਸ਼ਨ ਹੋ ਗਿਆ। ਸਿਲੈਕਸ਼ਨ ਹੋਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਔਰ ਗੀਤਾਂਜਲੀ ਸ਼ੇਰੇਕਰ, ਅਸੀਂ ਦੋਵੇਂ 22 ਈਅਰ 올ਡ ਸੀਗੇ, ਔਰ ਬਾਕੀ ਸਾਰੇ ਵੱਡੇ, ਕਈਆਂ ਦੇ ਤੇ ਲਾਸਟ ਚਾਂਸ ਸੀਗੇ, ਔਰ ਮੰਝੇ ਹੋਏ ਐਕਟਰ, ਮਤਲਬ ਜਿਨ੍ਹਾਂ 'ਚ ਆਪਣਾ ਨਵਾਜ਼ੁਦੀਨ ਸਿੱਦੀਕੀ ਜੋ BNA ਕਰਕੇ ਆਇਆ ਸੀ, ਸਵਾਨੰਦ ਕਿਰਕਿਰੇ ਜੋ ਲਿਰਿਸਿਸਟ ਅੱਜ ਦੀ ਡੇਟ 'ਚ, ਚਿਤਰੰਜਨ ਤ੍ਰਿਪਾਠੀ, ਸੰਜੀਵ ਵਿਲਸਨ, ਮਤਲਬ ਇਹ ਸਾਰੇ ਮੈਚੋਰ ਆਰਟਿਸਟ, ਕੋਈ ਫੋਕ ਫਾਰਮ ਦੇ ਵਿੱਚ ਕਿਸੇ ਦੀ ਮਹਾਰਤ ਹੈ, ਕਿਸੇ ਦੀ ਕਾਸੇ 'ਚ। ਸਾਡੇ ਬੈਚ ਦੇ ਵਿੱਚ ਸਭ ਤੋਂ ਵੱਡੀ ਫਾਈਟ ਰੋਲ ਦੀ ਹੁੰਦੀ ਸੀਗੀ। ਜਿਹਨੂੰ ਇੱਕ ਵਾਰੀ ਰੋਲ ਮਿਲ ਗਿਆ ਮੇਨ, ਤਾਂ ਉਹਦਾ ਸ਼ਾਇਦ ਨੰਬਰ ਅਗਲੇ ਸਾਲ ਹੀ ਆਊਗਾ। ਮਤਲਬ ਡਾਇਰੈਕਟਰ ਵੀ ਕਈ ਵਾਰ ਕਨਫਿਊਜ਼ ਹੋ ਜਾਂਦੇ ਸੀ ਵੀ ਇੱਕ ਤਾਂ ਹਾਈਟ ਸੇਮ ਸਾਰਿਆਂ ਦੀ, ਲਗਭਗ 2-4 ਨੂੰ ਛੱਡ ਕੇ। ਫਿਰ ਸਾਡੇ ਬੈਚ ਦੇ ਵਿੱਚ ਇਹ ਹੁੰਦਾ ਸੀ ਵੀ ਯੂਨਿਟੀ ਬੜੀ ਹੋ ਜਾਂਦੀ ਸੀ, ਅਚਾਨਕ ਹੀ ਮੋਹ ਪ੍ਰੇਮ ਵੱਧ ਜਾਣਾ। ਤੇ ਜੇ ਕਿਸੇ ਨੂੰ ਛੋਟਾ ਰੋਲ ਵੀ ਮਿਲਿਆ, ਤੁਸੀਂ ਬਗਾਵਤ ਵੀ ਕਰਨਾ ਚਾਹੁੰਦੇ ਹੋ, ਤੁਸੀਂ ਕਹਿਣਾ ਵੀ ਚਾਹੁੰਦੇ ਹੋ ਕਿ ਮੈਂ ਨਹੀਂ ਕਰ ਸਕਦਾ ਇਹ ਰੋਲ, ਮੈਂ ਨਹੀਂ ਕਰਨਾ, ਮੈਨੂੰ ਉਹ ਚਾਹੀਦਾ, ਲਾਸਟ ਨਾਟਕ ਵੀ ਛੋਟਾ, ਨਹੀਂ ਨਹੀਂ ਨਹੀਂ, ਉਹ ਮਨਾ ਲੈਂਦੇ ਸੀ। ਤਾਂ ਸਾਡੇ ਬੈਚ ਦੇ ਵਿੱਚ ਥੋੜਾ ਜਿਹਾ ਇਹ ਟਸਲ ਰਹੀ ਹੈ ਕਿ 2 ਨਾਟਕਾਂ 'ਚ ਛੋਟੇ ਵੀ ਮਿਲ ਗਏ, 2 'ਚ ਵੱਡੇ ਵੀ ਮਿਲ ਗਏ, ਔਰ ਕਈ ਵਾਰੀ ਤੁਹਾਨੂੰ ਹਟਾ ਵੀ ਦਿੱਤਾ, ਐਲੀਮੀਨੇਟ ਵੀ ਕਰਤਾ। ਜਿੱਦਾਂ ਮੇਰੇ ਨਾਲ ਇੱਕ ਵਾਰ ਹੋਇਆ, ਮੈਂ ਜੋ NST ਦਾ ਪ੍ਰਸੰਨਾ ਸਰ ਆਏ, ਤੇ ਮੈਨੂੰ ਬੜੀ ਉਮੀਦ ਇਹਨਾਂ ਤੋਂ ਕਿ ਮੈਂ ਵਰਕਸ਼ਾਪ ਕੀਤੀ ਇਹਨਾਂ ਨਾਲ, ਮੈਨੂੰ ਜਾਣਦੇ ਐਜ਼ ਐਨ ਐਕਟਰ, ਮੈਨੂੰ ਕੰਮ ਦੇਣਗੇ। ਮੇਰੀ ਆਵਾਜ਼ ਸੁਣ ਕੇ ਮੈਨੂੰ ਕਹਿੰਦੇ ਵੀ ਤੂੰ ਤਾਂ ਸਟੇਜ ਡਾਇਰੈਕਟਰ ਹੈ, ਤੂੰ ਸਟੇਜ ਡਾਇਰੈਕਸ਼ਨ ਪੜ੍ਹਿਆ ਕਰ, ਤੂੰ ਐਕਟਰ ਹੈ ਹੀ ਨਹੀਂ। ਮੈਂ ਕਿਹਾ ਸਰ ਨੂੰ ਕੀ ਹੋ ਗਿਆ, ਵੀ 1 ਮਹੀਨੇ ਦੀ ਵਰਕਸ਼ਾਪ ਕੀਤੀ, ਉਹ ਤਾਂ ਬੜੀ ਸ਼ਾਬਾਸ਼ ਪਲੱਸ ਦੇ ਕੇ ਗਏ ਆ, ਮੈਨੂੰ ਸਾਰਾ ਕੁਝ ਕਰਕੇ ਗਏ ਆ। ਤਾਂ ਮੈਂ ਸਿਰਫ ਸਟੇਜ ਡਾਇਰੈਕਸ਼ਨ ਪੜ੍ਹਦਾ ਸੀ, ਉਹ ਰੀਡਿੰਗ ਕਰਵਾਉਂਦੇ ਸੀ, ਮੈਂ ਸਟੇਜ ਡਾਇਰੈਕਸ਼ਨ ਪੜ੍ਹਦਾ ਸੀ, ਔਰ ਮੈਂ ਜਾਣ ਕੇ ਨਾ ਜਿੱਥੇ ਨਹੀਂ ਵੀ ਪੜ੍ਹਨ ਦੀ ਲੋੜ ਹੁੰਦੀ ਸੀ ਉੱਥੇ ਪੜ੍ਹਦਾ ਸੀਗਾ, ਤਾਂ ਕਿ ਇਰੀਟੇਟ ਹੋ ਜਾਣ ਸਰ। फिर वो कहते मेरी आवाज सुन के कौन बोल रहा है, कौन है, किवें, अच्छा ठीक है पढ़ो पढ़ो, मैं सर बोला था आपने। अल्टीमेटली उन्होंने मैनू 3rd कास्ट ਦੇ ਵਿੱਚ ਰੱਖਿਆ। ਇੱਕ ਰੋਲ ਦਿੱਤਾ, ਪੰਡਿਤ ਦਾ ਰੋਲ ਸੀ, ਕਾਫੀ ਲੰਬਾ ਲੈਂਥੀ ਰੋਲ ਸੀਗਾ, ਉਹਦੇ ਚ ਗੰਜਾ ਹੋਣਾ ਸੀ। 3rd ਕਾਸਟ ਦੇ ਵਿੱਚ ਮਤਲਬ 2nd ਕਾਸਟ ਨੂੰ ਰਿਹਰਸਲ ਕਰਦੇ 12-1 ਵੱਜ ਜਾਂਦਾ ਸੀ। ਮੇਰੇ ਨਾਲ ਕੋਈ ਰਿਹਰਸਲ ਕਰਦਾ ਸੀ, 2 ਜਣੇ ਸੀ, ਇੱਕ ਮੇਰਾ ਬੈਚਮੇਟ ਹੋਰ ਸੀਗਾ ਕ੍ਰਿਸ਼ਨਾ ਸੰਪਾਗਾਓਕਰ, ਇੱਕ ਮੈਂ, ਅਸੀਂ 3rd ਕਾਸਟ, ਤੇ ਅਸੀਂ ਦੋਵੇਂ ਰਹਿ ਜਾਂਦੇ ਸੀ। ਬਸ ਉਹ ਉਹਨਾਂ ਦੀ ਬਲੌਕਿੰਗ ਦੇਖ ਕੇ, ਮੂਵਮੈਂਟ ਦੇਖ ਕੇ ਅਸੀਂ ਆਪਦੀ ਪ੍ਰੈਕਟਿਸ ਕਰਕੇ ਆ ਜਾਂਦੇ। ਇੱਕ ਦਿਨ ਪ੍ਰਸੰਨਾ ਜੀ ਨੇ ਕਿਹਾ, ਕਹਿੰਦੇ ਵੀ ਚਲੋ ਵਿਖਾਓ, ਮੈਂ ਸਾਰੇ ਕਾਸਟ ਦਾ ਦੇਖਾਂਗਾ ਅੱਜ। ਮੈਨੂੰ ਲੱਗਿਆ ਵੀ ਮੇਰਾ ਤਾਂ, ਮੈਂ ਪ੍ਰੋਪਰ ਐਕਟਰਾਂ ਨਾਲ ਟਾਈਮਿੰਗ ਹੀ ਨਹੀਂ ਹੋਈ, ਮੇਰਾ ਤਾਂ ਕੀ ਦੇਣਗੇ ਮੈਨੂੰ, ਮੈਂ ਫਿਰ ਉਹੀ ਸਟੇਜ ਡਾਇਰੈਕਸ਼ਨ ਹੀ ਪੜਾਂਗਾ। ਜਦੋਂ ਮੈਂ ਉਹ ਕੀਤਾ ਤਾਂ ਕੁਛ ਨਹੀਂ ਬੋਲੇ, ਕੋਈ ਰਿਐਕਸ਼ਨ ਨਹੀਂ ਸੀ, ਬਸ ਹਾਂ ਹਾਂ ਸਾਰਿਆਂ ਨੂੰ ਦੇਖ ਕੇ। ਤੇ ਮਤਲਬ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਜਾ ਰਹੇ ਤੇ ਪ੍ਰਸੰਨਾ ਜੀ ਮੈਸ ਚ ਆ ਰਿਹਾ, ਮੈਨੂੰ ਕਹਿੰਦੇ ਕਿ अरे तुमने बाल क्यों नहीं कटवाए? सर आपने कहा ही नहीं। नो नो यू आर डूइंग द पंडित जी, बाल कटवा के आओ। ਰਾਤ ਨੂੰ ਤਾਂ ਕਿੱਥੇ, ਮੈਂ ਸਵੇਰ ਉੱਠਦੇ ਹੀ NST ਦੇ ਹੋਸਟਲ ਤੋਂ ਬਾਹਰ ਭਾਜੀ ਵਾਲ ਕਟਵਾਏ, ਪਰ ਫਿਰ ਵੀ ਡਰ ਰਿਹਾ ਸੀਗਾ ਕਿ ਮੈਂ ਜੇ ਹੁਣ ਵੀ ਮਨਾ ਕਰ ਦਿੱਤਾ ਤਾਂ ਮੈਂ ਜਾਊਂਗਾ ਕਿੱਥੇ, ਮਤਲਬ ਤਾਂ ਬੜਾ ਵੱਡਾ ਮਜ਼ਾਕ ਹੋ ਜਾਣਾ ਵੀ ਵਾਲ ਵੀ ਕਟਵਾਏ ਤੇ ਰੋਲ ਵੀ ਨਹੀਂ ਮਿਲਿਆ। ਫਿਰ ਵੀ ਮੈਂ ਕੱਪੜਾ ਜਿਹਾ ਬੰਨ ਕੇ ਸਿਰ ਤੇ ਗਿਆ, ਕਾਲਾ ਜਿਹਾ ਕੱਪੜਾ ਜਿੱਦਾਂ ਕਮਾਂਡੋ ਟਾਈਪ ਬੰਨਦੇ ਆ। ਰਿਹਰਸਲ ਹੋਈ, ਇਸ ਸਰ ਕਿਹਦੀ ਦੇਖੋਗੇ, ਉਹ ਕਹਿੰਦੇ ਜੀ ਮੈਂ ਤਾਂ 1st ਕਾਸਟ ਦੀ ਦੇਖਾਂਗਾ। ਫਿਰ ਉਸ ਦਿਨ 2nd 3rd ਕਾਸਟ ਦੀ ਨਹੀਂ ਦੇਖੀ। ਚੌਥੇ ਦਿਨ ਜਿਹੜੀ ਗ੍ਰੈਂਡ ਫਿਨਾਲੇ ਸੀ, ਵੀ ਸਾਰੀ ਕਾਸਟ ਦੀ ਦੇਖ ਕੇ ਮੈਂ ਡਿਸਾਈਡ ਕਰ ਦਾਂਗਾ ਕੌਣ ਕਰੇਗਾ ਕੌਣ ਨਹੀਂ। ਔਰ ਜਦੋਂ ਰਿਹਰਸਲ ਦੇਖੀ ਤੇ ਮੈਨੂੰ ਕਹਿੰਦੇ ਵੀ ਤੂੰ ਠੀਕ ਹੈ, ਮੈਂ ਤੈਨੂੰ 1st ਕਾਸਟ ਰੱਖ ਰਿਹਾ, ਔਰ 7 ਸ਼ੋਅ ਹੈ, 4 ਤੂੰ ਕਰਨੇ, 3 ਦੂਜੀ ਕਾਸਟ ਕਰੇਗੀ। ਜੋ ਮੇਨ ਕਾਸਟ ਨੂੰ ਉਹਨਾਂ ਨੇ 2nd ਕਾਸਟ ਕਰਤਾ। ਮੈਂ ਬੜਾ ਖੁਸ਼ ਹੋਇਆ। ਮੈਂ ਹਜੇ ਵਾਪਸ ਜਾ ਹੀ ਰਿਹਾ ਸੀ, ਮੈਨੂੰ ਕਹਿੰਦੇ ਇੱਧਰ ਆ, ਮਤਲਬ ਦੋਸਤਾਂ ਨੂੰ ਮਿਲ ਰਿਹਾ ਸੀ, ਖੁਸ਼ੀ ਵੀ ਮੈਨੂੰ ਹਾਂ ਵਧੀਆ ਰੋਲ ਮਿਲਿਆ, ਇੱਕ ਮਤਲਬ ਮੀਟੀ ਰੋਲ ਮਿਲਿਆ। ਤੇ ਮੈਨੂੰ ਕਹਿੰਦੇ ਯਾਰ ਤੂੰ ਬਹੁਤ ਪਤਲਾ ਹੈ, ਐਕਚੁਅਲੀ ਪੰਡਤ ਦਾ ਪੇਟ ਵਾਲੀ ਕਾਸਟਿਊਮ ਬਣ ਗਈ ਹੈ ਬੜੀ ਮੋਟੀ, ਤੇ ਤੇਰੇ ਤਾਂ ਗਰਦਨ ਪਤਲੀ ਜਿਹੀ ਦਿਸੂਗੀ, ਤੂੰ ਨਹੀਂ ਕਰ ਸਕਦਾ, ਤੂੰ ਨਹੀਂ ਕਰੇਗਾ। ਮੇਰਾ ਫਿਰ ਦਿਲ ਬੈਠ ਗਿਆ ਵੀ ਆਹ ਕੀ ਹੋ ਗਿਆ। ਫਿਰ ਅਚਾਨਕ ਮੈਨੂੰ ਯਾਦ ਆਇਆ ਕਿ ਫਾਦਰ ਸਾਹਿਬ ਨੂੰ ਨਾ ਸਰਵਾਈਕਲ ਸੀ ਤੇ ਉਹ ਬੈਲਟ ਲਗਾਉਂਦੇ ਸੀ ਗਲ 'ਚ। ਮੈਂ ਕਿਹਾ ਸਰ ਮੈਂ ਜੇ ਬੈਲਟ ਲਗਾ ਲਵਾਂ ਤੇ ਮੈਂ ਮਤਲਬ ਫਿਰ ਉਹਦੇ ਨਾਲ ਕਵਰ ਹੋ ਜਾਊ, ਮੂਵਮੈਂਟ ਕਰ ਲੇਗਾ। ਕੱਲ ਤਾਂ ਪ੍ਰੈਸ ਸ਼ੋ ਹੈ,
ਮੈਂ ਕਿਹਾ ਸਰ ਕਰ ਲਾਂਗਾ। ਮੈਂ ਬ੍ਰਦਰ ਨੂੰ ਫੋਨ ਕੀਤਾ, ਉਹ ਬੈਲਟ ਆਈ, ਮੈਂ ਲਗਾਇਆ, ਉਹਦੀਆਂ ਮੂਵਮੈਂਟਸ ਗਰਦਨ ਨਾਲ ਕੀਤੀਆਂ, ਉਹਨਾਂ ਨੂੰ ਕਰਕੇ ਦਿਖਾਇਆ। ਐਂਡ ਦੈਨ ਉਹਨਾਂ ਨੇ ਮੈਨੂੰ ਉਹ ਕਾਫੀ ਹਿਲੇਰੀਅਸ ਜਾਂ ਕੋਮਿਕਲ ਕਰੈਕਟਰ ਸੀਗਾ। ਉਸ ਮਤਲਬ ਉਹ 4 ਸ਼ੋਅ ਕਰਨ ਤੋਂ ਬਾਅਦ ਮੈਂ ਪਹਿਲੀ ਵਾਰ ਆਪਣੇ ਆਪ ਨੂੰ ਐਗਜ਼ੌਸਟ ਹੁੰਦਾ ਦੇਖਿਆ ਐਜ਼ ਐਨ ਐਕਟਰ। ਮੈਨੂੰ ਲੱਗਿਆ ਵੀ ਸ਼ੋਅ ਖਤਮ ਹੋ ਗਿਆ, ਮਤਲਬ ਸਭ ਕੁਝ ਖਤਮ ਜਿਹਾ ਹੋ ਗਿਆ, ਕਿ ਨਾ ਬਿਲਕੁਲ ਸਾਇਲੈਂਟ ਜਿਹਾ, ਜਿਵੇਂ ਜ਼ਿੰਦਗੀ ਸਰੀਰ ਚ ਆ ਜਾਂਦਾ, ਖਾਲੀ ਜਾਂ ਕੁਝ ਹੋ ਗਿਆ। ਦੈਟ ਵਾਜ਼ ਮਤਲਬ ਮੈਨੂੰ NSC ਦਾ ਇੱਕ ਮੇਰੀ ਵਧੀਆ ਮੂਵਮੈਂਟ ਸੀ ਜਿਹੜੀ ਮੈਨੂੰ ਬਿਲਕੁਲ ਸਟਰਗਲ ਕਰਕੇ ਐਜ ਟੂ ਐਜ ਲੈ ਕੇ ਗਈ। ਦੂਜਾ ਮੈਨੂੰ ਬਾਕੀ ਇਤਿਹਾਸ ਰੌਬਿਨ ਸਰ ਨਾਲ ਜੀ। ਹਾਂ ਅੱਛਾ ਚਲੋ ਬਾਕੀ ਇਤਿਹਾਸ ਦਾ ਸੁਣੋ। ਹਾਂਜੀ, ਬਾਕੀ ਇਤਿਹਾਸ ਦਾ ਇਹ ਸੀਗਾ ਕਿ ਰੌਬਿਨ ਦਾ ਮੇਰੇ ਲਈ ਬੜੇ ਇੰਟੈਲੈਕਚੁਅਲ ਟੀਚਰ ਸੀਗੇ, ਇੰਟੈਲੈਕਚੁਅਲ ਡਾਇਰੈਕਟਰ। ਮੈਨੂੰ ਉਹਨਾਂ ਦੀਆਂ ਬਹੁਤ ਗੱਲਾਂ ਸਮਝ ਨਹੀਂ ਆਉਂਦੀਆਂ ਸੀ, ਮੈਂ ਏਦਾਂ ਹੀ ਸਿਰ ਹਿਲਾਉਂਦਾ ਰਹਿੰਦਾ ਸੀਗਾ। ਕਿਸੇ ਨੂੰ ਨਹੀਂ ਸੀ ਆਉਂਦੀਆਂ ਉਹਨਾਂ ਦੀਆਂ ਗੱਲਾਂ ਸਮਝ। ਉਹਨਾਂ ਨੇ ਬਾਕੀ ਇਤਿਹਾਸ ਗ੍ਰੇਟ ਟੀਚਰ ਸੀ ਆਲਵੇਜ਼। ਗ੍ਰੇਟ ਬਾਕੀ ਇਤਿਹਾਸ ਕਰ ਰਹੇ ਸੀ ਤੇ ਉਹ ਕਰੈਕਟਰਾਂ ਬਾਰੇ ਸਮਝਾ ਰਹੇ ਸੀ। ਮੈਨੂੰ ਉਹਨਾਂ ਨੇ ਬਾਸੂ ਦਾ ਦਿੱਤਾ ਰੋਲ, ਛੋਟਾ ਜਿਹਾ ਰੋਲ ਆ, ਮਤਲਬ ਹਾਰਡਲੀ 10 ਮਿੰਟਾਂ ਦਾ ਪੂਰੇ ਪਲੇ ਚ। ਫਰੈਂਡ ਆਉਂਦਾ, ਇੱਕ ਸਬਜ਼ੀ ਭਾਜੀ ਦੀਆਂ ਗੱਲਾਂ ਕਰਕੇ ਨਾਰਮਲ ਜੀਆਂ ਚਲਾ ਜਾਂਦਾ, ਤੇ ਮੈਨੂੰ ਬਿਠਾ ਲਿਆ, ਰੋਲ ਛੋਟਾ ਜਿਹਾ, ਤੇ ਲੈਕਚਰ 1.5 ਘੰਟੇ ਦਾ ਹੋ ਗਿਆ। ਮੈਂ ਤਾਂ ਐਗਜ਼ੌਸਟ ਹੋ ਗਿਆ ਭਾਜੀ, ਪਸੀਨ, ਮੈਨੂੰ ਕੁਝ ਵੀ ਨਾ ਸਮਝ ਆਵੇ। ਮੈਨੂੰ ਡਰ ਲੱਗਣ ਲੱਗ ਗਿਆ ਵੀ ਰੌਬਿਨ ਸਰ ਦੇ ਅੱਗੇ ਸਟੇਜ ਤੇ ਜਾ ਕੇ ਕਰਾਂ ਕੀ ਕਰਾਂ, ਡਾਇਲੌਗ ਵੀ ਬੋਲੇ ਜਾਣਗੇ ਕਿ ਨਹੀਂ ਬੋਲੇ ਜਾਣਗੇ। ਤੇ ਮੈਂ ਸੁਣਨ ਵਟਾ ਜਿਹਾ ਹੋ ਕੇ ਖੜ ਜਾਂਦਾ, ਮਤਲਬ ਰਿਹਰਸਲ ਜਦੋਂ ਸਟਾਰਟ ਕਰਦੇ, ਫਿਰ ਉਹ ਆਪਦਾ ਇੰਗੇਜ ਹੋ ਜਾਂਦੇ। ਫਿਰ ਅਚਾਨਕ ਆਏ, ਉਹਨਾਂ ਨੇ ਇੱਕ ਐਂਟਰੀ ਜੀ ਕੀਤੀ ਕਿ ਏਦਾਂ ਏਦਾਂ ਹੈ ਕਰੈਕਟਰ। ਉਹ ਮੈਂ ਜਦੋਂ ਕਰਨ ਲੱਗਿਆ ਤੇ ਪਤਾ ਨਹੀਂ ਰੌਬਿਨ ਦਾ ਇੰਨਾ ਬੋਲਦੇ ਸੀ ਤੇ ਉਹ ਕਿਤੇ ਬੈਕਬੋਨ ਦੇ ਵਿੱਚ ਫੀਡ ਹੋ ਜਾਂਦਾ ਸੀ, ਜੋ ਸਾਨੂੰ ਨਹੀਂ ਪਤਾ ਲੱਗਦਾ ਜਾਂ ਬਾਅਦ ਚ ਪਤਾ ਲੱਗਦਾ ਆ ਕੇ। ਉਹਨਾਂ ਦੀਆਂ ਗੱਲਾਂ ਕਈਆਂ ਕਿਵੇਂ ਸਟੇਜ ਤੇ ਨਿਕਲਣ ਲੱਗੀਆਂ, ਆਈ ਡੋਂਟ ਨੋ। ਮੈਨੂੰ ਇਹ ਲੱਗਦਾ ਸੀ ਵੀ ਮੇਰੀ ਛਾਤੀ ਥੋੜਾ ਜਿਹਾ ਚੌੜੀ ਹੋ ਗਈ ਹੈ ਜਦੋਂ ਮੈਂ ਸਟੇਜ ਤੇ ਜਾਣਾ। ਐਂਡ ਉਹ ਛੋਟੇ ਜਿਹੇ ਰੋਲ ਦੇ ਵਿੱਚ ਜੋ ਐਪਰੀਸੀਏਸ਼ਨ ਮੈਨੂੰ ਮਿਲਿਆ, ਮਤਲਬ NK ਸ਼ਰਮਾ ਨੂੰ ਹਜੇ ਵੀ ਮੇਰੀ ਮਤਲਬ ਲਾਈਫ ਟਾਈਮ ਅਚੀਵਮੈਂਟ ਮੰਨਦੇ ਆ। ਉਹ ਕਹਿੰਦੇ ਆ ਕਿ ਪ੍ਰੀਤ ਨੇ ਬਿਨਾਂ ਮਿਮਿਕਸ, ਬਿਨਾਂ ਗਿਮਿਕਸ, ਇੰਨਾ ਕੋਮਿਕਲ, ਇੰਨੇ ਸੀਰੀਅਸ ਨਾਟਕ ਚੋਂ ਕੱਢ ਦਿੱਤਾ ਕਰੈਕਟਰ, ਔਰ ਬੜਾ ਵਧੀਆ। ਔਰ ਰੌਬਿਨ ਦਾ ਮੈਨੂੰ ਹਮੇਸ਼ਾ ਡਾਂਟਦੇ ਸੀ, ਤੂੰ ਕਰੈਕਟਰ ਨਹੀਂ ਫੜ ਰਿਹਾ। ਮੈਨੂੰ ਲੱਗਦਾ ਸੀ ਵੀ 10 ਮਿੰਟਾਂ ਦਾ ਕਰੈਕਟਰ ਹੈ, ਬਾਕੀ ਨਾਟਕ ਵੀ ਦੇਖ ਲਓ ਸਰ, ਮੈਨੂੰ ਹੀ ਦੇਖੀ ਜਾ ਰਹੇ ਹੋ, ਹਨਾ। ਲੇਕਿਨ ਉਹਦੇ ਬਾਵਜੂਦ ਮਤਲਬ ਰੌਬਿਨ ਦਾ ਨੇ ਆਫਟਰ ਉਹਦੇ ਚ ਮੈਨੂੰ ਗਲੇ ਲਗਾਇਆ ਐਂਡ ਹੀ ਸੈਡ, ਕਹਿੰਦੇ ਯਾਰ ਯੂ ਆਰ ਵੈਰੀ ਰॉ ਐਕਟਰ ਪ੍ਰੀਤ, ਬਹੁਤ ਹੀ ਅੱਛਾ ਐਕਟਰ ਹੈ ਤੂੰ। ਤਾਂ ਉਹ ਮੇਰੀਆਂ ਕੁਝ ਮੂਵਮੈਂਟ ਹੈਗੀਆਂ। ਬਾਕੀ ਤਾਂ ਫਿਰ ਰੂਟੀਨ ਵਰਕ ਹੁੰਦਾ, ਕਲਾਸਿਸ ਅਸੀਂ ਕਰਦੇ ਹਾਂ, ਇੰਪਰੋਵਾਈਜ਼ੇਸ਼ਨ ਹੁੰਦਾ, ਫਿਜ਼ੀਕਲ ਵਰਕ ਹੁੰਦਾ, ਸਾਰਾ ਕੁਝ ਸਟੱਡੀ ਹੁੰਦੀ ਹੈ। ਹੈਲੋ ਪ੍ਰੀਤ, ਹਾਂਜੀ ਪ੍ਰੀਤ, ਤੁਸੀਂ ਉੱਥੇ ਹਾਂ NSD ਰਹਿੰਦੇ ਆ, ਤੁਸੀਂ ਇਹ ਡਿਸਾਈਡ ਕਰ ਲਿਆ ਸੀ ਕਿ ਸਿੱਧਾ ਬੰਬੇ ਚਲੇ ਜਾਣਾ ਹੈ, ਜਾਂ ਕਿਵੇਂ ਫਿਰ ਤੁਸੀਂ ਉਸ ਤੋਂ ਬਾਅਦ ਚਲੇ ਗਏ? ਨਹੀਂ, ਉਹ ਮੇਰਾ ਉਦਾਂ ਡਿਸਾਈਡ ਨਹੀਂ ਸੀਗਾ ਭਾਜੀ। ਮੈਂ ਸੋਚ ਰਿਹਾ ਸੀਗਾ, ਮੈਂ ਜੌਬ ਬਾਰੇ ਸੋਚ ਰਿਹਾ ਸੀ, ਕੋਈ ਜੌਬ ਕਰਾਂਗਾ, ਨਾਲ ਥੀਏਟਰ ਕਰਦਾ ਰਵਾਂਗਾ, ਜਿਵੇਂ ਸਾਡੇ NSTN ਕਰ ਰਹੇ ਸੀ। ਤੇ ਅਚਾਨਕ ਕੀ ਹੋਇਆ ਕਿ ਮਤਲਬ ਪਹਿਲਾਂ ਮੈਨੂੰ ਉੱਥੇ ਸਕੂਲਾਂ 'ਚ ਕੰਮ ਮਿਲਣੇ ਸ਼ੁਰੂ ਹੋਏ, ਤਾਂ ਮੈਨੂੰ ਲੱਗਿਆ ਕਿ ਸਕੂਲ ਟੀਚਿੰਗ ਬੜਾ ਵਧੀਆ ਜੌਬ ਹੈ। ਮੈਨੂੰ ਬੱਚਿਆਂ ਦੇ ਨਾਟਕ ਮਿਲੇ, ਪੰਜਾਬੀ ਅਕੈਡਮੀ ਨਾਲ ਵੀ ਮੈਂ ਕੀਤਾ, ਈਦਗਾਹ ਪ੍ਰੇਮਚੰਦ ਦਾ, ਉਹਦੀ ਪਹਿਲੀ ਵਾਰ ਮੈਂ ਐਕਚੁਅਲੀ ਪੋਇਟਰੀ 'ਚ ਲਿਖਿਆ ਉਹ ਨਾਟਕ, ਰੀਰਾਈਟ ਕੀਤਾ, ਤੇ ਮੈਨੂੰ ਪੋਇਟਰੀ 'ਚ ਮਜ਼ਾ ਆਇਆ, ਮਤਲਬ ਲਿਖਣ 'ਚ ਵੀ, ਕਵਿਤਾ 'ਚ ਵੀ ਗੱਲ ਕਹੀ ਜਾ ਸਕਦੀ ਹੈ। ਐਂਡ ਫਾਦਰ ਸਾਹਿਬ ਉਦੋਂ ਰਿਟਾਇਰ ਹੋ ਰਹੇ ਸੀਗੇ, ਮੇਰਾ ਕੋਈ ਜੌਬ ਦਾ ਚਾਂਸ ਨਹੀਂ ਬਣਿਆ। ਬਸ ਏਦਾਂ ਹੀ ਬੈਠੇ ਕੋਈ, ਆਈ ਵਾਜ਼ ਨਾਟ ਸੀਰੀਅਸ ਕਿ ਮੈਂ ਬੰਬੇ ਜਾਊਂਗਾ। ਦੋਸਤ ਨਾਲ ਬਣੀ ਗੱਲਬਾਤ ਕਿ ਚਲੋ ਟਰਾਈ ਮਾਰਦੇ ਆ ਕੀ ਹੁੰਦਾ ਹੈ। ਤੇ ਉੱਥੇ 2 ਸਾਲ ਉੱਥੇ ਵੀ ਮੈਂ ਥੀਏਟਰ ਹੀ ਕੀਤਾ, ਸਾਗਰ ਸਰਹੱਦੀ ਦਾ ਮਸੀਹਾ ਡਾਇਰੈਕਟ ਕੀਤਾ ਜਾ ਕੇ। ਮੈਂ ਸਾਗਰ ਸਰਹੱਦੀ ਹੋਰਾਂ ਦੇ ਗਰੁੱਪ ਨਾਲ ਜੁੜ ਗਿਆ, ਸਟਰਗਲ ਘੱਟ ਕੀਤੀ, ਮੈਂ ਲਿਖਿਆ ਜਾਂ ਫਿਰ ਪਲੇ ਕਰਦਾ ਰਿਹਾ। ਫਿਰ ਮੈਨੂੰ ਲੱਗਿਆ ਕਿ ਐਵੇਂ ਟਾਈਮ ਵੇਸਟ ਕਰਨ ਦਾ, ਤੁਸੀਂ ਬੇਸ਼ੱਕ ਥੋੜਾ ਕੰਮ ਕਰੋ ਸਾਥ, ਮੈਂ ਇਹ ਨਹੀਂ ਕਹਿੰਦਾ, ਪਰ ਤੁਸੀਂ ਲੱਗੇ ਰਹੋ, ਸੁਵਿਧਾ ਦੇ ਨਾਲ ਜੁੜੇ ਰਹੋ, ਉਹਦੇ ਤੋਂ ਬਿਲਕੁਲ ਟੁੱਟ ਜਾਣਾ ਕੋਈ ਨਹੀਂ ਹੈ। ਹਾਂ, ਜਿਹੜੇ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਮੈਂ ਕਹਿਣਾ ਕਿ ਬੰਬਈ 'ਚ ਉਹਨਾਂ ਨੂੰ ਜ਼ਰੂਰ ਰਹਿਣਾ ਚਾਹੀਦਾ। ਛੋਟਾ ਕੰਮ ਕਰ ਰਿਹਾ, ਵੱਡਾ ਕਰ ਰਿਹਾ, ਜੇ ਕੰਮ ਨਹੀਂ ਹੈ ਤੁਹਾਡੇ ਕੋਲ ਤੇ ਸੱਚਾਈ ਨੂੰ ਐਕਸੈਪਟ ਵੀ ਕਰ ਲੈਣਾ ਚਾਹੀਦਾ ਹੈ। ਸਾਰਿਆਂ ਕੋਲੇ ਨਹੀਂ ਹੁੰਦਾ। ਬੜੇ ਮੇਰੇ ਤੋਂ ਵੀ ਸੀਨੀਅਰ ਐਕਟਰ ਬੈਠੇ ਜਿਨ੍ਹਾਂ ਕੋਲ ਅੱਜ ਕੁਝ ਵੀ ਨਹੀਂ ਹੈ ਬੰਬੇ 'ਚ। ਸੋ ਮੈਨੂੰ ਲੱਗਿਆ ਵੀ ਫਰਸਟ੍ਰੇਸ਼ਨ ਹੋਣ ਵਾਲੀ ਗੱਲ ਹੈ। ਫਿਰ ਮੈਂ ਫਾਦਰ ਸਾਹਿਬ ਪੰਜਾਬ ਸ਼ਿਫਟ ਹੋਣਾ ਸੀ, ਰਿਟਾਇਰ ਹੋ ਗਏ ਸੀ। ਫਿਰ ਮੈਂ ਪੰਜਾਬ ਆਇਆ, ਇੱਥੇ ਨਾਟਕ ਦੇਖਿਆ ਇੱਕ, ਤੇ ਉਤੋਂ ਮੈਨੂੰ ਲੱਗਿਆ ਕਿ ਨਹੀਂ, ਮੈਂ ਇੱਥੇ ਵੀ ਸ਼ੁਰੂ ਕਰ ਸਕਦੇ, ਇੱਥੇ ਵੀ ਗਤੀਵਿਧੀਆਂ। ਫਿਰ ਉਸ ਤੋਂ ਬਾਅਦ ਇੰਟਰਨੈਟ ਨੇ ਤਾਂ ਲਿੰਕ ਹੀ ਜੋੜ ਦਿੱਤੇ ਵੀ ਤੁਸੀਂ ਇੱਥੇ ਬੈਠੇ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਹੋ, ਬਾਹਰ ਦੀਆਂ ਸਟੇਟਾਂ 'ਚ ਵੀ ਕਰ ਸਕਦੇ ਹੋ। ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਤੁਹਾਡਾ ਇੱਕ ਹੈੱਡਕੁਆਟਰ ਹੋਵੇ, ਲੈਂਡਲਾਈਨ ਹੋਵੇ, ਤਾਂ ਹੀ ਤੁਸੀਂ ਲੋਕਾਂ ਨਾਲ ਇੰਟਰੈਕਟ ਕਰ ਸਕਦੇ ਹੋ। ਸੋ ਇਹ ਸੀਗਾ ਮੇਰਾ ਬੰਬੇ ਦਾ ਮੂੰਹ, ਮੈਨੂੰ ਨਹੀਂ ਸੀਗਾ ਕਦੇ ਵੀ। ਮੈਨੂੰ ਹਮੇਸ਼ਾ ਇਹ ਸੀ ਮੈਂ ਇਹਦੇ 'ਚ ਟੀਚਿੰਗ ਲਾਈਨ 'ਚ ਜਾਵਾਂ, ਥੀਏਟਰ 'ਚ। ਮੈਨੂੰ ਟੀਚਿੰਗ, ਕਿਉਂਕਿ ਸਾਡੇ ਨਾਲ ਕਲਾਈ ਬਾਰਕਰ ਦੀ ਕਲਾਸਿਸ
ਹੋਈਆਂ ਜਦੋਂ ਅਸੀਂ NST ਹੁੰਦੇ ਸੀ, ਤਾਂ ਮੇਰੇ ਵਾਸਤੇ ਬੜਾ ਅਜੀਬ ਸੀ, ਮਤਲਬ ਕਹਿ ਲਓ ਲਰਨਿੰਗ ਪ੍ਰੋਸੈਸ, ਕਿ ਮੈਂ ਪਹਿਲੀ ਵਾਰ ਇਹ ਸੁਣਿਆ ਸੀਗਾ। ਅਸੀਂ ਆਈਸ ਬ੍ਰੇਕਰ ਕਹਿੰਦੇ ਸੀ ਗੇਮਸ ਨੂੰ, ਕਿ ਇਹ ਗੇਮ ਆਈਸ ਬ੍ਰੇਕਰ ਹੈ, ਇੱਕ ਮੂਡ ਇਨਹਾਂਸ ਕਰਨ ਵਾਸਤੇ, ਇੱਕ ਰਿਦਮ ਜਾਂ ਮੋਮੈਂਟੋ ਨੂੰ ਤੋੜਨ ਵਾਸਤੇ। ਐਮਪਟੀ ਸਪੇਸਿਸ ਦੀ ਪੀਟਰ ਬਰੁਕ ਗੱਲ ਕਰਦਾ ਕਿ ਸਪੇਸ ਐਮਪਟੀ ਹੈ, ਉਹਦੇ ਚ ਅਸੀਂ ਮੀਨਿੰਗ ਕ੍ਰੀਏਟ ਕਰਨੇ ਆ। ਕਲਾਈਵ ਬਾਰਕਰ ਆਇਆ, ਉਹ ਕਹਿੰਦਾ ਕਿ ਕੋਈ ਸਪੇਸ ਐਮਪਟੀ ਹੈ ਹੀ ਨਹੀਂ, ਹਰ ਸਪੇਸ ਇੱਕ ਮੀਨਿੰਗ ਲੈ ਕੇ ਖੜੀ ਹੈ। ਤੁਸੀਂ ਉਹਦੇ ਨਾਲ ਕਿੱਦਾਂ ਰਿਸਪੌਂਸ ਕਰਦੇ ਹੋ, ਉਹਨੂੰ ਕਿੱਦਾਂ ਰਿਸਪੌਂਸ ਦਿੰਦੇ ਹੋ। ਐਂਡ ਉਹਨੇ ਬੱਚਿਆਂ ਦੀਆਂ ਗੇਮਾਂ ਰਾਹੀਂ ਨਾਟਕ ਨੂੰ ਸਿਰਜਣ ਦੀ ਇੱਕ ਪ੍ਰੋਸੈਸ ਸਮਝਾਇਆ। ਉੱਥੋਂ ਮੈਨੂੰ ਲੱਗਿਆ ਕਿ ਨਹੀਂ, ਇਹ ਛੋਟੀਆਂ ਛੋਟੀਆਂ ਖੇਡਾਂ ਜਿਹੜੀਆਂ ਅਸੀਂ ਬਚਪਨ ਚ ਖੇਡੀਆਂ, ਇਹ ਕਿੱਡੇ ਸੀਰੀਅਸ ਮੈਟਰ ਨੂੰ ਅੱਗੇ ਜਾ ਕੇ ਕੈਰੀ ਕਰ ਸਕਦੀਆਂ। ਅਸੀਂ ਇਹ ਚ ਸ਼ੇਕਸਪੀਅਰ ਤੋਂ ਲੈ ਕੇ ਬ੍ਰੈਖਟ ਔਰ ਦਾਰੀਓ ਫੋ ਤੱਕ ਇਹਦੇ ਵਿੱਚੋਂ ਇਵੋਲਵ ਹੋ ਸਕਦੇ, ਇਹਦੇ ਵਿੱਚੋਂ ਵੱਡਾ ਤੋਂ ਵੱਡਾ ਆਡੀਟੋਰੀਅਮ ਜਿਹੜਾ ਉਹ ਬੋਲ ਸਕਦਾ, ਤੇ ਛੋਟੇ ਕੰਧਾਂ ਦੇ ਚਬੂਤਰੇ ਵੀ ਮੰਚ ਬਣ ਸਕਦੇ ਹੈ। ਉਸ ਤੋਂ ਮੈਨੂੰ ਮੇਰੀ ਕੋਸ਼ਿਸ਼ ਇਹ ਸੀ ਕਿ ਮੈਂ ਟੀਚਿੰਗ ਲਾਈਨ ਚ ਰਵਾਂ, ਥੀਏਟਰ ਚ ਨਾਲ ਨਾਲ ਕਰਦਾ ਰਵਾਂ, ਪਰ ਅਹਿਮੀਅਤ ਮੇਰੀ ਜਿਹੜਾ ਪ੍ਰੈਫਰੈਂਸ ਸੀਗਾ ਮੇਰਾ ਹਮੇਸ਼ਾ ਟੀਚਿੰਗ ਲਾਈਨ ਨੂੰ ਰਿਹਾ, ਵੀ ਥੀਏਟਰ ਟੀਚਰ ਬਣਾ। ਇਸ ਕਰਕੇ ਮੈਂ ਜਿੰਨੇ ਕੰਮ ਪਾਸ ਆਊਟ ਹੋਣ ਤੋਂ ਵੀ ਬਾਅਦ ਕੀਤੇ, ਮੈਂ ਜ਼ਿਆਦਾਤਰ ਸਕੂਲਾਂ ਚ ਕੀਤੇ, ਕਾਲਜਾਂ ਚ ਕੀਤੇ। ਤੇ ਉਦਾਂ ਜੇ ਮੈਨੂੰ ਇੱਕ ਪਾਸੇ ਲੱਗਦਾ ਸੀ ਕੋਈ ਪਲੇ ਹੋ ਰਿਹਾ ਤੇ ਵਿੱਚ ਇੱਕ ਵਰਕਸ਼ਾਪ ਵੀ ਹੈ, ਤਾਂ ਮੈਂ ਫਿਰ ਟਾਈਮ ਡਿਵਾਈਡ ਕਰ ਲੈਂਦਾ ਸੀ, ਜਾਂ ਮੈਂ ਕਈ ਵਾਰ ਪਲੇ ਵੀ ਛੱਡ ਦਿੱਤਾ ਉੱਤੇ। ਗੁਰਦੀਪ ਸਿੰਘ ਹੋਰਾਂ ਨੇ ਬੜਾ ਕਿਹਾ, ਵਿਵੇਕ भाई ने बड़ा क्या किया प्ले है, तू आ जी विवेक भाई ये है ये करके मैं वहां हूँ या हूँ, ठीक है। ਏਦਾਂ ਵੀ ਹੋਇਆ, ਕਿਉਂਕਿ ਮੇਰੀ ਫਿਰ ਉਸ ਤੋਂ ਬਾਅਦ ਮੇਰੀ ਜਿਹੜੀ ਪ੍ਰੈਫਰੈਂਸ ਐਕਟਰ ਤੋਂ ਟੀਚਰ ਵੱਲ ਸ਼ਿਫਟ ਹੋਣੀ ਸ਼ੁਰੂ ਹੋ ਗਈ। ਸ਼ਾਇਦ ਮੇਰੇ ਘਰ ਦਾ ਵੀ ਮਾਹੌਲ ਪੜ੍ਹਾਈ ਲਿਖਾਈ ਵਾਲਾ ਸੀ, ਲਿਟਰੇਰੀ ਸੀਗਾ, ਇਹ ਵੀ ਇੱਕ ਸ਼ਾਇਦ ਉਹਦੇ ਪਿੱਛੇ ਇੱਕ ਵੱਡਾ ਕਾਰਨ ਪਿਆ ਕਿ ਉਹ ਫਿਰ ਤੋਂ ਦੁਬਾਰਾ ਲਿਟਰੇਚਰ ਵੱਲ ਪਰਤ ਆਇਆ ਮੈਂ। ਹਾਂ, ਇਹ ਬਹੁਤ ਚੀਜ਼ਾਂ ਅਸਰ ਕਰਦੀਆਂ, ਕਿਉਂਕਿ ਤੁਹਾਡੇ ਫਾਦਰ ਸਾਹਿਬ ਪੰਜਾਬੀ ਦੇ ਵੱਡੇ ਰਾਈਟਰ ਨੇ, ਗੁਰਦੇਵ ਰੁਪਾਣਾ ਜੀ, ਜਿਨ੍ਹਾਂ ਦੀ ਬਹੁਤ ਇੱਜ਼ਤ ਹੈ, ਮਾਣ ਹੈ, ਯਾਨੀ ਕਿ ਮੈਂ ਤਾਂ ਖੁਦ ਬਹੁਤ ਫੈਨ ਆ ਉਹਨਾਂ ਦੀਆਂ ਕਹਾਣੀਆਂ ਦਾ, ਨਾਵਲਾਂ ਦਾ, ਔਰ ਨੈਚੁਰਲੀ ਤੁਹਾਡੇ ਤੇ ਅਸਰ ਹੋਣਾ ਹੀ ਸੀ ਉਹਨਾਂ ਦਾ, ਉਹ ਰਾਈਟਿੰਗ ਦਾ ਸਾਰਾ। ਪ੍ਰੀਤ, ਮੈਂ ਬਬਲੀ ਕੋਲੋਂ ਇਦਾਂ ਦੀ ਹੀ ਗੱਲ, ਕਿਉਂਕਿ ਬਬਲੀ ਦੇ ਪਰਿਵਾਰ ਵਿੱਚ, ਬਬਲੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਤੁਸੀਂ ਆਪਣਾ ਮਾਈਕ ਔਨ ਕਰ ਲਓ। ਹਾਂਜੀ ਹਾਂਜੀ ਸੁਣ ਰਹੀ ਜੀ। ਹਾਂ ਬਬਲੀ ਜੀ, ਕਿਉਂਕਿ ਤੁਹਾਡੇ ਬ੍ਰਦਰ ਵੀ ਪੋਇਟਰੀ ਲਿਖਦੇ ਨਹੀਂ ਨੇ। ਮੈਂ ਜਦੋਂ ਔਨ ਕਰਦੀ ਉਦੋਂ ਸਾਡੀ, ਮੈਂ ਜਦੋਂ ਔਨ ਕਰ ਲੈਣੀ ਉਦੋਂ। ਹਾਂ ਹੁਣ ਬੋਲੋ। ਸੌਰੀ, ਤੁਹਾਨੂੰ ਹੁਣ ਸੁਣ ਰਹੀ ਹੈ ਆਵਾਜ਼? ਹੈਲੋ, ਤੁਸੀਂ ਉਹਨੂੰ ਬੰਦ ਕਰ ਲਓ, ਮੇਰੇ ਕੁਐਸਚਨ ਤੋਂ ਬਾਅਦ ਔਨ ਕਰ ਲਿਓ। ਅੱਛਾ ਠੀਕ ਹੈ, ਹਾਂ ਮੈਂ ਪਹਿਲਾਂ ਤੁਹਾਡਾ ਸੁਣ ਲਿਆ। ਹਾਂ ਬਬਲੀ, ਕਿਉਂਕਿ ਤੁਹਾਡੇ ਵੀ ਬ੍ਰਦਰ ਪੋਇਟਰੀ ਲਿਖਦੇ ਸੀਗੇ, ਤੁਹਾਡੇ ਨੂੰ ਵੀ ਇੱਕ ਲਿਟਰੇਰੀ ਮਾਹੌਲ ਵੀ ਮਿਲਿਆ, ਤੇ ਫਿਰ ਤੁਸੀਂ ਖੁਦ ਵੀ ਯਾਨੀ ਕਿ ਆਪ ਵੀ ਲਿਖਣ ਦਾ ਸ਼ੌਕ ਰੱਖਦੇ ਸੀ। NST ਦੇ ਵਿੱਚ ਜਾ ਕੇ ਫਿਰ ਜਿਹੜਾ ਤੁਹਾਨੂੰ ਉੱਥੋਂ ਪੜ੍ਹਨ ਦਾ ਮਾਹੌਲ ਮਿਲਿਆ, ਮੈਂ ਥੋੜਾ ਜਿਹਾ ਮੈਂ ਛੋਟੇ ਜਿਹੇ ਜਵਾਬ ਵਿੱਚ ਹੀ ਜਾਣਨਾ ਚਾਹੁੰਦਾ ਕਿ NST ਦੀ ਪੜ੍ਹਾਈ ਨੇ 3 ਸਾਲਾਂ 'ਚ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਦਾਂ ਦਾ ਬਦਲਾਅ ਲੈ ਕੇ ਆਂਦਾ ਬਤੌਰ ਅਦਾਕਾਰਾ? ਜੀ ਜੀ, ਐਕਚੁਅਲੀ ਜਦੋਂ ਮੈਂ MA ਕਰਨ ਤੋਂ ਬਾਅਦ ਉੱਥੇ ਗਏ, ਕਿਉਂਕਿ MA ਦੇ ਵਿੱਚ ਤਾਂ ਅਸੀਂ ਸਿਰਫ ਸਾਡਾ ਸਿਲੇਬਸ ਜਿਹੜਾ ਹੁੰਦਾ ਸੀ ਉਹ ਪੜ੍ਹਦੀ ਸੀ, ਔਰ ਇੰਨੀ ਵੱਡੀ ਉੱਥੇ ਲਾਇਬ੍ਰੇਰੀ ਹੋਣ ਦੇ ਬਾਵਜੂਦ ਵੀ ਮੈਂ ਲਾਇਬ੍ਰੇਰੀ ਨਹੀਂ ਜਾਂਦੀ। ਪਤਾ ਨਹੀਂ ਕੈਸਾ ਰਿਹਾ ਮੇਰੇ ਨਾਲ, ਮੈਨੂੰ ਵੀ ਹੁਣ ਸਮਝ ਨਹੀਂ ਹੁੰਦਾ ਸੀਗਾ, ਤੇ ਸ਼ਾਇਦ ਮੈਂ ਉਦੋਂ ਇੰਨਾ ਸੀਰੀਅਸ ਲੈਂਦੀ ਸੀ ਚੀਜ਼ਾਂ ਨੂੰ। ਮੈਂ ਜਦੋਂ NST ਗਈ ਤੇ ਉਦੋਂ ਜਦੋਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਜਦੋਂ ਮੈਨੂੰ ਰੋਲ ਨਹੀਂ ਸੀ ਮਿਲਦੇ ਉੱਥੇ, ਪਹਿਲਾਂ ਮੇਰਾ ਸੀਗਾ ਪ੍ਰਸੰਨਾ ਜੀ ਨੇ ਦੱਸੇ ਉੱਤਰ ਰਾਮਚਰਿਤ, ਤੇ ਜਦੋਂ ਉਹਨਾਂ ਨੇ ਵਗੈਰਾ ਕੀਤੀ ਤੇ ਉਹਨਾਂ ਨੇ ਮੈਨੂੰ ਰੋਲ ਮਿਲਿਆ, ਰੋਲ ਮੈਨੂੰ ਡਬਲ ਕਾਸਟ ਉਹਨਾਂ ਨੇ ਕੀਤਾ। ਕਾਸਟ ਕਰਨ ਤੋਂ ਬਾਅਦ ਮੈਂ ਦੇਖਿਆ ਕਿ ਸਪਨਾ ਤੇ ਬਹੁਤ ਵਧੀਆ ਗਾਉਂਦੀ ਹੈ, ਜਿਹੜੀ ਨਾਲ ਦੀ ਕੁੜੀ ਹੈ, ਮੈਂ ਗਾਉਂਦੀ ਨਹੀਂ ਸੀਗੀ। ਵੀ ਰਿਹਰਸਲ ਹੁੰਦੀ ਸੀ ਉਹਦੇ ਨਾਲ ਹੁੰਦੀ ਸੀ, ਮੈਨੂੰ ਕਹਿੰਦੇ ਸੀ ਕਿ ਤੂੰ ਯਾਦ ਕਰ, ਮੈਨੂੰ ਨਹੀਂ ਹੁੰਦੀ। ਫਿਰ ਇੱਕ ਦਿਨ ਆ ਕਰਕੇ ਮੈਨੂੰ ਸਰ ਨੇ, ਹਰਵਿੰਦਰ तुम गाती? मैंने कहा नहीं सर मैं नहीं गाਉਂਦੀ नहीं है, मैं थोड़ा एक अद्धा गा लेनी, पर मैं क्लासिकल ਸਿੱਖਿਆ, ਮੈਨੂੰ ਨਹੀਂ। ਤੇ ਫਿਰ ਮੈਨੂੰ ਕਹਿੰਦੇ ਤੂੰ ਬਹੁਤ ਯੂ ਯੰਗ, ਮੈਂ ਇੰਨੀ ਪਤਲੀ ਜੀ ਹੁੰਦੀ ਸੀਗੀ। ਫਿਰ ਉਹਨੂੰ ਡਰੈਸ ਵਗੈਰਾ ਪਵਾ ਕੇ ਦੇਖੀ, ਮੈਂ ਸਾੜੀ ਬੰਨਾ, ਉਹ ਸਾੜੀ ਬਿਨਾ ਕਮਰ ਤੇ ਉਹ ਇੱਧਰ ਉੱਧਰ, ਮਤਲਬ ਉਹ ਕਹਿੰਦੇ ਮੈਨੂੰ ਜਿਹੜੀ ਸੀ ਥੋੜੀ ਹੈਲਦੀ ਚਾਹੀਦੀ ਹੈ। ਹੁਣ ਮੈਂ ਸਮਝ ਆਇਆ ਕਿਆ ਮਤਲਬ
ਲੋਕ ਇੱਥੇ ਪਤਲੇ ਹੋਣ ਨੂੰ ਫਿਰਦੇ ਹੀ ਹੈ। ਫਿਰ ਮੇਰੀ ਜਦੋਂ ਉਦੋਂ ਪਹਿਲਾ ਉਹ ਪਲੇ ਸੀਗਾ ਜਦੋਂ ਦਿਮਾਗ ਦੇ ਵਿੱਚ ਆਇਆ ਕਿ ਕਾਸਟਿੰਗ ਨਹੀਂ ਹੋਈ, ਕਿਆ ਰੀਜ਼ਨ ਮੈਂ ਆਪਣੇ ਅੰਦਰ ਲੱਭਦੀ ਰਹੀ, ਕਿਆ ਹੈ ਕਿਸ ਤਰ੍ਹਾਂ। ਫਿਰ ਦੂਸਰਾ ਪਲੇ ਉਹਨਾਂ ਨੇ ਕੀਤਾ ਗਾਂਧੀ। ਗਾਂਧੀ ਜਦੋਂ ਉਹਨਾਂ ਨੇ ਕੀਤਾ ਉਦੋਂ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਯੂ ਆਰ ਵੈਰੀ ਯੰਗ ਫॉर ਦਿਸ, ਨੂੰ ਬੂੜੀ ਬੂੜੀ ਬਣਾਉਣੀ ਹੈ ਮੈਂ। ਤੇ ਮੈਂ ਕਿਹਾ ਸਰ ਦੇ ਵਿੱਚ ਤਾਂ ਆਪਾਂ ਮੇਕਅਪ ਨਾ ਕਰ ਲੈਂਦੇ ਆ। ਤੇ ਫਿਰ ਉਹਦੇ ਵਿੱਚ ਨਹੀਂ, ਫਿਰ ਗਾਉਣ ਆਇਆ ਉਹਨੇ ਫਿਰ ਉਹ ਸਪਨਾ ਨੂੰ ਰੋਲ ਮਿਲ। ਤੇ ਜਦ ਕਿ ਫਿਰ ਮੇਰਾ ਦਿਮਾਗ ਦੇ ਵਿੱਚ ਇਹ ਚੱਲਦਾ ਰਿਹਾ ਕਿ ਰੀਜ਼ਨ ਕਿਆ ਹੈ, ਕਿਉਂ ਨਹੀਂ ਮਿਲਦਾ ਮੈਨੂੰ, ਕਿਆ ਹੈ ਰੀਜ਼ਨ। ਤੇ ਮੈਨੂੰ ਪਤਾ ਲੱਗਿਆ ਕਿ ਨਹੀਂ ਮੇਰਾ ਇਹ ਚੱਲਣਾ ਨਹੀਂ ਗਿਆ। ਮੈਂ ਬਹੁਤ ਹੀ ਹੋਈ ਸੀਗੀ ਉੱਥੇ। ਫਿਰ ਉਸ ਤਰ੍ਹਾਂ ਫਿਰ BM ਸ਼ਾਹ ਸੀਗੇ ਜਿਨ੍ਹਾਂ ਨੇ ਰੋਲ ਦਿੱਤਾ ਥ੍ਰੀ ਪੈਨੀ ਓਪੇਰਾ ਦੇ ਵਿੱਚ ਮੇਨ। ਉਸ ਤੋਂ ਬਾਅਦ ਬੱਜੂ ਭਾਈ ਗੰਧਾਰੀ, ਫਿਰ ਮੋਹਨ ਮਹਾਰਿਸ਼ੀ ਜੀ ਨੇ ਮੈਨੂੰ ਆਪਣੇ ਪਲੇ ਦੇ ਵਿੱਚ। ਐਂਡ ਦੈਨ ਫਿਰ ਮੈਨੂੰ ਲੱਗਿਆ ਕਿ ਨੋ ਬਬਲੀ, ਦਿਸ ਇਜ਼ ਦ ਪਲੇਸ ਜਿੱਥੇ ਤੁਹਾਨੂੰ ਆਪਣੇ ਆਪ ਨੂੰ ਹੋਰ ਕਰਨਾ ਪਏਗਾ। ਸੋ ਐਜੂਕੇਸ਼ਨ ਉਹ ਨਹੀਂ ਜਿਹੜਾ ਸਿਖਾ ਰਹੇ ਨੇ ਸਟੈਨਿਸਲਵਸਕੀ, ਬ੍ਰੈਖਟ ਔਰ ਇਹ, ਉਸ ਤੋਂ ਇਲਾਵਾ ਇਤਿਹਾਸ ਮੈਨੂੰ ਪੜ੍ਹਨਾ ਪਏਗਾ, ਚੰਗੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਫਿਰ ਕਿੰਨਾ ਘੰਟਾ ਲਾਇਬ੍ਰੇਰੀ ਦੇ ਵਿੱਚ ਰਹਿੰਦੀ ਸੀ, ਕਿਤਾਬਾਂ ਪੜ੍ਹੀਆਂ। ਥੋੜੀ ਮੈਚਿਓਰਿਟੀ ਨਹੀਂ ਸੀਗੀ ਮੇਰੇ ਅੰਦਰ। ਤੁਸੀਂ ਵੀ ਦੇਖਿਆ ਹੋਏਗਾ, ਬਿਲਕੁਲ ਮੈਚਿਓਰਿਟੀ ਨਹੀਂ ਸੀਗੀ, ਬਿਲਕੁਲ ਨਹੀਂ ਸੀਗੀ। ਮੈਂ MA ਕਰਨ ਤੋਂ ਬਾਅਦ ਵੀ ਮੈਚਿਓਰ ਨਹੀਂ ਸੀਗੀ। ਫਿਰ ਮੈਂ ਕਿਤਾਬਾਂ ਪੜ੍ਹਨੀਆਂ, ਇਹ ਕਰਨੀਆਂ ਉਹ, ਤੇ ਜਿਹੜੀਆਂ ਮੈਂ ਕਿਤਾਬਾਂ ਪੜ੍ਹੀਆਂ ਔਰ ਮੈਂ ਫਿਰ ਬੈਕ ਦਿੱਤਾ। ਹੁਣ ਸਾਡੇ ਮੈਡਮ ਸੀਗੇ ਨਿਭਾ ਜੋਸ਼ੀ ਜੀ। ਮੈਂ ਇੱਕ ਦਿਨ ਜੋਸ਼ੀ ਮੈਮ ਨਾਲ ਬੈਠੀ, ਮੈਂ ਨਿਭਾ ਜੀ ਐਸਥੈਟਿਕਸ ਪੜ੍ਹਾਉਂਦੇ ਸੀ, ਤੇ ਮੈਂ ਮੈਡਮ ਨੂੰ ਕਿਹਾ ਮੈਂ ਐਸਥੈਟਿਕਸ ਨਾ ਮੈਨੂੰ ਸਮਝ ਨਹੀਂ ਆਉਂਦਾ ਤੇ ਕਿਆ ਕਿਸ ਤਰ੍ਹਾਂ। ਫਿਰ ਉਹਨਾਂ ਨੇ ਉਹਨਾਂ ਦੀ ਆਦਤ ਸੀ ਮੈਨੂੰ ਲਾਇਬ੍ਰੇਰੀ ਵਿੱਚ ਲੈਂਦੇ ਸੀਗੇ ਔਰ ਕਿੰਨੀਆਂ ਸਾਰੀਆਂ ਕਿਤਾਬਾਂ ਦੇ ਵਿੱਚ ਬਿਠਾ ਕੇ ਅਲੱਗ ਮੈਨੂੰ ਪੜ੍ਹਾਉਣਾ। ਮੈਡਮ ਨੇ ਦੱਸਣਾ ਮੈਨੂੰ ਆ ਹੁੰਦਾ ਚੀਜ਼। ਉਹਨੇ ਮੈਨੂੰ ਮਾਈਨਿਊਟ ਚੀਜ਼ਾਂ, ਪੇਂਟਿੰਗ ਨੂੰ ਕਿੱਦਾਂ ਦੇਖਣਾ ਹੈ, ਇਸ ਚੀਜ਼ ਨੂੰ ਕਿੱਦਾਂ ਦੇਖਣਾ ਹੈ, ਹਿਸਟਰੀ ਕਿੱਦਾਂ, ਹਿਸਟਰੀ ਦੇ ਵਿੱਚ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਇਹ ਮੈਨੂੰ ਅਟੈਂਸ਼ਨ ਦਿੱਤੀ ਮੈਮ ਨੇ। ਐਂਡ मैं आज प्रसन्ना जी और निमा जोशी मैम हैं जिन्होंने मतलब एक मेरे अंदर कॉन्फिडेंस जग और वो कॉन्फिडेंस ਮੈਨੂੰ ਮਿਲਿਆ ਉਹਨਾਂ ਤੋਂ। ਔਰ ਮੈਨੂੰ ਪਹਿਲਾਂ ਤੇ ਇਹ ਕਿਹਾ ਜਾਂਦਾ ਸੀਗਾ NSD ਚ ਤੇਰੀ ਹਿੰਦੀ ਵਿੱਚ ਪੰਜਾਬੀ ਆਉਂਦੀ ਹੈ, ਤੇਰੀ ਹਿੰਦੀ ਵਿੱਚ ਪੰਜਾਬੀ ਆਉਂਦੀ ਹੈ ਤੁਹਾਡਾ। ਮੈਨੂੰ ਕੇਵਲ ਜੀ ਮੈਨੂੰ, ਮੈਂ ਕਈ ਵਾਰੀ ਰੋਂਦੀ ਵੀ ਹੁੰਦੀ ਸੀ ਹੌਸਟਲ ਦੇ ਵਿੱਚ ਜਾ ਕੇ। ਮੈਂ ਰੋਣਾ ਅੰਦਰ ਜਾ ਕੇ, ਮੈਂ ਕਿੱਦਾਂ ਇਸ ਕਰਾਂ, ਮੈਂ ਕਿੰਨੀ ਦੇਰ ਤੱਕ ਪ੍ਰੈਕਟਿਸ ਕਰਦੀ ਸੀ। ਮੈਂ ਮਤਲਬ ਘੰਟੋਂ ਪ੍ਰੈਕਟਿਸ ਕਰਦੀ ਸੀ, ਮੇਰੀ ਰਿਹਰਸਲ ਵੀ ਖਤਮ ਹੋ ਜਾਂਦੀ ਸੀ। ਖਾਲਿਦ ਕਈ ਵਾਰੀ ਦੇਖਿਆ ਕਿ ਇਹ ਐਕਸਰਸਾਈਜ਼ ਵੀ ਕਰਦੀ ਰਹਿੰਦੀ ਹੈ, ਇਹ ਮੈਂ ਸਰ ਨੂੰ ਵੀ ਕਹਿਣਾ। ਮੈਂ ਫਿਰ ਕਿਉਂਕਿ ਮੈਂ ਵੀ ਡਾਂਸ ਵਿੱਚ ਮੂਵਮੈਂਟ ਵਿੱਚ ਮੈਂ ਪਰਫੈਕਸ਼ਨ ਹੋ ਗਈ। ਹੁਣ ਮੇਰਾ ਰਹਿ ਗਿਆ ਸੀਗਾ ਗਾਣਾ। ਮੈਂ ਇੱਥੋਂ ਜਦੋਂ ਮੈਨੂੰ ਕਾਫੀ ਫਿਰ ਜਦੋਂ ਅੱਛੇ ਖਾਸੇ ਰੋਲ ਮਿਲ ਗਏ ਔਰ ਲਾਸਟ ਪਲੇ ਫਿਰ ਜਦੋਂ ਅਸੀਂ ਮੋਹਨ ਜੀ ਦਾ ਪਲੇ ਤੇ ਕਾਫੀ ਤਾਰੀਫ ਮਿਲੀ। NSD ਵੀ ਪਾਸ ਕਰ ਲਿਆ ਮੈਂ। तो NSD ਤੋਂ ਪਾਸ ਕਰਨ ਬਾਅਦ ਜਦੋਂ ਮੈਨੂੰ ਉਹਨਾਂ ਨੇ ਕਿਹਾ, ਬੱਚੂ ਭਾਈ ਇਹ ਕਿਹਾ ਕਿ ਯੂ ਮਸਟ ਗੋ ਟੂ NSD ਰਿਪਰਟਰੀ, ਤੇਰੀ ਉੱਥੇ ਜ਼ਰੂਰਤ ਹੈ ਰਿਪਰਟਰੀ ਦੇ ਵਿੱਚ। ਫਿਰ ਕੇਵਲ ਜੀ ਕਾਇਦੇ ਨਾਲ ਤੇ NSD ਪਾਸ ਕਰਕੇ ਪੰਜਾਬ ਵੱਲ ਜਾਣਾ ਚਾਹੀਦਾ ਸੀਗਾ, ਪਰ ਕਿਉਂਕਿ ਮੈਂ ਸਪੈਸ਼ਲਾਈਜੇਸ਼ਨ ਇਨ ਐਕਟਿੰਗ। ਹੁਣ ਇੱਕ ਐਕਟਰ ਜਿਹੜਾ ਹੁੰਦਾ ਉਹ ਹੁੰਦਾ ਲਾਲਚੀ, ਉਹਨੂੰ ਲੱਗਦਾ ਹੁਣ ਤੇ ਮੈਂ ਸਿੱਖੀ ਹਾਂ, ਹਾਲੇ ਜਿਹੜਾ ਮੈਂ ਸਿੱਖਿਆ ਹੈ ਉਹਨੂੰ ਮੈਂ ਲਾਗੂ ਤਾਂ ਕਿਤੇ ਕੀਤਾ ਨਹੀਂ। ਮੈਂ ਉਹਨਾਂ ਨੇ ਰਿਪਰਟਰੀ ਕੰਪਨੀ ਵਿੱਚ ਹਾਇਰ ਕਰ ਲਿਆ ਸੀਗਾ ਸਿੱਧਾ ਉਹਨਾਂ ਨੇ ਮੈਨੂੰ ਤੋਂ ਰਿਪਰਟਰੀ ਕੰਪਨੀ। ਤੁਸੀਂ ਬਿਲੀਵ ਕਰੋ ਕਿ ਮੈਂ ਰਿਪਰਟਰੀ ਦੇ ਵਿੱਚ ਜਾਣ ਪਹਿਲਾਂ ਮੈਂ ਆਪਣੇ ਆਪ ਨੂੰ ਇੰਨਾ ਤਿਆਰ ਕਰ ਲਿਆ ਸੀ ਨਾ ਦੇ ਵਿੱਚ। ਜਦੋਂ ਮੈਂ ਪ੍ਰੈਕਟਿਸ, ਜਦੋਂ ਮੈਂ ਉੱਥੇ ਉਹ ਕੀਤਾ, ਉੱਥੋਂ ਦੀ ਇੰਟਰਵਿਊ ਦਿੱਤੀ। ਅੱਜ ਵੀ ਮੇਰੇ ਮਿਊਜ਼ਿਕ ਮੈਡਮ ਬੱਜੂ ਭਾਈ ਵੀ ਹੈਰਾਨ ਹੋ ਗਏ ਸੀ ਕਿ ਜਦੋਂ ਮੈਂ ਮੈਡਮ ਬੈਠ ਕਰਕੇ ਉੱਥੇ ਰਤਨਾ ਮੈਡਮ ਮੇਰੀ ਬੜੀ ਤਿਆਰੀ ਰਤਨਾ ਮੈਡਮ ਨੇ ਮਿਊਜ਼ਿਕ ਦੀ, ਤੇ ਮੈਂ ਰਿਪਰਟਰੀ ਚ ਐ ਖੜੇ ਹੋ ਪੰਜਵਾਂ ਕਾਲਾ ਵਜਾਇਓ, ਪੰਜਵਾਂ ਕਾਲਾ ਜਿਵੇਂ ਕਾਲੇ ਤੋਂ ਗਾਉਂਗੀ ਮੈਂ। ਮਤਲਬ ਇੰਨੀ ਮੇਰੀ ਪ੍ਰੈਕਟਿਸ ਹੋ ਗਈ ਸੀ। ਉਹੀ ਪ੍ਰਸੰਨਾ ਜੀ ਸੀਗੇ ਜਿਨ੍ਹਾਂ ਨੇ ਆਉਂਦਿਆਂ ਸਰ, ਜਦੋਂ ਮੈਂ ਉਹਨਾਂ ਸਕ੍ਰਿਪਟ ਪੜ੍ਹਦੀ ਸੀਗੀ, ਸਕ੍ਰਿਪਟ ਜਦੋਂ ਪੜ੍ਹੀ ਪਹਿਲੀ ਜਦੋਂ ਮੈਂ ਸਕ੍ਰਿਪਟ ਪੜ੍ਹੀ, ਉਹਨਾਂ ਨੇ ਸਿੱਧਾ ਕਹਿਤਾ ਸੀ ਕਿ ਹਰਵਿੰਦਰ ਤੂੰ ਮੇਨ ਰੋਲ ਕਰੇਂਗੀ। ਸਰ ਉਹ ਜਿਹੜਾ ਕੇਵਲ ਜੀ ਉਹ ਜਿਹੜਾ ਜੰਪ ਸੀਗਾ ਨਾ ਮੇਰੇ ਵਾਸਤੇ, ਤੋਂ ਚੇਂਜ ਸੀਗਾ ਉਹ। ਫਿਰ ਮੈਨੂੰ ਉਦੋਂ ਆਪਣੇ ਆਪ ਚ ਲੱਗਿਆ ਜਿਹੜੀਆਂ ਮੈਂ ਜਿਹਨੂੰ ਐਕਟਿੰਗ ਨੂੰ ਕਹਿੰਦੀ ਸੀ ਅੱਖਾਂ ਜੀਆਂ ਐ ਬਣਾ, ਅੱਖਾਂ ਜੀਆਂ ਐ ਕਰਕੇ ਬਣਾਉਣਾ, ਉਹਨੂੰ ਸਮਝਦੀ ਸੀ ਐਕਟਿੰਗ। ਆਪਣੇ ਆਪ ਨੂੰ ਬੜਾ ਸਮਝਦੀ ਸੀ ਮੈਂ ਕਿ ਅੱਖਾਂ ਨੂੰ ਐ ਜੇ ਕਰ ਲੈਣਾ,
ਹੁੰਦੀ ਹੈ ਨਹੀਂ, ਜਦ ਤੱਕ ਮੈਂ ਲੇਅਰਸ ਨਹੀਂ ਪੜੀਆਂ ਉਹਦੀਆਂ, ਜਦ ਤੱਕ ਮੈਂ ਇਹ ਨਹੀਂ ਦੇਖਿਆ ਕਿ ਇਸ ਸੀਤਾ ਦਾ ਰੋਲ ਮੈਨੂੰ ਕਿਉਂ ਸਿਰਫ ਗਾਉਣਾ ਉਹਦੇ ਪਿੱਛੇ ਨਹੀਂ ਸੀ, there must be something else। ਫਿਰ ਮੈਂ ਗਹਿਰਾਈ ਦੇ ਵਿੱਚ ਉਤਰਨਾ ਸ਼ੁਰੂ ਕੀਤਾ ਕਿ ਗਹਿਰਾਈ ਦੇ ਵਿੱਚ ਕੀਤਾ ਹੋਇਆ ਉਸ ਕਰੈਕਟਰ ਤੱਕ ਜਾਣਨ ਲਈ। ਮੈਨੂੰ ਨਹੀਂ ਪਤਾ ਬਾਕੀ ਲੋਕ ਕਿੱਦਾਂ ਤਿਆਰੀ ਕਰਦੇ ਨੇ, ਪਰ ਆਪਣਾ ਪ੍ਰੋਸੈਸ ਸੀਗਾ, ਕਿਉਂਕਿ ਆਪਣਾ ਪ੍ਰੋਸੈਸ ਤੁਸੀਂ ਸਪੈਸ਼ਲਾਈਜੇਸ਼ਨ ਐਕਟਿੰਗ ਦੇ ਵਿੱਚ ਸੀਗੀ ਜੀ, ਮੈਂ, ਤੇ ਮੈਂ ਇਸ ਕਰਕੇ ਪੋਇਟਰੀ ਦੇ ਵਿੱਚ ਚਲੀ ਗਈ। ਹੈਲੋ ਹਾਂਜੀ, ਹਾਂ ਬਬਲੀ, ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਰਿਪੈਟਰੀ ਵਿੱਚ ਇੰਨਾ ਬਹੁਤ ਜ਼ਬਰਦਸਤ ਕੰਮ ਕੀਤਾ ਹੋਇਆ, ਬੜੇ ਲੀਡਿੰਗ ਰੋਲ ਸਾਰੇ ਉਹਨਾਂ ਸਮਿਆਂ 'ਚ ਕੀਤੇ ਤੁਸੀਂ, ਉਹ ਇੱਕ ਬਹੁਤ ਕੌਨਫੀਡੈਂਸ ਆਇਆ ਬਬਲੀ ਦੇ ਅੰਦਰ। ਕੀ ਤੁਹਾਨੂੰ ਲੱਗਾ ਨੇ ਕਿ ਮੈਂ ਕੌਨਫੀਡੈਂਸ ਸਾਰਾ ਇੰਨੇ ਸਾਲ ਦਾ ਐਕਸਪੀਰੀਅੰਸ ਲੈ ਕੇ ਕਿ ਉਦੋਂ ਬਬਲੀ ਦਾ ਇੱਕ ਬਤੌਰ ਅਦਾਕਾਰਾ ਇੱਕ ਅੱਛਾ ਨਾਮ ਬਣ ਗਿਆ, ਤੇ ਫਿਰ ਮੈਂ ਬੰਬੇ ਦੇ ਵਿੱਚ ਜਾਵਾਂ ਤੇ ਮੈਂ ਉੱਥੇ ਜਾ ਕੇ ਕੰਮ ਕਰਾਂ, ਕੀ ਇਸ ਤਰ੍ਹਾਂ ਦਾ ਕੋਈ ਮਨ 'ਚ ਆ ਗਿਆ ਸੀ? पता नहीं केवल जी, ये बॉम्बे वाला ਚੱਕਰ ਹੈ ਮੇਰੇ ਮਨ ਚ ਕਦੀ ਨਹੀਂ ਆਇਆ, ਕਿਉਂਕਿ ਮੈਂ ਜਦੋਂ ਦੇ ਵਿੱਚ ਮੈਨੂੰ ਮੇਨ ਰੋਲ ਮਿਲੇ, ਔਰ ਜਦੋਂ ਮੈਂ ਮੇਨ ਰੋਲ ਲਾਲਚ, ਉਹ ਮੇਰਾ ਲਾਲਚ ਜਿਹੜਾ ਪਹਿਲਾਂ ਲਾਲਚ ਕਰਦੀ ਸੀ ਇੱਕਦਮ ਖਤਮ ਹੋ ਗਿਆ, ਕਿਉਂਕਿ ਮੈਨੂੰ ਰੋਲ ਸ਼ੁਰੂ ਹੋਏ ਜਦੋਂ ਮੈਂ ਇੱਕ ਰਿਸਪੌਂਸਿਬਲ ਲੜਕੀ ਬਣ, ਜਿੰਨੇ ਕਿ ਮੈਨੂੰ ਆਪਣੇ ਪੇਰੈਂਟਸ ਵਾਸਤੇ ਵੀ ਰਿਸਪੌਂਸਿਬਲ ਕਰਤਾ, ਦੋਸਤਾਂ ਵਾਸਤੇ ਵੀ ਰਿਸਪੌਂਸਿਬਿਲਿਟੀ ਇੱਕ ਦਿੱਤੀ, ਜਿੱਦਾਂ ਮੈਨੂੰ ਮਿਲੇ ਉਹ ਜਿਹੜਾ ਉਹ ਰੋਲ ਸੰਭਾਲਣ ਦਾ ਜਿਹੜਾ ਉਹ ਸੀ ਨਾ, ਜਿੱਦਾਂ MK ਰੈਨਾ ਸਰ, ਸਤਿਆਦੇਵ ਦੁਬੇ ਜੀ ਦੇ ਨਾਲ ਮੇਲ, ਔਰ ਮੋਹਨ ਮਾਰਿਸ਼ੀ ਜੀ, ਜੋ ਭਾਈ ਪ੍ਰਸੰਨਾ ਜੀ, ਭਾਰਤੀ ਜੀ, ਸਾਰਿਆਂ ਦੇ ਨਾਲ, ਤ੍ਰਿਪੁਰਾਰੀ ਸ਼ਰਮਾ ਜੀ, ਜਿਨ੍ਹਾਂ ਦੇ ਵਿੱਚ ਮੈਂ ਐਗਜ਼ੈਕਟਲੀ ਮਤਲਬ ਕੋਈ ਹੁੰਦਾ ਸੀ ਕਿ ਮੈਨੂੰ ਇਹ ਹੁੰਦਾ ਸੀਗਾ ਕਿ ਸਿਰਫ ਤੇ ਸਿਰਫ ਇਸ ਕਰਕੇ ਰੋਲ ਮਿਲਿਆ ਕਿਉਂਕਿ ਮੈਂ ਉਸ ਦੇ ਪਿੱਛੇ ਧੋ ਕੇ ਪੈ ਜਾਂਦੀ ਸੀ ਕਿ ਇਹ ਸਕ੍ਰਿਪਟ ਇਹਨਾਂ ਨੇ ਜਾਂ ਉਸ ਸਕ੍ਰਿਪਟ ਦੀ ਬੈਕਗ੍ਰਾਉਂਡ ਕੀ ਹੈ, ਕਿੱਦਾਂ ਇਹਨੂੰ ਤਿਆਰ ਕੀ, ਮੈਂ ਮੈਨੂੰ ਆਪਣੀ ਸਪੀਚ ਸਭ ਤੋਂ ਜ਼ਿਆਦਾ ਵਰਕ ਕਰਨਾ, ਔਰ ਸਪੀਚ ਦੇ ਇਸ ਡਾਇਲੋਗ ਦੇ ਪਿੱਛੇ ਕੀ ਸੀਗਾ, ਕਿਉਂਕਿ ਮੈਂ ਸ਼ਾਇਦ ਪੋਇਟਰੀ ਕਰਦੀ ਸੀ, ਤਾਂ ਪੋਇਟਰੀ ਤੋਂ ਮੈਨੂੰ ਆਪਣੇ ਤੋਂ ਮਿਲਿਆ ਕਿ ਮੈਂ ਵੇ ਦੇ ਨਾਲ ਚੀਜ਼ਾਂ ਨੂੰ ਲੈਣਾ ਸ਼ੁਰੂ ਕਰ ਦਿੱਤਾ। ਔਰ ਮੈਂ ਤੁਹਾਨੂੰ ਦੱਸ ਕਿ ਜਦੋਂ ਦੁਬੇ ਜੀ ਨੂੰ ਮੈਂ ਕਿਹਾ, ਦੁਬੇ ਮੈਨੂੰ ਮੇਨ ਰੋਲ, ਉਦੋਂ ਮੈਨੂੰ ਬੜੀ ਡਾਂਟ ਪਈ, ਦੁਬੇ ਜੀ ਬਹੁਤ ਬੇਇੱਜ਼ਤੀ ਕਰਦੇ, ਦੁਬੇ ਜੀ ਇੰਨੀਆਂ ਗਾਲੀ ਦਿੰਦੇ ਸੀ ਡਾਕਟਰ ਉਹਨਾਂ ਨੂੰ, ਬੋਲ ਰਹੀ ਮੈਂ ਉਹਨਾਂ ਬਾਰੇ ਕਿ ਜਦੋਂ ਅਸੀਂ ਸਟੇਜ ਤੇ ਆ ਕੇ ਬੋਲਦੇ ਸੀ ਤੇ ਕਹਿੰਦੇ ਸੀ ਕਿ ਆਪਣੀ ਆਵਾਜ਼ ਵਿੱਚ ਬੋਲ, ਆਪਣੀ ਆਵਾਜ਼ ਵਿੱਚ ਬੋਲ, ਮਤਲਬ ਸਾਨੂੰ ਸਮਝ ਨਹੀਂ ਸੀ ਆਉਂਦਾ ਇਹ ਆਪਣੀ ਤਾਂ ਆਵਾਜ਼ ਵਿੱਚ ਬੋਲਦੇ ਪਏ, ਕਹਿੰਦੇ ਨਹੀਂ ਡੋਂਟ ਟਰਾਈ, ਮਤਲਬ ਮੈਨੂੰ ਨਹੀਂ, ਜੋ ਵੀ ਆਉਂਦਾ ਸੀ ਸਟੇਜ ਤੇ ਉਹਨੂੰ ਟਰਾਈ ਟੂ ਇੰਪ੍ਰੈਸ, ਤੇ ਮੈਂ ਸਮਝਣ ਦੀ ਕੋਸ਼ਿਸ਼ ਕਰਦੀ ਸੀ, ਹਾਏ ਰੱਬਾ ਕੀ ਪੇਟ ਤੋਂ ਬੋਲੋ, ਇਹ ਕਰੋ, ਤੁਹਾਨੂੰ ਬਿਲਕੁਲ ਏਦਾਂ ਨਹੀਂ, सोच के बोलो एंड कॉन्सेंट्रेट, फोकस पकड़ो, फोकस मतलब गिरने मत दो, फोकस में आपने यहाँ अगर देखा है तो मैं थल्ले ना ਕਿ ਮੇਰੀ ਸਿੱਧੀ ਇੱਥੇ ਤੋਂ ਜਿਹੜੀਆਂ ਬਾਰੀਕੀਆਂ ਮੈਨੂੰ ਸਿੱਖਣ ਦੇ ਵਿੱਚ ਮਿਲੀਆਂ ਕੇਵਲ ਜੀ, ਉਹ ਬਾਰੀਕੀਆਂ ਨੂੰ ਲੈ ਕੇ ਕਿ ਮੈਂ ਚੱਲੀ, ਤੇ ਮੈਨੂੰ ਲੱਗਦਾ ਹੈ ਕਿ ਜੋ ਮੈਂ ਲੇਅਰਸ ਦੀ ਹੁਣ ਗੱਲ ਕਰਦੀ ਸੀ, ਤੇ ਜਿਹੜੀਆਂ ਮਾਈਨਿਊਟ ਚੀਜ਼ਾਂ ਜਿਹੜੀਆਂ ਉਸ ਕੈਰੈਕਟਰ ਦੇ ਪਿੱਛੇ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸ਼ਾਇਦ ਸਾਡਾ ਜਿਹੜਾ ਬੈਕਗ੍ਰਾਉਂਡ ਹੁੰਦਾ ਹੈ ਉਹ ਉੱਥੇ ਕੰਮ ਕਰਦਾ ਹੈ, ਤੇ ਜਿਹੜੀ ਅਸੀਂ ਸਟੱਡੀ ਕਰਦੇ ਹਾਂ ਉਹ ਵੀ ਕਰਦੇ ਆ। ਤੇ ਮੈਨੂੰ ਫਿਰ ਉਸ ਤੋਂ ਬਾਅਦ ਜਦੋਂ ਮੈਂ ਇਹ ਪਲੇ ਕੀਤਾ ਤੇ ਦੁਬੇ ਜੀ ਨੇ ਮੈਨੂੰ ਰੋਲ ਦਿੱਤਾ, ਤੇ ਦੁਬੇ ਜੀ ਨੇ ਬਾਅਦ ਚ ਕੇ ਅੱਛਾ ਹਰਵਿੰਦਰ ਕਰੇਗੀ ਇਹ ਮੇਨ ਰੋਲ, ਤੇ ਬਟ ਆਡੀਸ਼ਨ ਤੋਂ ਬਾਅਦ ਮਿਲਿਆ ਸੀਗਾ ਉਹ ਮੇਨ ਰੋਲ, ਸਾਰਿਆਂ ਨੂੰ ਪੜਾ ਕੇ ਉਸ ਬੰਦਾ ਮੈਂ ਵਾਇਲਟ ਸਾਰੇ ਲੋਕ ਹੁੰਦੇ ਸੀਗੇ ਪੜਾ ਕੇ, ਮੈਨੂੰ ਉਹਨੇ ਕਿਹਾ ਤੂੰ ਖੁਸ਼ ਕਿਉਂ ਨਹੀਂ ਹੋਈ, ਤੇ ਮੈਂ ਕਿਹਾ ਮੈਨੂੰ ਕਹਿੰਦੇ ਮੈਂ ਤੈਨੂੰ ਮੇਨ ਰੋਲ ਦਿੱਤਾ ਤੂੰ ਖੁਸ਼ ਹੀ ਨਹੀਂ ਹੋਈ, ਮੈਂ ਕਿਹਾ ਸਰ ਮੈਨੂੰ ਵਿਸ਼ਵਾਸ ਨਹੀਂ ਸੀ, ਤੇ ਕੇਵਲ ਜੀ ਤੁਹਾਨੂੰ ਪਤਾ ਹੈ ਦੁਬੇ ਜੀ ਤੁਹਾਨੂੰ ਕਿਉਂ ਵਿਸ਼ਵਾਸ ਨਹੀਂ ਸੀਗਾ, ਮੈਂ ਕਿਹਾ ਸਰ ਤੁਸੀਂ ਮੈਂ ਤੇ ਤਾਂ ਸੋਹਣੀ ਵੀ ਨਹੀਂ ਆ, ਤੇ ਤੁਸੀਂ ਉਸ ਤਰ੍ਹਾਂ ਮਤਲਬ ਸਾਰੇ ਜਿੰਨੀਆਂ ਵੀ ਲੜਕੀਆਂ ਬੜੀਆਂ ਸੋਹਣੀਆਂ, ਮੈਨੂੰ ਲੱਗਦਾ ਮੈਨੂੰ ਹੁੰਦਾ ਨਾ ਇੱਕ ਦੇਖੋ ਵਿੱਚ ਮੈਨੂੰ ਮੇਰੇ ਅੰਦਰ ਸੀਗਾ ਉਹ ਕਿ ਮੇਰੇ ਲਈ ਕਿਸੇ ਨੇ ਕਦੀ ਕਾਲਾ ਰੰਗ ਕਹਿ ਦਿੱਤਾ ਸੀਗਾ ਉਹ, ਤੇ ਉਹੀ ਮੇਰੇ ਸਾਥ ਬਸ ਗਿਆ। ਫਿਰ ਮੈਨੂੰ ਮੇਰਾ ਹੱਥ ਫੜ ਕੇ ਉੱਥੇ ਉੱਪਰ ਤੁਹਾਨੂੰ ਪਤਾ ਨਾ ਰਿਪਰਟਰੀ ਚ ਸ਼ੀਸ਼ਾ ਲੱਗਿਆ ਹੁੰਦਾ ਸੀ, ਕੇ ਖੜੇ ਹੋ ਗਏ, ਮੈਨੂੰ ਉਹਨਾਂ ਨੇ ਕਿਹਾ ਸੀ ਦੇਖ ਆਪਣੇ ਆਪ ਨੂੰ, you are the most beautiful girl in repertory, look at your features, your eyes are speaking and confident, ਮੇਰੀ ਮੈਂ ਜੇ ਐਕਟਰੈਸ ਮੇਰੀ ਕਹਿੰਦੇ ਮੈਨੇ ਸ਼ਬਾਨ ਮੇਰੀ ਐਕਟਰੈਸ ਰਹਿ ਚੁੱਕੀ ਹੈ, ਅਗਰ ਮੈਂ ਕਿਸੇ ਨੂੰ ਮੇਨ ਰੋਲ ਦੇਣਾ ਹੈ ਜ਼ਰੂਰ ਮੇਰੀ ਐਕਟਰੈਸ ਦੇ ਵਿੱਚ ਕੁਝ ਹੁੰਦਾ ਹੈ, ਔਰ ਮੇਰੀ ਐਕਟਰੈਸ ਨੂੰ ਕੌਨਫੀਡੈਂਸ ਨਾ ਹੋਏ, ਉਸ ਦਿਨ ਉਹਨਾਂ ਨੇ ਕਿਹਾ ਸੀ ਕਿ you are just, ਮੈਨੂੰ ਕਿਹਾ you are the most beautiful, that was my turning point, even I can do that, now I'm not
ਬਿਹਾਈਂਡ, ਮੈਨੇ ਪਿੱਛੇ ਮੁੜ ਕੇ ਨਹੀਂ ਦੇਖੂੰਗੀ। ਫਿਰ ਉਸ ਤੋਂ ਬਾਅਦ ਉਹਨਾਂ ਦੇ ਬਾਅਦ ਮੈਨੂੰ ਐਗਜ਼ੀਬਿਸ਼ਨ ਮਿਲੀ ਸੀਗੀ, ਜਿਹੜੀ ਇਹ ਐਗਜ਼ੀਬਿਸ਼ਨ ਹੀ ਇਜ਼ ਅ ਫੇਮਸ ਫੋਟੋਗ੍ਰਾਫਰ ਐਂਡ ਡਿਜ਼ਾਈਨਰ ਆਫ ਨਿਊ ਟੈਕ, ਮਿਸਟਰ ਹਰਬੰਸ ਮੋਦੀ ਜੀ। ਉਹਨਾਂ ਨੇ ਪਹਿਲੀ ਐਗਜ਼ੀਬਿਸ਼ਨ ਸੁਸ਼ਮਿਤਾ ਕੀਤੀ, ਦੂਸਰੀ ਆਇਸ਼ਾ ਚੁਲਕਾ ਐਕਟਰੈਸ ਦੇ ਨਾਲ ਕੀਤੀ, ਤੇ ਉਹਨਾਂ ਨੇ ਖੁਸ਼ਵੰਤ ਸਿੰਘ ਜੀ ਦੇ ਨਾਲ ਕੀਤੀ, ਤੇ ਚੌਥੀ ਐਗਜ਼ੀਬਿਸ਼ਨ ਜਿਹੜੀ ਦ ਸਿਲੈਕਟਿਵ ਆਈ, ਉਹਨਾਂ ਨੇ ਕਿਹਾ ਤੁਹਾਡੀ ਆਂਖ ਤੇਰੀ, ਉਹਨਾਂ ਨੇ ਕਿਹਾ ਸਰ ਕਹਿੰਦੇ ਵੀ ਤਾਂ ਮੈਂ ਦੇਖਿਆ ਸੀ ਵੀ ਇੱਕ ਹੰਝੂ, ਇਹ ਕੁੜੀ ਨੇ ਹੰਝੂ ਗਿਰਾਤਾ ਤਾਂ ਇਹ ਮੇਰੀ ਐਗਜ਼ੀਬਿਸ਼ਨ ਚ, ਕਿਉਂਕਿ ਆਈ ਹੈਵ ਸੀਨ ਹਿਮਾਨੀ, ਆਈ ਹੈਵ ਸੀਨ ਸੀਮਾ ਵਿਸ਼ਵਾ, ਕਿ ਜੇ ਇਸ ਕੁੜੀ ਨੇ ਹੰਝੂ ਗਿਰਾ ਦਿੱਤਾ ਤੇ ਇਹ ਮੇਰੀ ਐਗਜ਼ੀਬਿਸ਼ਨ ਆਏਗੀ। ਜੇ ਇਹਨੇ ਹੰਝੂ ਆਪਣੀਆਂ ਅੱਖਾਂ ਚ ਰੋਕ ਲਿਆ, ਮੇਰਾ ਉਹ ਹੰਝੂ ਅੱਖਾਂ ਚੋਂ ਮੈਂ ਸ਼ਾਇਦ ਡਿੱਗਣ ਨਹੀਂ ਦਿੱਤਾ ਸੀਗਾ, ਨਹੀਂ ਮੇਰਾ ਉਹ ਹੰਝੂ, ਤੇ ਉਸ ਹੰਝੂ ਤੋਂ ਮੈਨੂੰ ਐਗਜ਼ੀਬਿਸ਼ਨ ਮਿਲੀ, ਜਿਹੜੀ ਕਿ 1 ਸਾਲ ਤੱਕ ਅਸੀਂ ਸ਼ੂਟ ਕੀਤਾ ਪੰਜਾਬ ਦੇ ਵਿੱਚ। ਗੁਜਰਾਲ ਜੀ ਨੇ ਉਸ ਉਹਨੂੰ ਇਨੈਗੋਰੇਟ ਕੀਤਾ ਸੀ, ਤੇ ਮੇਰੇ ਲਈ ਖੁਸ਼ੀ ਦੀ ਗੱਲ ਸੀ ਕਿ ਮੇਰੇ ਫਾਦਰ, ਉਹਨਾਂ ਨੇ ਚੀਫ ਗੈਸਟ, ਸਪੈਸ਼ਲ ਗੈਸਟ ਮੇਰੇ ਫਾਦਰ ਨੂੰ ਬੁਲਾਇਆ, ਔਰ ਮੇਰੇ ਮਤਲਬ ਨੀਲੀ ਪਗੜੀ ਬੰਨ ਕੇ ਛੱਡ ਕੇ ਆਏ ਸੀਗੇ ਜਦੋਂ, ਤੇ ਮੈਨੂੰ ਐਨ ਲੱਗਦਾ ਸੀ, ਮੈਂ ਪਾਪਾ ਨੂੰ ਕਿਹਾ ਕਿ this was the moment ਮੈਂ ਜਿਹੜਾ ਚਾਹੁੰਦੀ। ਤੇ ਇਹ ਜਿਹੜੀ ਤੁਸੀਂ ਹਾਂਜੀ ਹਾਂਜੀ, ਤੇ ਬਸ ਇਸੇ ਤਰ੍ਹਾਂ ਫਿਰ ਅੱਗੇ ਮਤਲਬ ਚੱਲਦਾ ਰਿਹਾ ਇਹਦਾ ਸਿਲਸਿਲਾ। ਕੁਝ ਕਹਿ ਰਹੇ ਹੋ? ਨਹੀਂ, ਹਾਂ ਬਸ ਇਹ ਮੈਂ ਇਹੀ ਜਿਹੜਾ ਸੀ ਨਾ ਪੁਆਇੰਟ, ਹੈਲੋ, ਹਾਂ ਬਬਲੀ, ਮੈਂ ਬਸ ਇਸ ਪੁਆਇੰਟ ਤੱਕ ਹੀ ਜਿਹੜੀ ਗੱਲ ਸੀਗੀ ਨਾ, ਕਿ ਇਹੀ ਕਿ ਐਗਜ਼ੀਬਿਸ਼ਨ ਜਿਹੜੀ ਇੱਕ ਕੁੜੀ ਦੇ ਕੋਲ ਬਿਲਕੁਲ ਕੌਨਫੀਡੈਂਸ ਨਹੀਂ ਸੀਗਾ, ਔਰ ਕਿਵੇਂ ਉਹ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਆਈ, ਤੇ ਉਸਨੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ, ਤੇ ਫਿਰ ਆਪਣੇ NSD ਐਡਮਿਸ਼ਨ ਵੇਲੇ ਉਹ ਜਿਹਦੇ ਹੌਲੀ ਹੌਲੀ ਇੱਕ ਕੌਨਫੀਡੈਂਸ ਬਣਿਆ, ਕਿ ਉਸ ਨੂੰ ਆਪਣੇ ਅੰਦਰਲੀ ਇੱਕ ਬਿਊਟੀ ਵੀ ਨਜ਼ਰ ਆਈ, ਤੇ ਫਿਰ ਉਹਦੀ ਇੱਕ ਐਗਜ਼ੀਬਿਸ਼ਨ ਵੀ ਬਣੀ। ਤੇ ਮੈਂ ਤੈਨੂੰ ਅੱਜ ਦੱਸਦਾ, ਜਦੋਂ ਤੇਰੀ ਐਡਮਿਸ਼ਨ ਹੋਈ ਸੀ ਨਾ, ਅਸੀਂ ਕਿਉਂਕਿ 3rd ਈਅਰ ਦੇ ਵਿੱਚ ਸੀ, ਤੇ ਉਹ ਇੱਕ ਪੰਜਾਬ ਤੋਂ ਕੁੜੀ ਆਈ ਹੈ, ਤੇ ਜਦੋਂ ਮੈਂ ਤੇਰੇ ਵੱਲ ਦੇਖਦਾ, ਮੈਂ ਕਿਹਾ ਸ਼ਦੈਨ ਜੀ ਕਿੱਥੋਂ ਆ ਗਈ ਹੈ ਕੁੜੀ, ਇਹ ਤੇ ਹੈ ਨਾ, ਕਿ ਇਹ ਬਿਲਕੁਲ ਲੱਗਦਾ ਹੀ ਨਹੀਂ ਸੀ ਵੀ ਇਹ ਕਿੱਥੋਂ ਦਾ ਐਕਟਰੈਸ ਹੈ, ਇਹ ਤੇ ਕੋਈ ਥੀਏਟਰ ਵਾਲੀ ਕੁੜੀ ਨਹੀਂ ਹੈ, ਹੈ ਨਾ। ਤੇ ਮੈਨੂੰ ਲੱਗਦਾ ਝੱਲੀ ਜੀ ਜਿਵੇਂ ਕੋਈ ਕੁੜੀ ਹੁੰਦੀ ਹੈ ਉਦਾਂ ਦੀ, ਪਰ ਹੌਲੀ ਹੌਲੀ ਤੇਰੀ ਗਰੋਥ ਬਹੁਤ ਹੋਈ। ਇਹ ਸਭ ਤੋਂ ਪਲੱਸ ਪੁਆਇੰਟ ਬਹੁਤ ਸੀਗਾ ਬਬਲੀ ਤੇਰਾ, ਕਿ ਤੂੰ ਹੌਲੀ ਜੋ ਸਿੱਖਿਆ ਉੱਥੇ ਰਹਿ ਕੇ, ਔਰ ਫਿਰ ਜੋ ਰਿਪੈਟਰੀ ਚ ਰਹਿੰਦਿਆਂ ਕੀਤਾ, ਇਹ ਇੱਕ ਬਹੁਤ ਕਹਿ ਲਓ ਕਿ ਅਗਲਾ ਮੁਕਾਮ ਸੀਗਾ। ਬਬਲੀ, ਮੈਂ ਇੱਕ ਹੋਰ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਤੋਂ ਬਾਅਦ, ਰਿਪੈਟਰੀ ਤੋਂ ਬਾਅਦ, ਕਾਫੀ ਸਾਰੀਆਂ ਥੀਏਟਰ ਵਰਕਸ਼ਾਪ ਵਿੱਚ ਟ੍ਰੇਨਿੰਗ ਦਿੱਤੀ। 2 ਵਾਰੀ ਤੁਸੀਂ ਅੰਮ੍ਰਿਤਸਰ ਮੇਰੇ ਕੋਲ ਵੀ ਮੇਰੀ ਥੀਏਟਰ ਵਰਕਸ਼ਾਪ ਲਈ ਵੀ ਆਏ, ਔਰ ਹੋਰ ਵੀ ਕਈ ਥਾਵਾਂ ਤੇ ਹਿੰਦੁਸਤਾਨ 'ਚ ਤੁਸੀਂ ਥੀਏਟਰ ਵਰਕਸ਼ਾਪ ਲਈ ਗਏ। ਤੇ ਮੈਨੂੰ ਸੀ ਕਿ ਫਿਰ ਜਿਹੜਾ ਉਹ ਤੁਸੀਂ ਕੌਨਫੀਡੈਂਸ ਬਣਾਇਆ ਸੀ ਆਪਣੇ ਅੰਦਰ, ਉਹ ਫਿਰ ਇਹਨਾਂ ਵਰਕਸ਼ਾਪ ਦੇ ਵਿੱਚ ਕੰਮ ਆਇਆ, ਉਹਨੂੰ ਕਿਵੇਂ ਯੂਜ਼ ਕੀਤਾ, ਉਹ ਆਪਣੀ ਟ੍ਰੇਨਿੰਗ ਨੂੰ ਜਿਹੜਾ? NSD ਤੋਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਵੀ ਨਵਨਾ ਮੈਮ ਨੇ, ਔਰ ਇਹਨਾਂ ਨੇ ਬੁਲਾਇਆ ਵੀ ਸੀ, ਉੱਥੇ ਵੀ ਮੈਂ ਕੀਤੀਆਂ, ਫਿਰ ਤੁਹਾਡੇ ਨਾਲ ਵੀ ਵਰਕਸ਼ਾਪ ਕੀਤੀਆਂ। ਤੇ ਕਿਉਂਕਿ ਮੈਂ ਸਪੈਸ਼ਲਾਈਜੇਸ਼ਨ ਇਨ ਐਕਟਿੰਗ ਸੀ, ਤੇ ਸ਼ਾਇਦ ਮੈਂ ਸਿਰਫ ਐਕਟਿੰਗ ਦੀਆਂ ਚੀਜ਼ਾਂ ਦੇ ਉੱਪਰ ਜ਼ਿਆਦਾ ਕੰਮ ਕਰਦੀ ਸੀ, ਐਕਟਿੰਗ ਦੇ ਉੱਪਰ ਜ਼ਿਆਦਾ ਬੋਲਦੀ ਸੀਗੀ। ਤੇ ਜਦੋਂ ਵੀ ਕੋਈ ਕਲਾਸ ਲੈਂਦੀ ਸੀ, ਤੇ ਮੈਨੂੰ ਇਹ ਇੱਕ ਚੀਜ਼ ਸਮਝ ਵਿੱਚ ਸੀਗੀ ਕਿ ਮੈਂ ਜਦੋਂ ਵੀ ਜਿਹੜੇ ਕਿ ਬੈਕਗ੍ਰਾਉਂਡ, ਜਿਨ੍ਹਾਂ ਦੀ ਕੋਈ ਥੀਏਟਰ ਬੈਕਗ੍ਰਾਉਂਡ ਨਹੀਂ ਹੈਗੀ, ਜਿਹੜੇ ਸਟੂਡੈਂਟ ਆਉਂਦੇ ਨੇ ਵਰਕਸ਼ਾਪ ਦੇ ਵਿੱਚ, ਪਿੰਡਾਂ ਤੋਂ ਵੀ ਆਉਂਦੇ, ਜਿੱਦਾਂ ਤੁਹਾਡੀ ਵਰਕਸ਼ਾਪ ਦੇ ਵਿੱਚ ਪਾਕਿਸਤਾਨ ਆਏ ਸੀਗੇ ਸਟੂਡੈਂਟ, ਤੁਸੀਂ ਕਾਫੀ ਪਿੰਡਾਂ ਦੀਆਂ ਕੁੜੀਆਂ ਵੀ ਸੀ ਵਿੱਚ, ਸ਼ਹਿਰਾਂ ਦੇ ਵੀ ਸੀਗੇ। ਤੇ ਉਦੋਂ ਮੈਨੂੰ ਇੱਕ ਗੱਲ ਸਮਝੀ ਸੀ ਕਿ ਬਬਲੀ ਸਟੈਨਿਸਲਵਸਕੀ ਨੂੰ ਪਿੱਛੇ ਰੱਖਦੇ, ਗ੍ਰੋਤੋਵਸਕੀ ਪਿੱਛੇ ਰੱਖਦੇ, ਬ੍ਰੈਖਟ ਨੂੰ ਇੱਧਰ ਕਰਦੇ, ਹਾਲੇ ਇਹਨਾਂ ਦੀ ਲੋੜ ਨਹੀਂ ਹੈਗੀ। ਫਿਰ ਮੈਂ ਜਦੋਂ ਜਿਹੜੀ ਚੀਜ਼ ਸਿਖਾਉਂਦੀ ਸੀ ਨਾ ਕੇਵਲ ਜੀ, ਉਦੋਂ ਮੈਨੂੰ ਇਹ ਲੱਗਦਾ ਸੀ ਕਿ ਮੈਂ ਆਪਣੇ ਆਪ ਨੂੰ ਦਿਖਾਉਣ ਨਹੀਂ ਜਾਣਾ ਕਿ ਮੈਂ ਕੀ ਹੈ, ਮੈਂ ਇਹ ਦੇਖਣ ਜਾਣਾ ਹੈ ਕਿ ਜਿਹੜੀ ਸਾਹਮਣੇ ਮੇਰੀ ਖੜੀ ਹੈ, ਜਿਹੜੀ ਅੱਜ ਵੀ ਤੁਹਾਡੇ ਨਾਲ ਲੜਕੀ, ਉਹ ਮੈਂ ਉਹਦਾ ਨਾਮ ਭੁੱਲ ਗਈ, ਰੋਲ ਕਰਦੀ ਹੈ, ਉਹ ਕੁੜੀ ਨੂੰ ਮੈਂ ਜਦੋਂ ਦੇਖਿਆ, ਉਹ ਮੈਡਮ ਜੀ ਦੇਖ ਲਓ, ਮੈਨੂੰ ਵੇਖ ਕੇ ਹੱਸਦਾ ਜਦੋਂ ਅਸੀਂ ਐਕਟਿੰਗ, ਤੇ ਮੈਂ ਦੇਖਦੀ ਸੀ ਕਿ ਇਹ ਲੜਕੀ ਨੂੰ ਮੈਂ ਸਟੈਨਿਸਲਵਸਕੀ ਬਣਾਉਂ ਜਾਂ ਇਹਨੂੰ ਮੈਂ ਗ੍ਰੋਤੋਵਸਕੀ ਦੀ ਗੱਲ ਕਰੂੰਗੀ, ਤੇ ਮੈਨੂੰ ਲੱਗਦਾ ਕਿ ਨਹੀਂ, ਇਹਨੂੰ ਦੇ ਉੱਤੇ ਕਿੱਦਾਂ ਖੜੇ ਹੋਣਾ, ਪ੍ਰੋਸੀਨੀਅਮ ਹੁੰਦਾ ਉਹਨੂੰ ਉਹ ਨਹੀਂ ਪਤਾ, ਨਾਟਕ ਹੁੰਦਾ ਕੀ ਹੈ ਉਹਨੂੰ ਉਹ ਨਹੀਂ ਪਤਾ, ਉਹ ਚੀਜ਼ਾਂ ਫਿਰ ਮੈਂ ਕੀਤੀਆਂ। ਇਸੇ ਚੀਜ਼ ਨੂੰ ਫਿਰ ਮੈਂ ਵਰਕਸ਼ਾਪਾਂ ਵੀ ਕੀਤੀਆਂ ਨਾਲ ਨਾਲ, ਫਿਰ ਨਾਲ
ਕੇਵਲ ਜੀ ਮੈਨੂੰ ਏਦਾਂ ਲੱਗਿਆ ਕਿ ਐਜ਼ ਐਨ ਐਕਟਰ ਮੇਰਾ ਨਾ ਸਰਵਾਈਵ ਕਰਨਾ ਮੁਸ਼ਕਿਲ ਹੋ ਰਿਹਾ ਸੀ। ਨਿਕਲ ਕੇ ਮੈਂ ਕੀਰਤੀ ਜੈਨ ਨਾਲ ਵੀ, ਮੈਡਮ ਦੇ ਨਾਲ ਵੀ ਕੀਤਾ, ਮੋਹਨ ਜੀ ਨਾਲ ਵੀ, ਅੰਕੁਰ ਜੀ ਨਾਲ ਵੀ ਕੰਮ ਕੀਤਾ, ਸੁਰੇਸ਼ ਭਾਰਦਵਾਜ ਨਾਲ ਸਾਰੇ ਕੀਤਾ। ਫਿਰ ਐਕਟਿੰਗ ਨਾਲ ਨਾ ਮੇਰਾ ਸਰਦਾ ਨਹੀਂ ਸੀਗਾ, ਮੈਂ ਵੀ ਨਹੀਂ ਸੀ ਦੇ ਸਕਦੀ। ਫਿਰ ਮੈंने डायरेक्शन शुरू करती ਜਿਹੜਾ ਕਿ ਫੀਲਡ ਨਹੀਂ ਸੀ ਮੇਰਾ, ਬਿਲਕੁਲ ਫੀਲਡ ਨਹੀਂ ਸੀ ਔਰ ਮੈਂ ਬਿਲਕੁਲ ਡਾਇਰੈਕਟਰ ਨਹੀਂ ਬਣਨਾ ਸੀਗਾ। ਇਹ ਮਜਬੂਰੀ ਨਾਲ ਕੀਤਾ ਸੀਗਾ ਕਿ ਮੈਂ ਇੱਕ ਡਾਇਰੈਕਟਰ ਦੀ ਤੌਰ ਤੇ ਮੈਨੂੰ ਕੋਈ ਜਾਣਦਾ ਐਜ਼ ਐਨ ਐਕਟਰ ਇਧਰਲੇ ਪਾਸੇ ਸਾਰੇ ਜਾਣਦੇ ਸੀਗੇ। ਪੰਜਾਬ ਵਿੱਚ ਸ਼ਾਇਦ ਤੁਸੀਂ ਸੀਗੇ ਕਿਉਂਕਿ ਪੰਜਾਬ ਵਾਲੇ ਪਾਸੇ ਜਾਨੀ ਤਾਂ ਦੇਵਗਨ ਦੇ ਫੈਮਿਲੀ ਦੇ ਵਿੱਚ ਗਈ, ਉਹ ਜਾਣਦੇ ਸੀਗੇ। ਜਾਂ ਫਿਰ ਮੈਂ ਪੰਜਾਬ ਦੇ ਵਿੱਚ ਕੇ ਕੰਮ ਨਹੀਂ ਕੀਤਾ, ਸ਼ਾਇਦ ਮੈਂ ਜ਼ਿਆਦਾ ਕੰਮ ਪੰਜਾਬ ਦੇ ਵਿੱਚ ਕੀਤਾ ਹੁੰਦਾ ਤੇ ਮੈਨੂੰ ਲੋਕ ਜਾਣਦੇ ਹੁੰਦੇ, ਜੋ ਕਿ ਮੈਨੂੰ ਕਰਨਾ ਸੀਗਾ। ਪਰ ਮੈਂ ਕਿਉਂਕਿ ਇੱਕ ਐਕਟਰ ਸੀਗੀ, ਇੱਕ ਮੈਨੂੰ ਐਜ਼ ਐਨ ਐਕਟਰ ਫਿਰ ਕੰਮ ਅੱਗੇ ਅੱਗੇ ਮਿਲਦਾ ਗਿਆ। ਇੱਕ ਤੁਸੀਂ ਮੈਨੂੰ ਗੱਲ ਮੈਂ ਭੁੱਲ ਗਈ, ਹੁਣ ਮੈਨੂੰ ਯਾਦ ਆ ਗਿਆ, ਤੁਸੀਂ ਕਿਹਾ ਬੰਬੇ ਵੱਲ ਕਿਉਂ ਨਹੀਂ ਗਏ। ਮੈਂ ਰਿਪਰਟਰੀ ਖਤਮ ਹੋਈ ਸੀ ਤੇ ਉਦੋਂ ਕਵਿਤਾ ਨਾਗਪਾਲ ਜੀ ਨੇ ਇੰਟਰਵਿਊ ਕੀਤਾ ਮੈਨੂੰ ਤੇ ਸਪਨਾ ਨੂੰ, ਸੌਰੀ ਮੈਂ ਜ਼ਰੂਰ ਦੱਸੂਗੀ, ਮੈਂ ਭਟਕ ਗਈ ਉਤੋਂ, ਮਿਸਗਾਈਡ ਹੋ ਗਈ ਸੀ। ਉਦੋਂ ਉਹਨਾਂ ਨੇ ਕਿਹਾ ਕਿ ਹਰਵਿੰਦਰ ਤੁਸੀਂ ਬੰਬੇ ਜਾਓਗੇ, ਤੇ ਮੈਂ ਕਿਹਾ ਨਹੀਂ, ਮੈਂ ਬੰਬੇ ਨਹੀਂ ਜਾਊਂਗੀ, ਮੈਂ ਥੀਏਟਰ ਕਰ, ਥੀਏਟਰ ਦੇ ਵਿੱਚ ਮਜ਼ਾ ਆਉਂਦਾ ਮੈਨੂੰ, ਥੀਏਟਰ ਦੇ ਵਿੱਚ ਸੈਟੀਸਫੈਕਸ਼ਨ, ਪਤਾ ਨਹੀਂ ਉਹ ਕੀ ਚੀਜ਼ ਸੀਗੀ ਜੋ ਮੈਨੂੰ ਥੀਏਟਰ ਵਿੱਚ ਅੱਜ ਵੀ ਮੈਨੂੰ, ਮੈਂ ਫਿਲਮਾਂ ਦੇ ਵਿੱਚ ਨਹੀਂ ਗਈ। 15 ਮੈਨੂੰ ਕਵਿਤਾ ਨਾਗਪਾਲ ਜੀ ਫਿਰ ਮਿਲ ਰਹੇ ਆ, ਕਹਿੰਦੇ ਕਿ ਤੂੰ ਆਪਣਾ ਨਿਭਾਇਆ ਔਰ ਤੂੰ ਨਹੀਂ ਗਈ। ਕੇਵਲ ਜੀ ਮੈਂ ਸਿਰਫ ਤੇ ਸਿਰਫ ਥੀਏਟਰ ਕੀਤਾ, ਮੈਂ ਜ਼ਿਆਦਾ ਡਾਇਰੈਕਸ਼ਨ, ਮੈਂ ਐਕਟਿੰਗ ਦੇ ਵਿੱਚ ਕਰਦੀ ਰਹੀ ਕਿਉਂਕਿ ਇੱਕ ਡਾਇਰੈਕਟਰ ਦੇ ਕੋਲ ਤੁਹਾਡਾ ਜਿਹੜਾ ਤੁਸੀਂ ਕੰਮ ਦਿੰਦੇ ਹੋ, ਐਕਟਰ ਕੰਮ ਮੰਗਦਾ ਹੈ ਜਾ ਕੇ। ਮੈਂ ਇਸ ਜਗ੍ਹਾ ਤੇ ਖੜੀ ਸੀ ਕਿ ਮੈਂ ਕੰਮ ਮੰਗਦੀ ਸੀ ਜਾ ਕੇ, ਸ਼ਾਇਦ ਮੈਂ ਖੁਦ ਮੰਗਣ ਵਾਲੀ ਸੀ, ਮੈਨੂੰ ਲੱਗਦਾ ਸੀ ਮੈਂ ਦੂਜਿਆਂ ਨੂੰ ਕਿ ਮੈਂ ਖੁਦ ਮੰਗਦੀ ਹੈ ਨਾ, ਕੰਮ ਮੰਗਦੀ ਸੀ। ਫਿਰ ਮੈਂ ਡਾਇਰੈਕਸ਼ਨ ਸ਼ੁਰੂ ਕੀਤੀ, ਮੈਂ ਫਿਰ ਜਿਹੜਾ ਮੈਨੂੰ ਇਹ, ਫਿਰ ਮੇਰਾ ਵਿਆਹ ਵੀ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ, ਮੇਰਾ ਵਿਆਹ ਵੀ ਹੋ ਗਿਆ ਸੀਗਾ ਦਿੱਲੀ ਦੇ ਵਿੱਚ, ਦਿੱਲੀ ਦਾ ਮੁੰਡਾ ਸੀ, ਉਹ ਤਾਂ ਉੱਥੇ ਵਿਆਹ ਹੋ ਗਿਆ, ਬੰਗਾਲੀ, ਉਹ ਵੀ ਬੰਗਾਲੀ। ਫਿਰ ਮੈਨੂੰ ਲੱਗਾ ਕਿ ਮੈਂ ਅਗਰ ਪੰਜਾਬ ਦੇ ਵਿੱਚ ਜਾ ਕੇ ਵੀ ਨਹੀਂ ਦਿੱਤਾ ਤੇ ਮੈਨੂੰ ਪੰਜਾਬ ਦੀ, ਮੈਂ ਕੁੜੀ ਆ, ਮੈਂ ਪੰਜਾਬ ਦੀ ਦੇਣ ਨਹੀਂ ਦਿੱਤੀ। ਕੇਵਲ ਜੀ ਉਹ ਪੁਆਇੰਟ ਸੀਗਾ ਜਦੋਂ ਮੈਂ ਪੰਜਾਬੀ ਥੀਏਟਰ ਸ਼ੁਰੂ ਕਰ, ਜੇ ਮੈਂ ਪੰਜਾਬ ਵਿੱਚ ਨਹੀਂ ਕਰ ਸਕੀ ਤੇ ਮੈਂ ਘੱਟੋ ਘੱਟ ਦਿੱਲੀ ਦੇ ਵਿੱਚ ਤਾਂ ਕਰਾਂ। ਤੇ ਮੈਂ ਦਿੱਲੀ ਦੇ ਲੋਕਾਂ ਨੂੰ ਪੰਜਾਬੀ ਸਿੱਖੀ, ਫਿਰ ਉੱਥੇ ਪੰਜਾਬੀ ਥੀਏਟਰ ਵੀ ਕੀਤਾ ਔਰ ਫਿਰ ਮੈਂ ਇੱਧਰ ਹਿੰਦੀ ਥੀਏਟਰ ਵੀ ਕਰਦੀ ਰਹੀ, ਉਧਰਲੇ ਪਾਸੇ ਵੀ ਕਿ ਮਤਲਬ ਇਹ ਜਿਹੜਾ MP UP ਬਨਾਰਸ ਲਖਨਊ ਇਧਰਲੇ ਪਾਸੇ ਵੀ ਜਾ ਕੇ ਕਰਦੀ ਰਹੀ। ਔਰ ਇੱਕ ਹੋਰ ਤੁਹਾਨੂੰ ਉਹ ਵੀ ਨਹੀਂ ਪਤਾ ਕਿ ਵਰਲਡ ਸਪੇਸ ਸੈਟੇਲਾਈਟ ਰੇਡੀਓ, ਜਿੱਥੇ ਮੈਂ 3 ਸਾਲ ਤੱਕ ਕੰਮ ਕੀਤਾ ਐਜ਼ ਅ ਆਰ, 3-4 ਸਾਲ ਤੱਕ ਕੰਮ ਕੀਤਾ ਐਜ਼ ਅ RJ, ਜਿੱਥੇ ਮੈਂ ਪੰਜਾਬੀ ਦੇ ਪ੍ਰੋਗਰਾਮ ਕਰਦੀ ਹੁੰਦੀ ਸੀ। ਫਿਰ ਮੈਂ ਦੂਰਦਰਸ਼ਨ ਦੇ ਉੱਤੇ ਵੀ ਕਾਫੀ ਸਾਰੇ ਡਾਕੂਮੈਂਟਰੀਜ਼ ਕੀਤੀਆਂ, ਫਿਰ ਉੱਥੇ ਫਿਲਮਾਂ ਵੀ ਕੀਤੀਆਂ। ਫਿਰ ਮੈਨੂੰ ਮਤਲਬ ਉੱਥੇ ਸਾਰਾ ਜਿਹੜਾ ਕੰਮ ਕੀਤਾ, ਫਿਰ ਮੈਂ ਵਰਕਸ਼ਾਪ ਕਰਦੀ ਰਹੀ। ਫਿਰ ਦੌਰਾਨ ਮੈਨੂੰ ਵਾਪਸ ਜਦੋਂ ਮੈਨੂੰ ਉੱਥੇ ਕੰਮ ਮਿਲਣਾ ਸ਼ੁਰੂ ਹੋਇਆ, ਉਸੇ ਦੌਰਾਨ ਮੇਰੇ ਹਸਬੈਂਡ ਦੀ ਇੱਥੇ ਆ ਕੇ ਮਸਕਟ ਵਿੱਚ ਆ ਕੇ, ਮਸਕਟ ਦੇ ਵਿੱਚ ਜਦੋਂ ਉਹ ਆ ਗਏ ਤੇ ਫਿਰ ਮੈਨੂੰ ਵੀ ਨਾਲ ਆਉਣਾ, ਕਿਉਂਕਿ ਜਿਹੜੀ ਚੀਜ਼ ਕੁੜੀ ਮੈਂ ਮੁੰਡਾ ਨਹੀਂ ਸੀਗੀ, ਕਿਤੇ ਮੈਨੂੰ ਆਪਣੇ ਜਿੱਥੇ ਘਰ ਵਾਲੇ ਜਾਣਗੇ ਉੱਥੇ ਜਾਣਾ ਪਿਆ। ਕਈ ਵਾਰੀ ਮਜਬੂਰੀਆਂ ਹੁੰਦੀਆਂ ਕਿ ਤੁਸੀਂ ਚੀਜ਼ ਛੱਡਣਾ ਚਾਹੁੰਦੇ, ਪਰ ਮੈਂ ਸ਼ਾਇਦ ਇਹ ਨਹੀਂ ਕਹਿ ਸਕੀ ਕਿ ਨਹੀਂ ਮੈਂ ਛੱਡ ਕੇ ਨਹੀਂ ਜਾਊਂਗੀ, ਕਿਉਂਕਿ ਗੁੱਡੀ ਨਹੀਂ ਸੀ ਮੇਰੇ ਵਾਸਤੇ ਵਿਆਹ, ਮੈਂ ਕੁੜੀ ਸੀ, ਮੈਂ ਦੂਜੇ ਘਰ ਦੀ ਕੁੜੀ। ਕਹਿੰਦੇ ਰਹਿੰਦੇ ਜਿਹੜੇ ਮੇਰੇ ਨਾਟਕ ਹੁਣ ਮੈਂ ਲਿਖੇ ਨੇ, ਨਾਟਕ ਜਿਹਦੀ ਕਿਤਾਬ ਵਿੱਚ ਹੈ ਉਹਦੇ ਵਿੱਚ ਮੈਂ ਲਿਖਿਆ ਵੀ ਕੁੜੀ ਫਿਰ ਰੋਟੀਆਂ ਬਣਾਉਣ ਵਾਸਤੇ ਨਹੀਂ ਹੁੰਦੀ, ਪਰ ਮੇਰੇ ਹਸਬੈਂਡ ਨੇ ਮੈਨੂੰ ਰੋਟੀ ਨਹੀਂ ਬਣਾਉਣ ਵਾਸਤੇ ਲਾਇਆ ਨਹੀਂ ਕੀਤਾ, ਉਹ ਮੇਰਾ ਆਪਣਾ ਸੀਗਾ ਕਿ ਬੀਇੰਗ ਅ ਲੇਡੀ ਹੋਣ ਦੇ ਜਿਹੜੇ ਫਰਜ਼ ਹੁੰਦੇ ਨੇ, ਇੱਕ ਭੈਣ ਦੇ ਫਰਜ਼ ਨਿਭਾਏ, ਜੇ ਮੈਂ ਬੇਟੀ ਹੋਣ ਦੇ ਫਰਜ਼ ਨਿਭਾਏ, ਇੱਕ ਬਹੂ ਹੋਣ ਦੇ ਵੀ ਫਰਜ਼ ਨਿਭਾਏ, ਇੱਕ ਮਾਂ ਹੋਣ ਦੇ ਵੀ ਫਰਜ਼ ਨਿਭਾਏ, ਉਹਨਾਂ ਨੂੰ ਵੀ ਨਿਭਾਉਂਦਿਆਂ ਹੋਇਆ ਫਿਰ ਇੱਥੋਂ ਹੀ ਕੇਵਲ ਜੀ ਇੱਥੋਂ ਹੀ ਮੈਂ ਕੈਨੇਡਾ ਵੀ ਗਈ ਹਾਂ, ਮੈਂ ਕਈ ਵਾਰੀ ਤੁਹਾਡੇ ਨਾਲ ਪਾਕਿਸਤਾਨ ਵੀ ਉੱਥੇ ਤੁਹਾਡੇ ਨਾਲ ਹੀ ਸ਼ੁਰੂ ਕੀਤਾ ਸੀਗਾ, ਪਾਕਿਸਤਾਨ ਵੀ ਗਈ ਹਾਂ, ਨਾਲ ਵੀ ਪਾਕਿਸਤਾਨ ਗਈ ਹਾਂ, ਉੱਥੇ ਵੀ ਜਾ ਕੇ ਫਿਰ ਕੰਮ ਕੀਤਾ। ਹੁਣ ਇੱਥੇ ਮੈਂ ਮਸਕਟ ਦੇ ਵਿੱਚ ਬਹਿ ਕੇ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਥੇ ਮਸਕਟ ਦੇ ਵਿੱਚ ਇੱਥੇ ਥੀਏਟਰ ਦਾ ਕੋਈ ਉਹ ਨਹੀਂ ਹੈ, ਬਾਹਰ ਨਿਕਲ ਕੇ ਕਰਦੀ ਹਾਂ, ਪਰ ਮੈਂ ਇੱਥੇ ਮੈਂ ਹੁਣ ਇੱਕ ਥੀਏਟਰ ਸ਼ੁਰੂ ਕੀਤਾ ਜਿਹੜਾ ਕਿ ਮੈਂ ਹੁਣ ਹਾਊਸ ਵਾਈਫ ਦੇ ਨਾਲ ਕਰਦੀ ਹਾਂ, ਸੁਸਾਇਟੀ ਦੇ ਵਿੱਚ ਜਾਂਦੀ ਹਾਂ, ਜਿਹੜੀਆਂ ਔਰਤਾਂ ਜਿੱਦਾਂ ਕਹਿੰਦੇ ਨੇ ਉਹਨੇ ਸੁਸਾਈਡ ਕਰ ਲਿਆ ਜੀ, ਤੇ ਮੈਂ ਨਾਟਕ ਹੀ ਇਸ ਕਰਕੇ ਲਿਖਣਾ ਸ਼ੁਰੂ ਕੀਤਾ ਸੀਗਾ ਕਿ ਇੱਕ ਦੇ ਕਰਨ ਵਾਲੇ ਬਹੁਤ ਸਾਰੇ ਕੰਮ ਹੁੰਦੇ ਨੇ, ਇੱਕ ਐਕਟਰ ਕਦੀ ਨਹੀਂ ਬੈਠ ਸਕਦਾ। ਮੈਂ ਇੱਥੇ ਆ ਕਰਕੇ ਮੈਨੂੰ ਜ਼ਿਆਦਾ ਕੰਮ ਕਰਨਾ ਪਿਆ, 6:30 ਵਜੇ ਘੰਟੀ ਵੱਜਦੀ ਸੀ, 6:30 ਵਜੇ ਮੈਂ ਸ਼ੋਅ ਕਰਦੀ ਸੀ, ਇੰਨੇ ਸਾਲ ਮੈਂ ਸ਼ੋਅ ਕੀਤੇ, 1000 ਤੋਂ ਉੱਤੇ ਸ਼ੋਅ ਕਰ ਲਿਆ ਮੈਂ, ਰਿਪਰਟਰੀ ਚ 8 ਸਾਲ ਤੱਕ ਰਹੀ,
ਉਸ ਤੋਂ ਬਾਅਦ 6:30 ਵਜੇ ਮੈਨੂੰ ਇੱਥੇ ਨਾ ਕੁਝ ਹੋਣ ਲੱਗ ਪੈਂਦਾ ਸੀ, ਕੀ ਕਰਾਂ ਮੈਂ, ਕੀ ਕਰਾਂ, ਮੈਨੂੰ ਸਮਝ ਨਹੀਂ ਸੀ ਆਉਂਦੀ, ਮੈਨੂੰ ਲੱਗਦਾ ਸੀ ਪਾਗਲ ਹੋ। ਫਿਰ ਮੈਂ ਪੈਨ ਚੱਕਿਆ, ਜਿਹੜਾ ਮੈਂ ਸਟੇਜ ਤੇ ਨਹੀਂ ਕਰ ਸਕੀ ਸੀ ਉਹ ਮੈਂ ਚੀਜ਼ਾਂ ਲਿਖਦੀ, ਮੈਂ ਇੰਨੀਆਂ ਚੀਜ਼ਾਂ ਲਿਖੀਆਂ, ਇੰਨੀਆਂ ਲਿਖੀ ਕਿ ਅੱਜ ਮੈਂ 7 ਪਲੇ ਲਿਖੀ, ਇੱਕ ਐਕਟਰ। ਫਿਰ ਮੈਂ ਆਪਣਾ ਰਿਆਜ਼ ਜਿਹੜਾ ਹੁੰਦਾ ਮੇਰਾ, ਮੈਂ ਆਪਣਾ ਕੰਟੀਨਿਊ ਰੱਖਿਆ, ਮੈਂ ਭੱਜਦੀਆਂ ਨੱਠਦੀਆਂ ਵੌਇਸ ਐਕਸਰਸਾਈਜ਼। ਫਿਰ ਮੈਂ ਜਿਹੜੀ ਚੀਜ਼ ਨੇ ਮੈਂ ਰੱਖਿਆ ਸੀਗਾ ਨੈਸ਼ਨਲ ਸਕੂਲ ਆਫ ਡਰਾਮਾ ਸਕੂਲ ਦੇ ਵਿੱਚ ਗਾਉਣਾ, ਉਹ ਮੈਂ ਗਾਉਣਾ ਸਿੱਖ ਲਿਆ। ਅੱਜ ਮੈਂ ਇੱਥੇ ਊਦ ਵਜਾਉਣੀ ਹੈ, ਇੱਥੋਂ ਦਾ ਇੱਕ ਇੰਸਟਰੂਮੈਂਟ ਹੈ ਊਦ ਵਜਾਉਣੀ ਹੈ, ਤੇ ਊਦ ਦਾ ਵਜਾ ਕੇ ਨਾਲ ਮੈਂ ਇੱਥੇ ਪਰਫਾਰਮੈਂਸ ਦਿੱਤੀ ਗਾਣੇ ਦੀ, ਔਰ ਗਾਣਾ ਗਾਇਆ, ਔਰ ਉਹ ਵੀ ਪੰਜਾਬੀ ਗਾਣਾ ਗਾਇਆ, ਔਰ ਤਾਲੀਆਂ ਮਾਰੀਆਂ। ਤੇ ਮੈਨੂੰ ਲੱਗਿਆ ਸੀਗਾ ਵੀ ਇੱਕ ਮੇਰੀ ਕਮੀ ਸੀ। ਫਿਰ ਸਭ ਮੈਂ ਮੰਦਾਕਿਨੀ ਨੂੰ ਤੇ ਸਪਨਾ ਨੂੰ ਫੋਨ ਕਰਕੇ ਕਿਹਾ ਕਿ ਦੇਖੋ ਦੋਨਾਂ ਕੁੜੀਆਂ ਨੇ ਬਹੁਤ ਹੈਲਪ ਕੀਤੀ ਮੈਨੂੰ ਗਾਉਣ ਦੇ ਵਿੱਚ, ਕਾਫੀ ਮੈਨੂੰ ਹੈਲਪ ਕੀਤੀ, ਮਦਦ ਕੀਤੀ, ਔਰ ਮੈਨੂੰ ਸਪਨਾ ਨੇ ਦੇਖੋ ਮੈਨੂੰ ਲੱਗਦਾ ਕਿ ਤੂੰ ਮੇਰੇ ਨਾਲੋਂ ਪਹਿਲਾਂ ਆਪਣੀ ਐਲਬਮ ਕੱਢ ਲੇਂਗੀ। ਤੇ ਆਪਣੀਆਂ ਕਮੀਆਂ ਜਿਹੜੀਆਂ ਸੀ ਕੇਵਲ ਜੀ ਮੇਰੇ ਵਿੱਚ, ਮੈਂ ਉਹ ਵੀ ਪੂਰੀਆਂ ਕੀਤੀ। ਉਹ ਜਿਹੜੀਆਂ ਚੀਜ਼ਾਂ ਮੇਰੇ ਵਿੱਚ ਕਮੀਆਂ ਸੀਗੀਆਂ, ਉਹ ਜਦੋਂ ਮੈਂ ਕੁੜੀਆਂ ਵਿੱਚ ਜਾਨੀ ਆ, ਖਾਸ ਕਰਕੇ ਐਕਟਰਾਂ ਦੇ ਵਿੱਚ ਜਾਨੀ ਆ, ਉਹ ਮੈਂ ਉਹਨਾਂ ਨੂੰ ਉਹ ਸਿਖਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਇਹ ਦਾ ਕੰਮ ਨਹੀਂ ਹੈ, ਇਹ ਜਿਹੜੀਆਂ ਚੀਜ਼ਾਂ, ਇਹ ਇੱਕ ਰਿਸਪੌਂਸਿਬਿਲਿਟੀ, ਥੀਏਟਰ ਇੱਕ ਰਿਸਪੌਂਸਿਬਿਲਿਟੀ ਹੈ। ਥੀਏਟਰ ਨਹੀਂ ਹੈ ਵੀ ਤੁਸੀਂ 4 ਫਿਲਮ ਇੱਥੇ ਕਰਕੇ 4 ਨਾਟਕ ਕਰਕੇ ਫਿਲਮਾਂ ਚਲੇ ਜਾਓ ਜਾਂ ਇਹ ਕਰ ਲਓ ਉਹ ਕਰ ਲਓ। ਥੀਏਟਰ ਮੰਗਦਾ ਹੈ, ਥੀਏਟਰ ਇੱਕ ਰਿਸਪੌਂਸਿਬਿਲਿਟੀ ਹੈ। ਥੀਏਟਰ ਅਸੀਂ ਥੀਏਟਰ ਨੂੰ ਜੀ ਮਤਲਬ ਲੋਕੀ ਕਹਿੰਦੇ ਨੇ, ਅੱਜ ਕਹਿੰਦੇ ਨੇ ਅਰੇ ਨਹੀਂ ਇਹੋ ਜਿਹੀ ਕੋਈ ਗੱਲ, ਇਹ ਹੁੰਦਾ ਉਹ ਹੁੰਦਾ ਨਹੀਂ। ਮੈਂ ਅੱਜ ਵੀ ਓਨਾ ਹੀ ਜੀਣੀ ਆ, ਅੱਜ ਵੀ ਮੈਨੂੰ ਓਨਾ ਹੀ ਡਰ ਲੱਗਦਾ, ਅੱਜ ਵੀ ਮੈਂ ਉਹੀ ਕਰਦੀ ਹਾਂ। ਇਸੇ ਕਰਕੇ ਮੈਂ ਲੋਕਾਂ ਦੇ ਡਰ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜਿਹੜੇ ਡਰ ਮੇਰੇ ਅੰਦਰ ਸੀਗੇ। ਮੈਂ ਕੋਈ ਵਰਕਸ਼ਾਪ ਦੇ ਵਿੱਚ ਜਾਣੀ ਹੈ ਨਾ, ਉਹਨਾਂ ਨੂੰ ਮੈਂ ਐਕਟਿੰਗ ਤਾਂ ਹੀ ਨਾਲ ਨਾਲ ਉਹਨਾਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਦਾ ਵੀ ਇਹ ਦੱਸ ਕਿ ਜਿਹੜੀਆਂ ਚੀਜ਼ਾਂ ਮੈਂ ਫੇਸ ਕੀਤੀਆਂ ਨੇ, ਉਹ ਚੀਜ਼ਾਂ ਕਿੱਦਾਂ ਤੁਸੀਂ ਅੱਗੇ ਵਧਣਾ ਹੈ, ਉਹ ਮੇਰੀ ਕੋਸ਼ਿਸ਼ ਹੈ। ਤੇ ਉਹੀ ਮੈਂ ਇੱਥੇ ਵੀ ਹਾਊਸ ਵਾਈਫ ਦੇ ਨਾਲ ਕਰਦੀ ਉਹਨਾਂ ਨੂੰ ਜੀ, ਤੇ ਉਹਨਾਂ ਨੂੰ ਮੈਂ ਉਹ ਹਾਂ ਬਬਲੀ ਜੀ, ਮੈਂ ਆ ਜਿਹੜੀ ਤੁਸੀਂ ਇੰਨੀ ਲੰਬੀ ਗੱਲ ਕੀਤੀ, ਇਹਦੇ ਵਿੱਚ ਮੈਂ ਇੱਕ ਚੀਜ਼ ਦੇਖਿਆ ਕਿ ਇੱਕ ਐਕਟਰ ਦੀ ਤੜਪ ਹੈ ਨਾ, ਤੜਪ ਹੈ ਉਹਦੇ ਅੰਦਰ ਜਿਹੜੀ, ਕਿ ਉਹ ਆਪਣੀ ਉਸ ਤੜਪ ਨੂੰ ਕਿਸੇ ਵੀ ਬਹਾਨੇ, ਚਾਹੇ ਉਹ ਥੋੜੇ ਲੋਕਾਂ ਸਾਹਮਣੇ ਥੀਏਟਰ ਕਰੇ, ਵਰਕਸ਼ਾਪ ਕਰੇ, ਕਿਸੇ ਵੀ ਤਰ੍ਹਾਂ ਉਸ ਤੜਪ ਨੂੰ ਜਿਹੜਾ ਵਾ ਉਹ ਜ਼ਾਹਰ ਕਰਨਾ ਚਾਹੁੰਦਾ, ਉਸ ਰਿਸਪੌਂਸਿਬਿਲਿਟੀ ਨੂੰ ਉਹ ਭੁੱਲਦਾ ਨਹੀਂ ਹੈ। ਜਿਹੜਾ ਅਗਰ ਐਕਟਰ ਹੈ ਜਾਂ ਕੋਈ ਤੇ ਥੀਏਟਰ ਵਾਲਾ ਹੈ ਨਾ, ਤੇ ਤੁਸੀਂ ਉਹ ਤੜਪ ਨੂੰ ਜਾਰੀ ਰੱਖਿਆ। ਔਰ ਮੈਂ ਇਸੇ ਤਰ੍ਹਾਂ ਦੀ ਇੱਕ ਜਿਹੜੀ ਤੜਪ ਜਿਹੜੀ ਪ੍ਰੀਤਪਾਲ ਨੇ ਆਪਣੀ ਥੀਏਟਰ ਵਰਕਸ਼ਾਪਾਂ ਦੇ ਵਿੱਚ, ਅੱਜ ਮੈਨੂੰ ਇਹ ਚੰਗਾ ਲੱਗ ਰਿਹਾ ਕਿ ਤੁਸੀਂ ਦੋਨੋਂ ਐਕਟਰ ਹੋ ਜਿਨ੍ਹਾਂ ਨਾਲ ਮੈਂ ਗੱਲਾਂ ਕਰ ਰਿਹਾ, ਪਰ ਤੁਸੀਂ ਬੜੇ ਅਲੱਗ-ਅਲੱਗ ਤਰ੍ਹਾਂ ਕੰਮ ਕੀਤੇ ਨੇ, ਔਰ ਪ੍ਰੀਤਪਾਲ ਦੇ ਅਲੱਗ ਤਰ੍ਹਾਂ ਕੰਮ ਹੈ, ਤੁਹਾਡੇ ਬੜੇ ਅਲੱਗ ਐਕਸਪੀਰੀਅੰਸ ਹੈ ਦੋਨਾਂ ਦੇ। ਪ੍ਰੀਤਪਾਲ ਤੁਸੀਂ ਜਦੋਂ ਮੁੜ ਕੇ ਫਿਰ ਇਹ ਜਿਹੜੀ ਆਪਣੀ ਐਕਟਰ ਵਾਲੀ ਜਿਹੜੀ ਤੜਪ ਸੀ, ਉਹਨੂੰ ਫਿਰ ਤੁਸੀਂ ਜਿੰਨੀਆਂ ਥੀਏਟਰ ਵਰਕਸ਼ਾਪ ਕੀਤੀਆਂ, ਤੁਸੀਂ ਜ਼ਿਆਦਾ ਐਕਟਿੰਗ ਐਜ਼ ਐਕਟਿੰਗ ਟੀਚਰ ਦੇ ਤੌਰ ਤੇ ਤੁਸੀਂ ਕੀਤੀਆਂ ਵਰਕਸ਼ਾਪ ਜਿਹੜੀਆਂ, ਤੇ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਦਾ ਕੁਝ ਐਕਸਪੀਰੀਅੰਸ ਜਿਹੜਾ ਉਹ ਸਾਡੇ ਨਾਲ ਸਾਂਝਾ ਕਰੋ। ਜੀ ਭਾਜੀ, ਮੇਰੇ ਵੈਸੇ ਪਹਿਲੇ ਪਾਸ ਆਊਟ ਹੋਣ ਤੋਂ ਬਾਅਦ ਜਿਹੜੀਆਂ ਮੈਂ ਵਰਕਸ਼ਾਪਾਂ ਕੀਤੀਆਂ ਉਹ ਬੱਚਿਆਂ ਨਾਲ ਕੀਤੀਆਂ ਸੀ। ਤਾਂ ਕਲਾਈਵ ਬਾਰਕਰ ਕਹਿੰਦੇ ਹੁੰਦੇ ਸੀ, ਜਾਂ ਹੋਰ ਵੀ ਸਾਡੇ ਡਰਾਮਾ ਟੀਚਰ ਅਸੀਂ ਸੁਣਦੇ ਆ ਕਿ ਜਿਹੜਾ ਐਕਟਰ ਹੁੰਦਾ ਐਕਚੁਅਲੀ ਮਤਲਬ ਚਾਈਲਡ ਹੁੰਦਾ ਹੈ, ਐਕਟਰ ਅੰਦਰੋਂ ਬੱਚਾ ਹੁੰਦਾ ਹੈ। ਤੇ ਪਰ ਬੱਚਿਆਂ ਨੂੰ ਨਾਲ ਜਦੋਂ ਮੈਂ ਕੰਮ ਸ਼ੁਰੂ ਕੀਤਾ ਤੇ ਮੈਨੂੰ ਲੱਗਿਆ ਕਿ ਯਾਰ ਮੈਂ ਸਟੈਨਿਸਲਾਵਸਕੀ, ਗ੍ਰੋਟੋਵਸਕੀ, ਮੇਅਰਹੋਲਡ, ਇਹ ਤਾਂ ਇਹ ਥਿਊਰੀਆਂ ਇਹ ਬੱਚਿਆਂ ਦੇ ਲੈਵਲ ਤੱਕ ਪਹੁੰਚਦੀਆਂ ਨਹੀਂ, ਤੇ ਮੇਰੀ ਸਮਰੱਥਾ ਵੀ ਨਹੀਂ ਹੈ ਕਿ ਮੈਂ ਪਹੁੰਚਾ ਦੇਵਾਂ, ਜਿੰਨਾ ਕੁ ਵੀ ਮੈਂ ਪੜ੍ਹਿਆ ਕਿ ਮੈਂ ਪਹੁੰਚਾ ਦੇਵਾਂ। ਤਾਂ ਫਿਰ ਮੈਨੂੰ ਕਲਾਈਵ ਬਾਰਕਰ ਉਦੋਂ ਯਾਦ ਆਇਆ ਕਿ ਨਹੀਂ, ਬੱਚਿਆਂ ਨਾਲ ਬੱਚਿਆਂ ਦਾ ਹੀ ਥੀਏਟਰ ਜਿਹੜਾ ਸ਼ੋਭਾ ਦਿੰਦਾ। ਇਹ ਕਰਦੇ ਕਰਦੇ ਜਿਵੇਂ ਇਹ ਸੱਚ ਹੈ ਕਿ ਐਜ਼ ਐਨ ਐਕਟਰ ਸਰਵਾਈਵ ਕਰਨਾ ਇੰਨਾ ਆਸਾਨ ਨਹੀਂ ਹੈ ਸਾਡੇ ਭਾਰਤੀ ਰੰਗਮੰਚ ਦੇ ਸੰਦਰਭ ਦੇ ਵਿੱਚ। ਤਾਂ ਤੁਹਾਨੂੰ ਹੋਰ ਬੜੇ ਕੰਮ ਕਰਨੇ ਪੈਂਦੇ ਆ, ਨਾਲ ਟੈਲੀਵਿਜ਼ਨ ਕਰਨਾ ਪੈਂਦਾ, ਨਾਲ ਤੁਹਾਨੂੰ ਕੋਈ ਟੀਚਿੰਗ, ਕੋਚਿੰਗ, ਵਟਐਵਰ, ਤਾਂ ਉਸ ਤੋਂ ਬਾਅਦ ਜਦੋਂ ਵਰਕਸ਼ਾਪ ਵੱਡਿਆਂ ਬੱਚਿਆਂ ਨਾਲ ਵੀ ਲੈਣ ਜਾਂਦਾ, ਜਾਂ ਜੋ ਐਮੇਚਿਓਰ ਥੀਏਟਰ ਕਰਦੇ ਆ, ਜਾਂ ਜਿਨ੍ਹਾਂ ਦੇ ਜੋ ਐਸਪੀਰੈਂਟ ਹੁੰਦੇ ਆ NST ਜਾਂ FTI ਜਾਣ ਵਾਸਤੇ, ਜਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ, ਤਾਂ ਮੈਂ ਜੋ ਡਰਾਮਾ ਸਕੂਲ ਤੋਂ ਸਿੱਖਿਆ ਤੇ ਮੇਰੀ ਜਰਨੀ ਜਰਾ ਉਸ ਤਰ੍ਹਾਂ ਦੀ ਹੈ ਕਿ ਮੈਂ ਅਗਰ ਤੁਗਲਕ ਕਰਨਾ ਚਾਹਾਂ ਤਾਂ ਜੇ ਮੈਂ ਤੁਗਲਕ ਨੂੰ ਸਮਝਣਾ ਤਾਂ ਮੈਨੂੰ ਫਿਰ ਨਵੇਂ ਸਿਰੇ ਤੋਂ ਆਪਣੇ ਆਪ ਨੂੰ ਵੀ ਸਮਝਣਾ ਪਏਗਾ। ਇਹ
ਕਰੈਕਟਰ ਦੇ ਨਾਲ, ਤੁਹਾਡੀ ਥੀਏਟਰ ਦੇ ਜਰਨੀ ਦੇ ਨਾਲ ਤੁਹਾਡੀ ਇੱਕ ਨਿੱਜ ਦੀ ਜਰਨੀ ਵੀ ਹੁੰਦੀ ਹੈ, ਤੁਹਾਡੇ ਵਿੱਚ ਵੀ ਬਦਲਾਵ ਆਉਂਦੇ। ਅੱਜ ਕੋਈ ਮੈਨੂੰ ਕਹੇ ਕਿ ਤੁਗਲਕ ਕਰ, ਤਾਂ ਮੈਂ ਕਹੂੰਗਾ ਨਹੀਂ, ਮੇਰੇ ਤੋਂ ਜਿਹੜਾ ਜੂਨੀਅਰ ਹੋਊਗਾ ਮੈਂ ਕਹੂੰਗਾ ਭਾਜੀ ਇਹਨੂੰ ਲੈ ਲਓ, ਇਹ ਬੜਾ ਅੱਛਾ ਐਕਟਰ ਹੈ। ਮੈਂ ਇੱਕਦਮ ਪ੍ਰਿਪੇਅਰ ਹੋਣ ਵਾਲਾ ਐਕਟਰ ਨਹੀਂ, ਮਤਲਬ ਮਿੱਟੀ ਦੇ ਭਾਂਡੇ ਵਾਂਗ ਸੀ ਮੇਰੀ, ਵੀ ਬਣ ਗਿਆ, ਗੋਲ ਵੀ ਬਣ ਗਿਆ, ਟੁੱਟ ਵੀ ਗਿਆ, ਉਹਦੇ ਚ ਡਿਜ਼ਾਈਨ ਵੀ ਬਣ ਗਿਆ, ਕਦੇ ਅੱਛਾ ਬਣ ਗਿਆ, ਕਦੇ ਉਹਦਾ ਨਕਸ਼ ਬਦਲ ਗਿਆ। ਤਾਂ ਮੈਂ ਕਦੇ ਸਟੂਡੈਂਟ ਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਆਹ ਪੜ੍ਹਿਆ ਤੇ ਮੈਂ ਆਹ ਜਾਣਦਾ। ਮੈਨੂੰ ਲੱਗਦਾ ਕਿ ਨਹੀਂ, ਪਹਿਲਾਂ ਆਪਣੇ ਆਪ ਨੂੰ ਜਾਣ ਲੈਣਾ ਹੀ ਸਭ ਤੋਂ ਵੱਡਾ ਸਟੈਨਿਸਲਾਵਸਕੀ ਸਭ ਤੋਂ ਵੱਡੀ ਥਿਊਰੀ ਜਿਹੜੀ ਹੈ ਉਹ ਕਾਮਯਾਬੀ ਦੀ ਉਹੀ ਹੈ। ਕਿਉਂਕਿ ਜਦੋਂ ਸ਼ੁਰੂਆਤ ਕੀਤੀ ਬੰਦੇ ਨੇ ਰੰਗਮੰਚ ਦੀ, ਤਾਂ ਕੋਈ ਥਿਊਰੀਆਂ ਨਹੀਂ ਸੀ ਉਹਦੇ ਕੋਲ ਜ਼ਿੰਦਗੀ ਸੀ। ਹੋ ਸਕਦਾ ਮੈਨੂੰ ਕਈ ਵਾਰ ਅੱਜ ਵੀ ਲੱਗਦਾ ਕਿ ਇਹ ਬੱਚੇ ਸ਼ਾਇਦ ਮੇਰੇ ਨਾਲੋਂ ਜ਼ਿੰਦਗੀ ਬਿਹਤਰ ਸਮਝਦੇ ਆ, ਇਹਨਾਂ ਕੋਲੇ ਜ਼ਿਆਦਾ ਵਧੀਆ ਐਕਸਪੋਜ਼ਰ ਹੈ ਮੇਰੇ ਕੋਲੋਂ। ਤਾਂ ਮੈਨੂੰ ਲੱਗਦਾ ਕਿ ਮੈਂ ਜਦੋਂ ਵਰਕਸ਼ਾਪ ਬੱਚਿਆਂ ਨਾਲ ਕਰ ਰਿਹਾ ਹੁੰਦਾ ਤਾਂ ਮੈਂ ਖੁਦ ਵੀ ਸਿੱਖ ਰਿਹਾ ਹੁੰਦਾ। ਮੈਨੂੰ ਉਹ ਪ੍ਰਵੋਕ ਕਰਦੇ ਆ, ਮੈਨੂੰ ਉਹ ਮੇਰੇ ਅੰਦਰ ਇੱਛਾ ਜਾਗਰਿਤ ਕਰਦੇ ਆ ਕਿ ਮੈਂ ਹੋਰ ਪੜ੍ਹਾਂ, ਇਸ ਲਾਈਨ ਨੂੰ, ਇਸ ਵਿਧਾ ਨੂੰ ਹੋਰ ਸਮਝਾਂ। ਐਕਟਿੰਗ ਕਰਨੀ ਤੇ ਐਕਟਿੰਗ ਪੜ੍ਹਾਉਣ ਦੇ ਵਿੱਚ ਕੀ ਫਰਕ ਪੈਂਦੇ ਆ, ਕਿੱਥੇ ਕਿੱਥੇ ਇਹਨਾਂ ਦੇ ਤਾਲਮੇਲ ਬਹਿੰਦੇ ਆ, ਤੇ ਕਿੱਥੇ ਤੁਹਾਡੀ ਉਸ ਜਰਨੀ ਜਿਹੜੀ ਉਹ ਜ਼ਿੰਦਾ ਰਹਿੰਦੀ ਹੈ ਕਿ ਤੁਸੀਂ ਬੱਚਾ ਆਪ ਤੋਂ ਅੱਧੀ ਉਮਰ ਦੇ ਬੱਚਿਆਂ ਨਾਲ ਵੀ ਜਦੋਂ ਇੰਟਰੈਕਟ ਕਰਦੇ ਹੋ, ਤੁਸੀਂ ਉਹਨਾਂ ਤੋਂ ਸਿੱਖ ਰਹੇ ਹੋ, ਕਹਿਣ ਨੂੰ ਤੁਸੀਂ ਸਿਖਾ ਰਹੇ ਹੋ ਪਰ ਸਿੱਖ ਵੀ ਰਹੇ ਹੁੰਦੇ ਹੋ। ਤਾਂ ਉਹ ਚੀਜ਼ਾਂ ਜਿਹੜੀ ਗਿਵ ਐਂਡ ਟੇਕ ਹੁੰਦੀ ਹੈ, ਮੈਨੂੰ ਲੱਗਦਾ ਕਿ ਉਹ ਮੈਨੂੰ ਕਾਫੀ ਹੱਦ ਤੱਕ ਬਚਾ ਕੇ ਲੈ ਜਾਂਦੀ ਹੈ। ਫਿਰ ਮੈਨੂੰ ਉਹ ਕਈ ਜਗ੍ਹਾ ਕ੍ਰੀਏਟਿਵ ਵੀ ਬਣਾਉਂਦੀ ਹੈ। ਮੇਰਾ ਦਿਲ ਕਰਦਾ ਹੈ ਕਿ ਆਹ ਅੱਛਾ ਵਰਕਸ਼ਾਪ ਹੋ ਗਈ, ਹੁਣ ਇੱਕ ਆਹ ਨਾਟਕ ਏਦਾਂ ਦਾ ਟ੍ਰਾਂਸਲੇਟ ਕੀਤਾ ਜਾਵੇ ਜਾਂ ਕੁਛ ਏਦਾਂ ਅਡੈਪਟ ਕੀਤਾ ਜਾਵੇ। ਜਾਂ ਮੈਂ ਕਈ ਵਾਰ ਏਦਾਂ ਹੀ ਕੁਛ ਅੱਧੇ ਲਿਖੇ ਮੇਰੇ ਕੋਲੇ ਨਾਟਕ ਪਏ, ਹਾਲਾਂਕਿ ਕੰਪਲੀਟ ਵੀ ਨਹੀਂ ਹੋਏ, ਕਿ ਆਹ ਨਾਟਕ ਮਤਲਬ ਪੋਇਟਰੀ ਚ ਕੀਤਾ ਜਾਵੇ ਤਾਂ ਕਿਵੇਂ ਹੋਊਗਾ। ਮੈਂ ਲਿਖੇ ਆ ਉਹ, ਪਰ ਉਹ ਸ਼ਾਇਦ ਫੌਰੀ ਹੁੰਦਾ, ਫਿਰ ਕੋਈ ਦੂਜਾ ਕੰਮ ਆ ਜਾਂਦਾ। ਪਰ ਮੇਰੀ ਜਿਹੜੀ ਫੋਕਸ ਇਹ ਹੁੰਦਾ ਕਿ ਜਿਹੜੀ ਮੇਰੀ ਜਰਨੀ ਥੀਏਟਰ ਦੀ ਹੈ ਉਹ ਮੇਰੀ ਸੈਲਫ ਲਰਨਿੰਗ ਦੇ ਨਾਲ ਸ਼ੁਰੂ ਹੁੰਦੀ ਹੈ। ਮੈਂ ਨਿਭਾ ਜੋਸ਼ੀ ਦਾ ਇਸ ਗੱਲੋਂ ਬਹੁਤ ਵੱਡਾ ਮਤਲਬ ਮੁਰੀਦ ਆ ਉਹਨਾਂ ਦਾ। ਉਹ ਮੈਂ ਬੜੀਆਂ ਮਿਸ ਕਰਦਾ ਕਿ ਅੱਜ ਦੀ ਡੇਟ ਚ NST ਚ ਐਸਥੈਟਿਕਸ ਨਾਂ ਦਾ ਸਬਜੈਕਟ ਨਹੀਂ ਪੜ੍ਹਾਇਆ ਜਾਂਦਾ। ਮੇਰੀ ਇੱਥੋਂ ਜਰਨੀ ਸ਼ੁਰੂ ਹੁੰਦੀ ਹੈ ਔਰ ਇਹੀ ਮੇਰੀ ਯਾਤਰਾ ਹੈਗੀ ਆ ਕਿ ਮੈਂ ਜਿਹੜੇ ਮੈਨੂੰ ਮਿਲਦੇ ਮੈਂ ਉਹਨਾਂ ਤੋਂ ਕਿੰਨਾ ਕੁ ਰਿਸੀਵ ਕਰ ਪਾਉਣਾ, ਮੈਂ ਕੀ ਦੇ ਪਾ ਰਿਹਾ ਉਹਨਾਂ ਨੂੰ। ਇਹ ਕੋਈ ਮੈਨੂੰ ਬਹੁਤ ਹੀ ਫੋਕਸ ਜਾਂ ਫੋਰਗਰਾਊਂਡਿੰਗ ਨਹੀਂ ਦਿੰਦਾ, ਮੈਨੂੰ ਦੂਜੇ ਕੀ ਦੇ ਪਾ ਰਿਹਾ ਮੇਰੇ ਲਈ ਇਹ ਵੱਡਾ ਮਸਲਾ ਹੁੰਦਾ ਹੈ। ਬਿਲਕੁਲ ਮੇਰੀ ਜੀ ਪ੍ਰੀਤ, ਮੈਂ ਬਸ ਹੁਣ ਇੱਕ, ਕਿਉਂਕਿ ਕਾਫੀ ਅਸੀਂ ਗੱਲਾਂ ਕਰ ਲਈਆਂ ਤੇ ਅਸੀਂ ਕਿਧਰੇ ਅੱਗੇ, ਬਸ ਹੁਣ ਤੁਸੀਂ ਕਿਉਂਕਿ ਲਿਖਦੇ ਵੀ ਹੋ, ਟ੍ਰਾਂਸਲੇਟ ਕਰਦੇ ਹੋ, ਵਰਕਸ਼ਾਪਾਂ ਲੈਂਦੇ ਹੋ, ਹੈ ਨਾ, ਪਰ ਤੁਸੀਂ ਹੁਣ ਇੱਕ ਬਤੌਰ ਅਦਾਕਾਰ ਕੰਮ ਨਹੀਂ ਕਰਦੇ ਹੋ, ਹੈ ਨਾ, ਬਤੌਰ ਨਿਰਦੇਸ਼ਕ ਤਾਂ ਤੁਸੀਂ ਕਰ ਲੈਂਦੇ ਹੋ। ਤੁਸੀਂ ਮੇਰੇ ਕੋਲ ਵੀ ਵਰਕਸ਼ਾਪ ਵਿੱਚ ਆ ਕੇ ਤੁਸੀਂ ਪਲੇ ਡਾਇਰੈਕਟ ਕੀਤੇ, ਤੁਸੀਂ ਇਸ ਤਰ੍ਹਾਂ ਦੇ ਟ੍ਰਾਂਸਲੇਟ ਬਹੁਤ ਸੋਹਣਾ, ਤੁਸੀਂ ਤੁਹਾਡੇ ਕੋਲ ਵੀ ਅੰਗਰੇਜ਼ੀ, ਹਿੰਦੀ, ਪੰਜਾਬੀ ਦੀ ਪਕੜ ਹੈ ਤਿੰਨਾਂ ਭਾਸ਼ਾਵਾਂ ਦੇ ਉੱਤੇ ਹੀ, ਤੇ ਤੁਸੀਂ ਉਹ ਕੰਮ ਕਰ ਲੈਂਦੇ ਹੋ। ਤੇ ਮੈਂ ਸਮਝਦਾ ਕਿ ਹੁਣ ਕਿੱਦਾਂ ਪ੍ਰੀਤਪਾਲ ਹੁਣ ਆਪਣੇ ਆਪ ਨੂੰ ਕਿਧਰੇ ਕੁਝ ਸੈਟੀਸਫਾਈ ਸਮਝਦਾ ਇਸ ਫੀਲਡ ਦੇ ਵਿੱਚ? ਜੀ ਭਾਜੀ, ਕਾਫੀ ਹੱਦ ਤੱਕ ਜਿਵੇਂ ਮੈਂ ਦੱਸਿਆ ਕਿ ਮੇਰਾ ਪ੍ਰਾਇਮਰੀ ਟੀਚਰ ਤਾਂ ਐਕਟਿੰਗ ਟੀਚਰ ਦਾ ਹੀ ਸੀਗਾ। ਐਕਟਿੰਗ ਦਾ ਮੇਰਾ ਹਮੇਸ਼ਾ ਸ਼ੌਕ ਰਿਹਾ। ਪਰ ਮੈਨੂੰ, ਮੈਂ ਜਿਵੇਂ ਕਿਹਾ ਕਿ ਮੇਰੀ ਜਿਹੜੀ ਐਕਟਿੰਗ ਪ੍ਰੋਸੈਸ ਉਹ ਮਿੱਟੀ ਦੇ ਬਰਤਨ ਬਣਾਉਣ ਵਰਗਾ ਹੈ। ਜੇ ਮੈਂ ਅੱਜ, ਮੇਰੀ ਇੱਛਾ ਹੁੰਦੀ ਹੈ ਕਈ ਵਾਰ ਕਿ ਮੈਂ ਐਕਟ ਕਰਾਂ, ਭਾਜੀ ਨਾਲ ਜਾ ਕੇ ਐਕਟ ਕਰਾਂ, ਪਰ ਫਿਰ ਮੈਨੂੰ ਲੱਗਦਾ ਕਿ ਜੇ 5-7 ਸਾਲਾਂ ਤੋਂ ਐਕਟਿੰਗ ਨਹੀਂ ਕੀਤੀ ਪਿਛਲੇ, ਤਾਂ ਮੈਨੂੰ ਫਿਰ ABC ਤੋਂ ਸ਼ੁਰੂ ਕਰਨੀ ਪਏਗੀ। ਮੈਨੂੰ ਸਮਾਂ ਚਾਹੀਦਾ ਹੋਊਗਾ, ਮੈਨੂੰ ਆਪਣੇ ਤੇ ਥੋੜਾ ਆਪਣੇ ਆਪ ਨੂੰ ਫਿਰ ਤਿਆਰ ਕਰਨਾ ਪਏਗਾ ਮੈਂਟਲੀ ਵੀ। ਇਹ ਨਹੀਂ ਹੈ ਕਿ ਮੈਂ ਆਪਦੇ ਜਿਹੜੇ ਰਿਆਜ਼ ਆ ਉਹ ਤਾਂ ਮੈਂ ਘਰੇ ਕਰ ਲਾਂਗਾ, ਕਰ ਵੀ ਲੈਣਾ, ਕਰਦਾ ਵੀ ਹੈਗਾ। ਜਿਹੜਾ ਸਟੇਜ ਦੇ ਟੀਮ ਦੇ ਨਾਲ ਕੋਆਰਡੀਨੇਸ਼ਨ ਲੈ ਕੇ ਚੱਲਣਾ, ਤਾਂ ਉਹ ਮੈਨੂੰ ਸਮਾਂ ਲੱਗਦਾ। ਇੰਨਾ ਸਮਾਂ ਅੱਜ ਕੱਲ੍ਹ ਸਾਡੇ ਕੋਲੇ ਹੁੰਦਾ ਨਹੀਂ। ਮੈਂ ਤੁਹਾਡੇ ਨਾਲ ਵੀ ਕਈ ਵਾਰ ਗੱਲ ਕੀਤੀ ਹੈ ਕਿ ਭਾਜੀ ਐਡੀ ਜਲਦੀ ਮੈਂ ਨਹੀਂ ਤਿਆਰ ਕਰ ਸਕਦਾ, ਪਰ ਹਾਂ ਇਹ ਹੈਗਾ ਕਿ ਉਹ ਲਲਕ ਹੈਗੀ ਹੈ। ਪਰ ਉਹਦੇ ਫਿਰ ਥੀਏਟਰ ਦੇ, ਕਿਉਂਕਿ ਮੈਂ ਥੀਏਟਰ ਛੱਡਿਆ ਨਹੀਂ ਹੈ, ਤਾਂ ਥੀਏਟਰ ਦੇ ਹੋਰ ਜਿਹੜੀਆਂ ਵਿਧਾਵਾਂ ਰਾਹੀਂ ਉਹਦੀ ਖਾਨਾ ਪੂਰਤੀ ਕਿਤੇ ਕਿਤੇ ਹੋ ਰਹੀ ਹੈ, ਪਰ ਉਹ ਜਗ੍ਹਾ ਭਰੇ ਹੀ ਨਹੀਂ ਕਹਿ ਸਕਦੇ ਆਪਾਂ ਉਹਨੂੰ। ਇੱਛਾ ਹੈ ਮੇਰੀ ਇੱਛਾ ਹੈ ਕਿ ਮੈਂ ਕਰਾਂ, ਵਧੀਆ ਕੋਈ ਇੱਕ ਰੋਲ ਕਰਾਂ, ਔਰ ਸਮਾਂ ਮਿਲੇ ਤਾਂ ਮੈਂ ਮਤਲਬ ਸਮਾਂ ਮੰਗਾ ਵੀ। ਜਿਵੇਂ ਵਿੱਚੋਂ ਕੁਝ ਟੈਲੀ ਫਿਲਮਾਂ ਮੈਂ ਕੀਤੀਆਂ, ਮੈਨੂੰ ਬੜੀ ਖੁਸ਼ੀ ਹੋਈ। ਨਵਨਿੰਦਰਾ ਮੈਮ ਸੁਣ ਰਹੇ ਹੈ, ਇੱਕ ਧਰਤੀ ਹੇਠਲਾ ਬਲਦ ਅਸੀਂ ਦੂਰਦਰਸ਼ਨ ਲਈ, ਪੰਜਾਬੀ ਦੂਰਦਰਸ਼ਨ ਲਈ ਕੀਤੀ ਸੀ ਫਿਲਮ, ਤਾਂ ਮੇਰੀ ਮਦਰ ਦਾ ਰੋਲ ਕੀਤਾ ਇਹਨਾਂ ਨੇ। ਤੇ ਮੈਨੂੰ ਏਦਾਂ, ਕਰਮ ਸਿੰਘ ਦਾ ਮੈਂ ਰੋਲ ਕੀਤਾ, ਤੇ ਮੈਨੂੰ ਏਦਾਂ ਲੱਗ ਰਿਹਾ ਸੀਗਾ ਕਿ ਮੈਨੂੰ ਨਵਨਿੰਦਰਾ ਮੈਮ ਏਦਾਂ ਲੱਗ ਰਿਹਾ ਸੀ ਜਿਵੇਂ ਨਿਭਾ ਜੋਸ਼ੀ ਹੀ ਬੈਠੇ ਹੋਣ ਸਾਡੇ ਕੋਲੇ ਉਹਨਾਂ ਸਮਿਆਂ ਦੇ, ਸਾਡੇ ਪਾਸ ਆਊਟ ਵੇਲੇ ਦੇ। ਉਹੀ ਸੌਫਟ ਵੌਇਸ, ਉਹੀ ਸੌਫਟ ਜੈਸਚਰ, ਉਹੀ ਆਪਣਾਪਨ। ਮੈਨੂੰ ਲੱਗਿਆ ਨਹੀਂ ਮੈਂ ਇਹਨਾਂ ਨਾਲ ਪਹਿਲੀ ਵਾਰ ਮਿਲ ਰਿਹਾ। ਤਾਂ ਉਹ ਕਈ ਵਾਰੀ ਚੀਜ਼ਾਂ ਏਦਾਂ ਤੁਹਾਡੇ ਸੀਨੀਅਰ ਐਕਟਰਸ ਨਾਲ ਮਿਲ ਕੇ ਉਹ ਚੀਜ਼ਾਂ ਤੁਹਾਡੀ
ਮਤਲਬ ਭੁੱਖ ਨੂੰ ਥੋੜਾ ਸ਼ਾਂਤ ਕਰਦੀ ਹੈ, ਪਰ ਉਹ ਖਾਲੀ ਜਗ੍ਹਾ ਤਾਂ ਰਹਿੰਦੀ ਹੈ। ਉਹ ਸ਼ਾਇਦ ਮੈਂ ਭਰਾਂਗਾ ਆਉਣ ਵਾਲੇ ਸਮਿਆਂ 'ਚ, ਕੋਸ਼ਿਸ਼ ਰਹੇਗੀ। ਨਵਨਿੰਦਰਾ ਮੈਮ ਸੁਣਦੇ ਪਏ ਸਾਹਮਣੇ ਵੀ, ਸੱਚਮੁੱਚ ਹੈ ਕਿਉਂਕਿ ਇਹਨਾਂ ਦੀ ਹਾਈਟ ਔਰ ਜਿਹੜਾ ਹੁਣ ਇਹਨਾਂ ਦਾ ਬੋਡੀ ਸਟਰਕਚਰ, ਇਹਨਾਂ ਦੇ ਹੇਅਰ, ਬਹੁਤ ਸਾਰਾ ਕੁਝ ਨਿਭਾ ਜੋਸ਼ੀ ਮੈਮ ਵਾਂਗਣ ਨਾ ਉਸ ਤਰ੍ਹਾਂ ਦਾ ਇਹ ਮਿਲਦੇ। ਜੇ ਕਿਤੇ ਨਾਲ ਇਹਨਾਂ ਦੇ ਸਾਈਡ ਪਾਕਟ ਦੇ ਵਿੱਚ ਸਿਗਰਟ ਦੀ ਡੱਬੀ ਹੋਵੇ ਤਾਂ ਬਿਲਕੁਲ ਉਹੀ ਲੱਗਣਗੇ। ਉਹ ਐਕਚੁਅਲੀ ਚੇਨ ਸਮੋਕਰ ਸੀਗੇ, ਉਹ ਪੀ ਜਾਂਦੇ ਹੁੰਦੇ ਸੀ ਨਿਭਾ ਜੋਸ਼ੀ ਮੈਮ, ਤੇ ਉਹ ਬੁਝਣ ਨਹੀਂ ਸੀ। ਰਾਈਟ। ਪਰ ਐਕਚੁਅਲੀ ਨਵਨਿੰਦਰਾ ਮੈਮ ਨੂੰ ਦੇਖੋ, ਕਿਉਂਕਿ ਨਿਭਾ ਜੋਸ਼ੀ ਮੈਮ ਜਿਸ ਤਰ੍ਹਾਂ ਐਸਥੈਟਿਕ ਨਾਲ ਸੰਬੰਧ ਸੀਗਾ, ਬਹੁਤ ਲਾਇਬ੍ਰੇਰੀ ਨਾਲ ਸੰਬੰਧ ਸੀ, ਕਿਤਾਬਾਂ ਨਾਲ ਸੰਬੰਧ ਸੀ, ਤਾਂ ਬੜੀਆਂ ਚੀਜ਼ਾਂ ਦੀ ਸਿਮਿਲੈਰਿਟੀ ਹੈ। ਬੈਲ ਮੈਮ ਅਸੀਂ ਤੁਹਾਡੀ ਤਾਰੀਫ ਕਰਦੇ ਪਏ ਹਾਂ, ਹੈ ਨਾ, ਤੁਸੀਂ ਸੁਣਦੇ ਪਏ ਹੋ ਨਾ। ਬਬਲੀ, ਅੱਛਾ, ਥੈਂਕ ਯੂ ਸੋ ਮਚ ਪ੍ਰੀਤਪਾਲ। ਮੈਨੂੰ ਅਜੇ ਵੀ ਯਾਦ ਨਹੀਂ ਆਇਆ ਕਿਹੜੀ ਫਿਲਮ ਸੀ। ਔਰ ਮੈਡਮ ਹਾਂਜੀ, ਜਸਵੰਤ ਦੀਦ ਹੋਰਾਂ ਨਾਲ ਆਪਾਂ ਕੀਤੀ ਸੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਤੇ ਧਰਤੀ ਹੇਠਲਾ ਬੋਲਦ। ਯਾਦ ਆ ਗਿਆ। ਅਨੀਤਾ ਮੀਤ ਜੀ ਸੀ, ਤੁਸੀਂ ਆ ਗਿਆ ਮੇਰਾ ਪੁੱਤ ਕਰਮ ਆ ਗਿਆ, ਕੁਛ ਏਦਾਂ ਦੇ ਡਾਇਲੌਗ ਸੀਗੇ। ਹਾਂਜੀ, ਥੈਂਕ ਯੂ ਮੈਮ। ਇਨਫੈਕਟ ਜਦੋਂ ਐਕਟਰ ਚੰਗਾ ਹੁੰਦਾ ਹੈ, ਉਹ ਚੰਗੇ ਐਕਟਰ ਨੂੰ ਪਛਾਣ ਲੈਂਦਾ ਤੇ ਆਪਣੇ ਆਪ ਹੀ ਉਹਦੇ ਨਾਲ ਸਾਂਝ ਪੈਦਾ ਕਰ ਲੈਂਦਾ, ਭਾਵੇਂ ਤੁਸੀਂ ਉਹਨੂੰ ਮਿਲੇ ਹੋ ਨਹੀਂ ਮਿਲੇ ਕਿਸੇ ਵੀ ਤਰ੍ਹਾਂ ਨਾਲ। ਔਰ ਇਹੀ ਅਦਾਕਾਰ ਦੀ ਖੂਬਸੂਰਤੀ ਹੁੰਦੀ ਹੈ ਕਿ ਤੁਸੀਂ ਮਿਊਚੁਅਲ ਰਿਸੈਪਸ਼ਨ ਜਿਹੜੀ ਹੈ ਆਪਸ ਦੇ ਵਿੱਚ। ਰਵਿੰਦਰ ਬਬਲੀ ਜਿੱਦਾਂ ਗੱਲਾਂ ਕਰ ਰਹੀ ਸੀ, ਸ਼ੁਰੂ ਤੋਂ ਹੀ ਮੈਨੂੰ ਲੱਗਦਾ ਸੀ ਕਿ ਇਹ ਸਾਰਿਆਂ ਤੋਂ ਵੱਖ ਹੈ, ਅਲੱਗ ਹੈ। ਜਦੋਂ ਇਹ ਸਟੂਡੈਂਟ ਸੀ ਤੇ ਇਹਦੇ ਨਾਲ ਫੀਮੇਲ ਸਟੂਡੈਂਟ ਹੋਰ ਸੀ ਜਿਹੜੇ ਇਹਦੇ ਨਾਲੋਂ ਦੇਖਣ ਵਿੱਚ ਜ਼ਿਆਦਾ ਚੰਗੇ ਸੀ, ਔਰ ਰੋਲ ਵੀ ਪ੍ਰੋਮੀਨੈਂਟ ਉਹਨਾਂ ਨੂੰ ਮਿਲੇ। ਫਿਰ ਵੀ ਜਿਹੜੀ ਇਹਦੀ ਲਲਕ ਸੀ ਸਿੱਖਣ ਦੀ, ਪ੍ਰੋਬ ਕਰਨ ਦੀ, ਸਵਾਲ ਕਰਨ ਦੀ ਤੇ ਇੱਕ ਤਾਰੀਫ ਕਰਨ ਦੀ, ਜਿਹੜੀ ਹਰ ਇੱਕ ਨੂੰ ਆਪਣੇ ਆਪ ਨਾਲ ਜੋੜ ਲੈਂਦੀ ਸੀ। ਮੈਨੂੰ ਲੱਗਦਾ ਕਿ ਇਹ ਸਾਰੀਆਂ ਪ੍ਰੀਤਪਾਲ ਦੇ ਅੰਦਰ ਜਿਹੜੀਆਂ ਗੱਲਾਂ ਨੇ, ਲਾਈਕ ਤੇ ਹਰਵਿੰਦਰ ਬਹੁਤ ਘੱਟ ਅਦਾਕਾਰਾਂ ਦੇ ਵਿੱਚ ਹੁੰਦੀਆਂ ਨੇ, ਔਰ ਪ੍ਰੀਤਪਾਲ ਵੀ ਬਹੁਤ ਖੂਬਸੂਰਤ ਅਦਾਕਾਰ ਹੈ। ਮੈਨੂੰ ਹੁਣ ਯਾਦ ਆ ਗਿਆ ਕਿਉਂ ਇਹਨਾਂ ਨੇ ਅਦਾਕਾਰੀ ਛੱਡ ਦਿੱਤੀ ਹੈ, ਤੇ ਉਸ ਕੰਟੈਕਸਟ ਦੇ ਵਿੱਚ ਮੈਂ ਕਹਿ ਰਹੀ ਹਾਂ ਕਿ ਮੈਂ ਸੱਚਮੁੱਚ ਬਬਲੀ ਨੂੰ ਜਦੋਂ ਮੈਂ ਬੋਹੀਮੀਅਨ ਦੇ ਫੈਸਟੀਵਲ ਦੇ ਵਿੱਚ ਆਪਣੀ ਪ੍ਰੋਡਕਸ਼ਨ ਕਰਦਿਆਂ ਵੇਖਿਆ ਤੇ ਆਪਣੀਆਂ ਗੱਲਾਂ ਤੇ ਥੱਪੜ ਮਾਰਦੀ ਹੈ, ਜਿਹੜੇ ਸਬਟੈਕਸਟ ਦੇ ਲੈਵਲ ਤੇ ਜਿਹੜੀਆਂ ਚੀਜ਼ਾਂ, ਮਤਲਬ ਇੱਕੋ ਜਗ੍ਹਾ ਵਾਈਡ ਐਂਗਲ ਸ਼ਾਟ ਹੈ, ਇਹਨੂੰ ਵੀ ਪਤਾ ਕਿ ਮੈਂ ਬਹੁਤ ਜ਼ਿਆਦਾ ਦਿਸ ਨਹੀਂ ਰਹੀ, ਪਰ ਉਹ ਇੰਨੀ ਅਦਾਕਾਰੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਅਦਾਕਾਰਾਂ ਦੇ ਵੱਸ ਦਾ ਰੋਲ ਹੈ। ਭਾਵੇਂ ਮਾਫ ਕਰਨਾ, ਉਹਨਾਂ ਨੂੰ ਸਭ ਕੁਝ ਸਿਖਾਇਆ ਜਾਂਦਾ ਹੈ। ਤੁਹਾਡੀਆਂ ਦੋਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗ ਰਿਹਾ ਕਿ ਸਭ ਕੁਝ ਸਿਖਾਇਆ ਜਾਂਦਾ ਹੈ। ਸਕੂਲ ਨੈਸ਼ਨਲ ਸਕੂਲ ਆਫ ਡਰਾਮਾ ਦਾ ਨਹੀਂ, ਸਕੂਲ ਦੋਸ਼ ਉਹਨਾਂ ਅਦਾਕਾਰਾਂ ਦਾ ਹੈ ਜਿਹੜੀਆਂ ਬਾਰੀਕ ਚੀਜ਼ਾਂ ਨੇ, ਜਿਸ ਤਰ੍ਹਾਂ ਕੇਵਲ ਜੀ ਨੇ ਜ਼ਿਕਰ ਕੀਤਾ ਕਿ ਤੁਸੀਂ ਪੜ੍ਹਿਆ ਹੋਵੇ। ਐਕਟਰ ਦਾ ਐਜੂਕੇਟਡ ਹੋਣਾ ਕਿੰਨਾ ਜ਼ਰੂਰੀ ਹੈ, ਜ਼ਿੰਦਗੀ ਦੀ ਪੜ੍ਹਾਈ ਤੇ ਕਿਤਾਬਾਂ ਦੀ ਪੜ੍ਹਾਈ। Oh, I'm so proud of you that I'm listening to one of the most wonderful actors amongst the wonderful actors. Thank you, और एक wonderful actress. Thank you ma'am, thank you so much. बहुत अच्छा लगा मैम। हाँ, बबली, अच्छा बबली, ਹੁਣ ਆਪਾਂ ਬਿਲਕੁਲ ਕੋਈ ਹੋਰ ਦੋਸਤ ਕੁਝ ਕਹਿਣਾ ਚਾਹੁੰਦਾ? ਵਿਪਿਨ, ਤੂੰ ਆਪਣੇ ਸੀਨੀਅਰਸ ਬਾਰੇ ਕੁਝ ਕਹਿਣਾ ਚਾਹੁੰਦਾ? ਭਾਜੀ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਬਹੁਤ ਅੱਛਾ ਲੱਗਾ ਸੀਨੀਅਰਸ ਨੂੰ ਸੁਣ ਕੇ, ਕਾਫੀ ਕੁਝ ਚੀਜ਼ਾਂ ਸਿੱਖੀਆਂ ਵੀ। ਮੈਂ ਬਸ ਦੋਵਾਂ ਕੋ ਇੱਕ ਸਵਾਲ ਪੁੱਛਣਾ ਚਾਹਾਂਗਾ ਕਿਉਂਕਿ ਅੱਜਕੱਲ ਮੈਂ ਇੱਕ ਦੱਸਦਾ ਵਿਪਿਨ ਬਾਰੇ। ਵਿਪਿਨ, ਬਬਲੀ, ਪ੍ਰੀਤਪਾਲ, ਵਿਪਿਨ ਆਲਸੋ ਫਰਮ ਨੈਸ਼ਨਲ ਸਕੂਲ ਆਫ ਡਰਾਮਾ। ਇਸਨੇ ਕੋਈ ਕਦੋਂ ਪਾਸ ਕੀਤਾ? 8 ਚ ਨਹੀਂ, 2015 ਚ ਇਹਨੇ ਪਾਸ ਕੀਤਾ। ਪਰ ਮੈਂ ਬਤੌਰ ਅਦਾਕਾਰ, ਇਹ ਵੀ ਐਕਟਰ ਹੈ ਔਰ ਇੰਨਾ ਕਮਾਲ ਦਾ ਐਕਟਰ ਹੈ ਕਿ ਮੈਂ ਇਹਦਾ ਫੈਨ ਹਾਂ, ਇਸ ਮੁੰਡੇ ਦਾ ਬਤੌਰ ਅਦਾਕਾਰ। ਸੋ ਇਹਨੂੰ ਮੈਂ ਇਸ ਲਈ ਮੈਂ ਬਹੁਤ ਪਿਆਰ ਕਰਦਾ ਕਿ ਬਹੁਤ ਕਮਾਲ ਦਾ ਅਦਾਕਾਰ। ਭਾਜੀ ਥੈਂਕ ਯੂ। ਮੈਂ ਆਪਣੇ ਦੋਵੇਂ ਸੀਨੀਅਰਸ ਕੋਲ ਸਿਰਫ ਇੰਨਾ ਹੀ ਪੁੱਛਣਾ ਚਾਹਾਂਗਾ। ਮੈਂ ਅੱਜ ਕੱਲ ਇੱਕ ਲੇਖ ਲਿਖ ਰਿਹਾ ਕਿ ਪੋਇਟਰੀ ਦੀ ਉਹਦੀ ਐਕਟਿੰਗ ਦੇ ਵਿੱਚ ਭੂਮਿਕਾ, ਮੈਂ ਉਹਦੇ ਉੱਤੇ ਕੁਝ ਰਿਸਰਚ ਵੀ ਕਰ ਰਿਹਾ ਕਿਉਂਕਿ ਤੁਸੀਂ ਦੋਵਾਂ ਨੇ ਥੋੜਾ ਪੋਇਟਰੀ ਦਾ ਜ਼ਿਕਰ ਵੀ ਕੀਤਾ ਆਪਣੇ। ਮੈਨੂੰ ਇਹ ਜਾਣਨ ਦੀ ਇੱਛਾ ਹੈ ਕਿ ਇੱਕ ਐਕਟਰ ਦੇ ਐਕਟਿੰਗ ਦੇ ਵਿੱਚ ਪੋਇਟਰੀ ਕਿਸ ਤਰੀਕੇ ਦੇ ਨਾਲ ਉਹਦੀ ਗਰੋਥ ਦੇ ਵਿੱਚ ਜਾਂ ਉਹਦੇ ਕੰਮ ਦੇ ਵਿੱਚ ਹਿੱਸਾ ਪਾ ਸਕਦੀ ਹੈ ਜਾਂ ਕੁਝ ਵਧਾ ਸਕਦੀ ਹੈ? ਹਾਂ,
ਪੋਇਟਰੀ ਐਕਟਰ ਦੀ ਗਰੋਥ ਵਿੱਚ ਕਿਸ ਤਰ੍ਹਾਂ ਵਾਧਾ ਕਰ ਸਕਦੀ, ਦੱਸੋ। ਮੈਨੂੰ ਤੇ ਪਤਾ ਹੈ ਪਰ ਸਵਾਲ ਤੁਹਾਨੂੰ ਦੱਸੋ। ਹਾਂਜੀ ਬਬਲੀ ਜੀ ਤੁਸੀਂ। हाँ जी, मैं बोला कि प्रीतपाल बोलेंगे। नहीं पहले बबली, हाँ बोलो पहले। हाँ जी, विपिन थैंक यू वेरी मच, और विपिन को मिलकर के अच्छा लग्या एंड बहुत चंगा लगदा सदों पंजाब तो निकलदे ने सारे जे स्टूडेंट, और मैं पर्सनली नहीं विपिन ਨੂੰ ਜਾਣਦੀ ਸੀਗੀ। ਵਿਪਿਨ ਥੈਂਕ ਯੂ ਕੁਐਸਚਨ ਪੁੱਛਣ ਲਈ। ਔਰ ਵਿਪਿਨ ਮੈਂ ਜਦੋਂ ਪੋਇਟਰੀ ਕਰਦੀ ਆ ਤੇ ਮੈਂ ਪਤਾ ਨਹੀਂ ਮੇਰੇ ਅੰਦਰ ਇੱਕ ਜਦੋਂ ਉਬਾਲ ਉੱਠਦਾ ਤਰ੍ਹਾਂ ਦਾ, ਜਾਂ ਮੈਂ ਜਦੋਂ ਬਹੁਤ ਉਬਾਲ ਉੱਠਦਾ ਤਾਂ ਪੋਇਟਰੀ ਦੀ ਹੈ, ਜਦੋਂ ਜਾਂ ਫਿਰ ਬਹੁਤ ਜ਼ਿਆਦਾ ਸ਼ਾਂਤ ਹੁੰਨੀ ਆ ਉਦੋਂ। ਔਰ ਦੂਜੀ ਗੱਲ ਇਹ ਹੈ ਕਿ ਆਪਣੇ ਐਕਟਿੰਗ ਦੇ ਵਿੱਚ ਉਹਨੂੰ ਕਿਸ ਨਾਲ ਆਪਣੇ ਪ੍ਰੋਸੈਸ ਦੇ ਵਿੱਚ ਮੈਂ ਉਸ ਨੂੰ ਯੂਜ਼ ਕੀਤਾ, ਕਿਉਂਕਿ ਇੱਕ ਰਿਦਮ ਹੁੰਦੀ ਹੈ ਹਰ ਚੀਜ਼ ਦੀ। ਔਰ ਜਿਹੜੀ ਪੋਇਟਰੀ ਦੀ ਰਿਦਮ ਸੀਗੀ, ਇੱਕ ਖੁੱਲੀ ਕਵਿਤਾ ਵੀ ਹੈ ਔਰ ਇੱਕ ਜਿਹੜੀ ਵਾਰਤਕ ਜਿਹੜੀ ਇੱਕ ਲਾਈਨਾਂ ਜਿਹੜੀਆਂ ਇੱਕ ਦੂਜੇ ਦੇ ਨਾਲ ਚੱਲਦੀਆਂ ਨੇ, ਉਹ ਮੈਨੂੰ ਏਦਾਂ ਲੱਗਿਆ ਕਿ ਮੈਂ ਉਸ ਰਿਦਮ ਨੂੰ, ਉਹ ਜਿਹੜੀ ਰਿਦਮ ਹੈ ਉਹ ਮੈਨੂੰ, ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਜਿਹੜੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਮੈਡਮ ਨੇ ਵੀ ਕਿਹਾ ਕਈ ਵਾਰੀ ਕਿ ਮੈਂ ਜਦੋਂ ਕੀਰਤੀ ਮੈਮ ਦਾ ਪਲੇ ਕਰ ਰਹੀ ਸੀ ਔਰ ਕਿ ਟੁਕੜੇ, ਉਹਦੇ ਵਿੱਚ ਮੈਂ ਨਾ ਚਾਰਪਾਈ, ਬਚਪਨ ਦੇ ਵਿੱਚ ਆਪਾਂ ਚਾਰਪਾਈ ਕੋਠੇ ਤੇ ਸੌਂਦੇ ਹੁੰਦੇ ਸੀ ਆਪਾਂ, ਤੇ ਉਦੋਂ ਚਾਰ ਪਤਾ ਨਹੀਂ ਕੀ ਕੀ ਖੇਲਦੇ ਸੀਗੇ, ਕਦੀ ਚਾਰਪਾਈ ਨੂੰ ਝੋਪੜੀ ਬਣਾ, ਕਦੀ ਕੁਛ ਕਰ ਲੈਣਾ, ਤੇ ਉਹ ਮੈਂ ਚਾਰਪਾਈ ਇੰਪਰੋਵਾਈਜ਼ ਕੀਤੀ, ਮੈਂ ਘੁਮਾਉਂਦੀ ਸੀਗੀ ਉਸ ਨੂੰ, ਨਾਲ ਨਾਲ ਗਾਉਂਦੀ ਸੀਗੀ ਉਹਦੇ ਵਿੱਚ। ਤੇ ਮੈਨੂੰ ਮੈਡਮ ਕਹਿੰਦੇ ਸੀ ਜਦੋਂ ਤੂੰ ਘੁਮਾਉਣੀ ਹੈ ਤੇ ਏਦਾਂ ਲੱਗਦਾ ਕਵਿਤਾ ਹੈ, ਕੋਈ ਕਵਿਤਾ। ਫਿਰ ਕੀਰਤੀ ਮੈਮ ਦੇ ਜੈਨ ਸਾਹਿਬ, ਫਾਦਰ ਸਾਹਿਬ, ਉਹਨਾਂ ਨੇ ਇਹ ਵੀ ਕਹਿੰਦੇ ਕਿ ਜਦੋਂ ਵੀ ਸਟੇਜ ਦੇ ਉੱਤੇ ਆਉਂਦੀ ਹੈ ਤੇ ਮਤਲਬ ਉਹਨਾਂ ਨੇ ਮੈਡਮ ਨੂੰ ਕਿਹਾ ਕਿ ਜਦੋਂ ਉਹਨਾਂ ਨੇ ਦੇਖਿਆ ਸੀਨ ਦੇਖ, ਉਹਨਾਂ ਨੂੰ ਇੱਕ ਪੋਇਟਿਕ ਲੱਗਿਆ ਚੀਜ਼ਾਂ। ਵਿਪਿਨ ਫ੍ਰੈਂਕਲੀ ਸਪੀਕਿੰਗ ਮੈਨੂੰ ਨਹੀਂ ਪਤਾ ਲੱਗਦਾ ਕਿ ਨੂੰ ਕਿਸ ਤਰ੍ਹਾਂ ਨਾਲ ਯੂਜ਼ ਕਰਦੀ ਹੈ, ਉਹ ਹੋ ਜਾਂਦਾ ਆਪਣੇ ਆਪ। ਔਰ ਪੋਇਟਰੀ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਖੁੱਲਾਪਨ ਹੈ, ਮਤਲਬ ਪੋਇਟਰੀ ਨੂੰ ਬੰਨ ਕੇ ਨਹੀਂ ਰੱਖਦੀ। ਜਿੱਦਾਂ ਇੱਕ ਨਦੀ ਵਹਿੰਦੀ ਹੈ ਨਾ, ਮੇਰੇ ਵਾਸਤੇ ਜਿੱਦਾਂ ਪੋਇਟਰੀ ਉਦਾਂ ਹੈ ਬਿਲਕੁਲ। ਤੇ ਉਹ ਜਿਹੜੀ ਨਾਟਕ ਦੀ ਵਿਧਾ ਜਿਹੜੀ ਹੈ ਉਹਨੂੰ ਆਪਾਂ ਬੰਨ ਦਿੰਦੇ ਆ, ਨਾਟਕ ਨੂੰ ਆਪਾਂ ਖੁੱਲਾ ਨਹੀਂ ਛੱਡਦੇ। ਹਾਂ ਬਬਲੀ, ਅੱਛਾ ਇਸੇ ਦਾ ਤੁਸੀਂ ਕਿੱਦਾਂ ਪ੍ਰੀਤ, ਕਿੱਦਾਂ ਕੀ ਤੁਸੀਂ ਕੀ ਸਮਝਦੇ ਹੋ? ਮੈਂ ਭਾਜੀ ਇਹ ਸਮਝਦਾ ਕਿ ਸਾਡੀਆਂ ਜਿਹੜੀਆਂ ਪ੍ਰਿਮਿਟਿਵ ਆਰਟਸ ਦਾ ਸੰਗੀਤ, ਰਿਦਮ, ਹਨਾ, ਨ੍ਰਿਤ, ਸੰਗੀਤ ਤੇ ਡਾਂਸ ਹੈਗਾ, ਮਤਲਬ ਤਿੰਨ ਕਲਾਵਾਂ ਸਾਡੀਆਂ ਜਿਹੜੀਆਂ, ਤਾਂ ਮਤਲਬ ਹਾਂ ਹੈ ਨਾ, ਜਿਹੜਾ ਨਾਟਕ, ਨ੍ਰਿਤ, ਸੰਗੀਤ। ਹੁਣ ਰਿਦਮ ਹੈ, ਬਬਲੀ ਜੀ ਨੇ ਰਿਦਮ ਦੀ ਗੱਲ ਕੀਤੀ ਹੈ। ਰਿਦਮ ਸਾਡੀ ਹਰ ਐਕਟੀਵਿਟੀ ਦੇ ਵਿੱਚ ਰਿਦਮ ਹੈ, ਚਰਖੇ ਦੀ ਘੂਕ ਚ ਰਿਦਮ ਹੈ, ਬਲਦਾਂ ਦੀਆਂ ਟੱਲੀਆਂ ਚ ਹੈ, ਟਰੈਕਟਰ ਦੀ ਆਵਾਜ਼ ਚ ਹੈ ਨਾ, ਮਤਲਬ ਹਰ ਕੰਮ ਧੰਦੇ ਰਸੋਈ ਚ ਇੱਕ ਰਿਦਮ ਹੈ। ਤਾਂ ਐਕਟਰ ਦੇ ਅੰਦਰ ਵੀ ਇੱਕ ਰਿਦਮ ਹੁੰਦੀ ਹੈ ਜਿਹਨੂੰ ਮੈਂ ਸਮਝਦਾ, ਹੋ ਸਕਦਾ ਦੂਜੇ ਨੂੰ ਹੋਰ ਤਰੀਕੇ ਨਾਲ ਸਮਝਣ। ਰਿਦਮ ਤੁਹਾਨੂੰ ਜਿਹੜੀ ਹੈ, ਰਿਦਮ ਦੀ ਰਿਪਲੇਸਮੈਂਟ ਅਸੀਂ ਸ਼ਬਦਾਂ ਨਾਲ ਕਰ ਦਿੰਦੇ ਹਾਂ, ਹਨਾ। ਕਵਿਤਾ ਰਿਦਮ ਦੇ ਇੱਕ ਰੂਪ ਚ ਆ ਜਾਂਦੀ ਹੈ ਸਾਡੇ ਸਾਹਮਣੇ, ਜਿਵੇਂ ਜਿਵੇਂ ਅਸੀਂ ਭਾਸ਼ਾਗਤ ਹੁੰਦੇ ਜਾਂਦੇ ਹਾਂ। ਲੇਕਿਨ ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਅਸੀਂ ਕਵਿਤਾ ਨੂੰ ਸਿਰਜਦੇ ਹਾਂ ਤਾਂ ਕਵਿਤਾ ਬਾਇਨਰੀਜ਼ ਲੈ ਕੇ ਆਉਂਦੀ ਹੈ, ਕਵਿਤਾ ਆਪਣੇ ਆਪ ਚ ਨਹੀਂ ਆਉਂਦੀ ਗੀ। ਕਵਿਤਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਲਿਖਿਆ ਕਿ ਖੰਡਾ ਪ੍ਰਥਮਾ ਸਾਜ ਕੇ ਤਬ ਸੰਸਾਰ ਉਪਾਇਆ, ਰਾਖਸ਼ ਦੇਵਤੇ ਦੋਨੋਂ ਕੀ, ਹੈ ਨਾ। ਉਹ ਬਾਇਨਰੀਜ਼ ਬਣਦੀਆਂ, ਗੁੱਡ ਐਂਡ ਬੈਡ, ਹੈ ਨਾ, ਲਾਈਟ ਐਂਡ ਹੈਵੀ। ਤਾਂ ਉਸ ਤਰੀਕੇ ਨਾਲ ਮੈਨੂੰ ਕਦੇ ਕਦੇ ਲੱਗਦਾ ਕਿ ਜਿਹੜੀ ਪੋਇਟਰੀ ਜਾਂ ਰਿਦਮ ਹੈ, ਰਿਦਮ ਤੇ ਪੋਇਟਰੀ ਨੂੰ ਮੈਂ ਪੂਰਕ ਮੰਨਦਾ ਥੀਏਟਰ ਦੇ ਵਿੱਚ, ਇਹਨਾਂ ਨੂੰ ਜੁਦਾ ਨਹੀਂ ਕੀਤਾ ਜਾ ਸਕਦਾ। ਬਿਲਕੁਲ ਇਹ ਐਕਟਰ ਦੀ ਗਰੋਥ ਵਿੱਚ ਵੀ ਉਨਾ ਹੀ ਯੋਗਦਾਨ ਹੈ ਜਿੱਦਾਂ ਸਾਡੇ ਸਮਾਜ ਚ ਹੈ। ਕੀ ਸਾਡਾ ਸਮਾਜ ਸੰਗੀਤ ਤੇ ਰਿਦਮ ਤੋਂ ਬਾਹਰ ਹੋ ਸਕਦਾ? ਅਸੀਂ ਨਹੀਂ ਹੋ ਸਕਦੇ। ਐਗਜ਼ੈਕਟਲੀ। ਤੇ ਪ੍ਰੀਤ, ਇਹ ਤੁਸੀਂ ਜਿਸ ਪੁਆਇੰਟ ਤੇ ਗੱਲ ਛੱਡੀ, ਮੈਂ ਇੱਥੋਂ ਹੀ ਵਿਪਿਨ ਤੁਹਾਡੀ ਗੱਲ ਦੇ ਵਿੱਚ ਹੀ ਵਾਅਦਾ ਕਰ ਰਿਹਾ, ਇਹਨਾਂ ਦੋਨਾਂ ਦੀ ਗੱਲ ਦੇ ਨਾਲ ਜੁੜਦਾ ਹੋਇਆ ਕਿ ਜਿਹੜਾ ਕਿ ਸਮਾਜ ਦੇ ਵਿੱਚ ਜਿਹੜੀ ਪੋਇਟਰੀ, ਰਿਦਮ ਕਿਵੇਂ, ਸੰਗੀਤ ਕਿਵੇਂ ਵਾਧਾ ਕਰਦਾ ਹੈ। ਤੁਸੀਂ ਆਪਣੇ ਪੰਜਾਬ ਵੱਲ ਵੇਖ ਲਓ, ਸਾਡਾ ਪੰਜਾਬ ਕਈ ਵਾਰੀ ਅਸੀਂ ਦੇਖੀਏ ਤੇ ਅਸੀਂ ਇਸ ਗੱਲ ਤੇ ਸਾਰੇ ਐਗਰੀ ਕਰਦੇ ਹਾਂ ਕਿ ਸਾਡਾ ਪੰਜਾਬ ਸਭ ਤੋਂ ਵੱਧ ਗਾਉਂਦਾ ਹੈ ਨਾ, ਅਸੀਂ ਹਰ ਵੇਲੇ ਗਾਉਂਦੇ ਹਾਂ, ਹੈ ਨਾ।
ਅਸੀਂ ਸਵੇਰੇ ਜਦੋਂ ਉੱਠਦੇ ਆ ਤੇ ਆਸਾ ਜੀ ਦੀ ਵਾਰ ਤੋਂ ਲੈ ਕੇ ਰਾਤ ਹੋਣ ਤੱਕ ਸਾਰਾ ਦਿਨ ਸੰਗੀਤ ਚੱਲਦਾ ਹੈ ਔਰ ਰਾਤ ਸ਼ੁਰੂ ਹੋਣ ਤੋਂ ਬਾਅਦ ਜਾਗਰਣ ਸ਼ੁਰੂ ਹੋ ਜਾਂਦਾ ਹੈ, ਜਾਗਰਣ ਖਤਮ ਹੁੰਦਾ ਹੈ ਸਵੇਰੇ, ਫਿਰ ਆਸਾ ਦੀ ਵਾਰ ਸ਼ੁਰੂ ਹੋ ਜਾਂਦੀ ਹੈ। ਔਰ ਸਾਡਾ ਜਿਹੜਾ ਈਵਨ ਸਾਡਾ ਪੰਜਾਬੀ ਵਿਆਹ ਵੀ ਦੇਖ ਲਓ, ਉਹ ਇੱਕ ਓਪੇਰੇ ਦੀ ਤਰ੍ਹਾਂ ਹੁੰਦਾ ਹੈ ਨਾ। ਬਿਲਕੁਲ ਬਿਲकुल ਲਾਈਕ ਓਪੇਰਾ ਕਿ ਅਸੀਂ ਹਰ ਵੇਲੇ ਸ਼ਗਨਾਂ ਦੇ ਗੀਤ ਗਾਉਂਦੇ ਆ, ਯਾਨੀ ਬੰਦੇ ਦੀ ਮੌਤ ਤੱਕ ਦੇ ਗੀਤ ਗਾਉਂਦੇ ਅਸੀਂ ਕਿ ਕਿੰਨਾ ਅਸੀਂ ਪੰਜਾਬ ਪਿਓਰ ਸੰਗੀਤ ਕਿੰਨਾ ਸਾਡੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਰੱਖਦਾ ਹੈ, ਉਹਦੀ ਪੋਇਟਰੀ ਕਿੰਨੀ ਅਹਿਮੀਅਤ ਰੱਖਦੀ ਹੈ। ਔਰ ਜਦੋਂ ਤੁਸੀਂ ਇਹ ਦੇਖ ਲਓ ਕਿ ਮੈਂ ਬਹੁਤ ਸਾਰੀ ਪੋਇਟਰੀ ਕਰਦਾ ਵਾਂ, ਹੈ ਨਾ। ਮੈਂ ਹਰ ਸਾਲ ਵਰਕਸ਼ਾਪ ਦੇ ਵਿੱਚ ਇੱਕ ਪਲੇ ਜ਼ਰੂਰ ਪੋਇਟਰੀ ਦਾ ਮੈਂ ਬੱਚਿਆਂ ਕੋਲੋਂ ਤਿਆਰ ਕਰਵਾਉਣਾ, ਕਿਉਂਕਿ ਮੈਨੂੰ ਪਤਾ ਜੋ ਪੋਇਟਰੀ ਦੇ ਵਿੱਚ ਰਿਦਮ ਬੱਚੇ ਪਕੜਦੇ ਆ, ਬੋਡੀ ਮੂਵਮੈਂਟ ਪਕੜਦੇ ਆ, ਉਹਨਾਂ ਦੀ ਸਪੀਚ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਹੈ। ਕਿਉਂਕਿ ਪੋਇਟਰੀ ਦੇ ਵਿੱਚ ਜਿਹੜੀ ਵੇਰੀਏਸ਼ਨ ਹੈ, ਜੋ ਲੇਅਰਸ ਨੇ ਜਿਹੜੀਆਂ, ਹੈ ਨਾ, ਸਬ ਟੈਕਸਟ ਹੈ, ਔਰ ਉਹ ਬੱਚੇ ਆਪਣੇ ਆਪ ਜਿਹੜੇ ਐਕਟਰ ਨੇ ਉਹਨੂੰ ਮੀਨਿੰਗ ਦਿੰਦੇ ਆ ਪੋਇਟਰੀ ਨੂੰ। ਜੀ ਜੀ। ਔਰ ਜਿਹੜੇ ਐਕਸ਼ਨ ਹੈ ਲਾਰਜਰ ਦੈਨ ਲਾਈਫ ਕਰਦੇ ਆ ਜੀ, ਪਰ ਉਹਦੇ ਵਿੱਚੋਂ ਕਈ ਕੁਝ ਸਿਰਜਦੇ ਆ ਉਹਦੇ ਵਿੱਚੋਂ। ਸੋ ਇਸ ਕਰਕੇ ਪੋਇਟਰੀ ਮੈਂ ਸਮਝਦਾ ਕਿ ਇਹ ਬਹੁਤ ਵਾਕਈ ਕਿ ਉਹਦੀ ਰਿਦਮ, ਉਹਦਾ ਸੰਗੀਤ, ਉਹਦੇ ਐਕਟਰ ਦੇ ਨਾਲ ਇੱਕ ਮਿਕ ਹੋ ਜਾਂਦੇ ਆ ਦੋਨੋਂ ਚੀਜ਼ਾਂ। ਪਰ ਇਹ ਵਿਜ਼ੂਅਲ ਇਮੇजेस ਦੀ ਲੜੀ ਬਣਦੀ ਹੈ ਇੱਕ। ਬਿਲਕੁਲ ਬਿਲकुल ਜੀ 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 ਮੈਮ ਜੀ। ਨਾਲੇ ਮੈਨੂੰ ਇਹ ਵੀ ਲੱਗਦਾ ਕਿਉਂਕਿ ਪੋਇਟਰੀ ਦੇ ਵਿੱਚ ਘੱਟ ਸ਼ਬਦਾਂ ਦੇ ਵਿੱਚ ਅਸੀਂ ਜ਼ਿਆਦਾ ਵੱਡੀ ਇਮੇਜਿਨੇਸ਼ਨ ਤੱਕ ਪਹੁੰਚਦੇ ਹਾਂ ਤੇ ਜ਼ਿਆਦਾ ਵੱਡੀ ਗੱਲ ਅਸੀਂ ਕਹਿ ਸਕਦੇ ਹਾਂ। ਐਕਟਰ ਦਾ ਵੀ ਸ਼ਾਇਦ ਇਹੀ ਕੰਮ ਹੁੰਦਾ ਹੈ ਕਿ ਘੱਟ ਸ਼ਬਦਾਂ ਦੇ ਵਿੱਚ ਜ਼ਿਆਦਾ ਸਮਝਾਉਣਾ ਆਡੀਅנס ਨੂੰ। ਬਿਲਕੁਲ ਬਿਲकुल ਜੀ ਬਿਲकुल बिल्कुल बिल्कुल। और मैं केवल ਇੱਥੇ ਜ਼ਰੂਰ ਕੇਵਲ ਜੀ ਬਾਰੇ ਬੋਲਾਂਗੀ ਕਿ ਕੇਵਲ ਜੀ ਕਾਫੀ ਪੋਇਟਰੀ ਦੇ ਉੱਤੇ ਕੰਮ ਕੀਤਾ ਔਰ ਮੈਨੂੰ ਇੱਕ ਤੁਸੀਂ ਕੀਤਾ ਸੀ ਪਾਤਰ ਜੀ ਦੀ ਪੋਇਟਰੀ ਨੂੰ ਲੈ ਕੇ, ਜਿਹਦੇ ਚ ਮੈਨੂੰ ਜਿਹੜੀ ਯਾਦ ਹੈ ਕਿ ਕੁੰਡਾ ਜੀ ਮਾਰ ਕੇ ਬੂਹਾ ਢੋਇਆ ਸੀ, ਕੱਲ ਰਾਤੀ ਤੂੰ ਕਿਸ ਮਹਿਬੂਬ ਨੂੰ, ਸ਼ਾਇਦ ਉਹ ਮੈਂ ਤੁਹਾਡਾ ਦੇਖਿਆ ਸੀਗਾ। ਔਰ ਕੇਵਲ ਜਿੰਨੇ ਬਹੁਤ ਅੱਛੇ ਢੰਗ ਨਾਲ, ਬਹੁਤ ਹੀ ਵਧੀਆ ਢੰਗ ਨਾਲ ਪੋਇਟਰੀ ਨੂੰ ਯੂਜ਼ ਕਰਦੇ ਹੋ। ਪੋਇਟਰੀ ਦੇ ਜਿੱਦਾਂ ਉਹ ਫਿਲਮ ਜਿਹੜੀ ਸੀਗੀ ਉਹਦੇ ਉੱਪਰ ਵੀ ਇੱਕ ਪਲੇ ਕੀਤਾ ਸੀ, ਉਹ ਵੀ ਪੋਇਟਰੀ ਦੇ ਉੱਤੇ ਹੀ ਸੀਗਾ। ਪੋਇਟਰੀ ਤੇ ਕਿਹੜਾ ਪਲੇ ਸੀਗਾ ਮੈਨੂੰ ਯਾਦ ਨਹੀਂ। ਹੀਰ ਰਾਂਝਾ ਕੀਤਾ ਸੀ ਮੈਂ ਬਬਲੀ। ਹਾਂਜੀ ਹਾਂਜੀ ਹਾਂਜੀ, ਹੀਰ ਰਾਂਝਾ। that was wonderful play, wonderful performance ਸੀਗੀ ਉਹ। ਤੇ ਮੈਨੂੰ ਕਾਫੀ have so much you actually ਮੈਨੂੰ ਪੋਇਟਰੀ ਦਾ ਆਈਡੀਆ ਹੀ ਤੁਹਾਡੇ ਤੋਂ ਆਇਆ ਕਿਉਂਕਿ ਪਹਿਲੀ ਪਰਫਾਰਮੈਂਸ ਪੋਇਟਰੀ ਵਾਲੀ ਤੁਹਾਡੀ ਦੇਖੀ ਸੀਗੀ। ਐਂਡ ਇਟ ਵਾਸ ਵਨ, ਤੁਸੀਂ ਜਿਸ ਤਰ੍ਹਾਂ ਜਿਸ ਢੰਗ ਨਾਲ ਤੁਸੀਂ ਪੋਇਟਰੀ ਨੂੰ ਕਰਦੇ ਹੋ ਤੇ ਮਤਲਬ ਤੁਸੀਂ ਇੱਕ ਹੋਰ ਹੀ ਪੋਇਟਰੀ ਖੜੀ ਕਰ ਦਿੰਦੇ ਹੋ ਸਟੇਜ, ਹੈ ਨਾ। ਤੁਹਾਡੀ ਇੱਕ ਇੱਕ ਚੀਜ਼ ਜਿਹੜੀਆਂ ਕੰਪੋਜੀਸ਼ਨਸ ਹੁੰਦੀਆਂ ਨੇ, ਕੰਪੋਜੀਸ਼ਨ ਵੀ ਤੁਹਾਡੀ, ਮੈਨੂੰ ਨਹੀਂ ਪਤਾ ਤੁਸੀਂ ਪਲੇ ਮੈਨੂੰ ਪਤਾ ਹੈ, ਪਰ ਜਿਹੜੀ ਤੁਹਾਡੀ ਪੋਇਟਰੀ ਦੀ ਸੈਂਸ ਹੈ, ਤੁਹਾਡੀਆਂ ਜਿਹੜੀਆਂ ਕੰਪੋਜੀਸ਼ਨ ਮੈਂ ਜਿੰਨੇ ਵੀ ਪਲੇ ਦੇਖੇ ਨੇ ਉਹਨਾਂ ਚੋਂ ਪੋਇਟਰੀ ਪੂਰੀ ਝਲਕਦੀ ਹੈ, ਉਹ ਆਪਣੇ ਦੇ ਵਿੱਚ ਇੱਕ ਪੋਇਮ ਹੈ। ਬਿਲਕੁਲ। ਜਦੋਂ ਅਸੀਂ ਇਹ ਥੀਏਟਰ ਦੇ ਵਿੱਚ ਇਹ ਚੀਜ਼ਾਂ ਨੂੰ ਮਿਕਸ ਕਰਦੇ ਨਾ ਕਿ ਅਸੀਂ ਜਦੋਂ ਪੋਇਟਰੀ ਹੈ, ਜਿਵੇਂ ਮੈਂ ਅੱਜ ਪਹਿਲੇ ਤੁਹਾਡੇ ਤੋਂ ਪਹਿਲੇ ਮੈਂ ਨਾ ਗੱਲ ਕਰ ਰਿਹਾ ਸੀ, ਅੱਜ 3 ਵਜੇ ਤੋਂ ਲੈ ਕੇ ਪੌਣੇ 5 ਵਜੇ ਤੱਕ ਪੌਣੇ 2 ਘੰਟੇ ਮੈਨੂੰ ਕਿਸੇ ਹੋਰ ਦੇ ਨਾਲ ਮੇਰੇ ਬਾਰੇ ਗੱਲਾਂ ਹੋ ਰਹੀਆਂ ਸੀ ਤੇ ਉਹਦੇ ਵਿੱਚ ਵੀ ਮੈਂ ਇਹੀ ਗੱਲ ਕਰ ਰਿਹਾ ਸੀ ਕਿ ਮੈਂ ਨਾ ਇਮੇजेस ਇੱਕ ਪੇਂਟਿੰਗ ਦੀ ਤਰ੍ਹਾਂ ਮੈਂ ਸੀਨ ਕ੍ਰੀਏਟ ਕਰਦਾ ਕਿ ਮੇਰਾ ਹਰ ਸੀਨ ਇੱਕ ਪੇਂਟਿੰਗ ਦੀ ਤਰ੍ਹਾਂ ਲੱਗੇ। ਤਾਂ ਪੇਂਟਿੰਗ ਦੇ ਵਿੱਚ ਪੋਇਟਰੀ ਜਦੋਂ ਆ ਜਾਏਗੀ, ਹੈ ਨਾ, ਉਹ ਇਮੇजेस ਆ ਜਾਣਗੀਆਂ, ਕੰਪੋਜੀਸ਼ਨ ਤੋਂ ਆਪਣੇ ਆਪ ਹੀ ਇੱਕ ਵੱਖਰਾ ਸੰਸਾਰ ਸਿਰਜਿਆ ਜਾਂਦਾ ਉਹਦੇ ਵਿੱਚ। ਸੋ ਵਿਜ਼ੂਅਲੀ ਜਿਹੜਾ ਸਟਰੋਂਗ ਬਣਦਾ ਹੈ। ਸੋ ਇਹ ਬੜੀ ਵੱਡੀ ਵੱਡੀ ਦੁਨੀਆ ਕ੍ਰੀਏਟੀਵਿਟੀ ਦੀ, ਇਸੇ ਕਰਕੇ ਇਸ ਪ੍ਰੋਗਰਾਮ ਦਾ ਨਾਮ ਕ੍ਰੀਏਟਿਵ ਐਕਸਪ੍ਰੈਸ਼ਨ ਹੈ। ਸੋ ਬਹੁਤ ਸ਼ੁਕਰੀਆ ਤੁਹਾਡਾ ਦੋਨਾਂ ਦਾ, ਬਬਲੀ, ਪ੍ਰੀਤਪਾਲ। ਮੈਨੂੰ ਇੰਨਾ ਚੰਗਾ ਲੱਗ ਰਿਹਾ ਤੁਹਾਡੇ ਨਾਲ ਅੱਜ ਗੱਲਾਂ ਕਰਕੇ। ਬਬਲੀ, ਮੈਂ ਪ੍ਰੀਤਪਾਲ ਨੂੰ ਤਾਂ ਮਿਲਦਾ ਰਹਿੰਦਾ ਵਾਂ, ਸਾਲ ਦੇ ਵਿੱਚ ਇੱਕ ਵਾਰੀ ਤੇ ਅਸੀਂ ਜ਼ਰੂਰ ਮਿਲਦੇ ਆ, ਕਦੀ ਅਸੀਂ 2 ਵਾਰੀ ਵੀ ਮਿਲ ਪੈਂਦੇ ਆ। ਤੇ ਬਬਲੀ ਨੂੰ ਮੈਂ ਬਹੁਤ ਸਾਲਾਂ ਬਾਅਦ ਅੱਜ ਦੇਖ ਰਿਹਾ, ਮਿਲ ਰਿਹਾ ਵਾ। ਬਬਲੀ ਨਾਲ ਉਦਾਂ ਗੱਲ ਹੋ ਜਾਂਦੀ ਆ। ਸੋ ਕੁਮਾਰ ਪਵਨਦੀਪ ਮੇਰੇ ਖਿਆਲ ਕੁਝ ਕਹਿਣਾ ਚਾਹੁੰਦਾ। ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹੁੰਦਾ, ਬਬਲੀ, ਇਟ ਵਾਸ ਸੋ ਨਾਈਸ ਟੂ ਵਰਕ ਵਿਦ ਯੂ। ਮਾਈਕ ਔਨ। ਹਾਂ ਬਬਲੀ, ਤੇਰਾ ਮਾਈਕ ਔਨ ਕਰ ਲਿਆ ਕਰ, ਜਵਾਬ ਦੇ। ਥੈਂਕ ਯੂ ਪਵਨ, ਥੈਂਕ ਯੂ ਸੋ ਮਚ, ਯੂ ਆਰ ਅ ਵੰਡਰਫੁਲ ਸੋਲ, ਥੈਂਕ ਯੂ ਵੈਰੀ ਮਚ। ਮੈਨੂੰ ਵੀ ਬਹੁਤ ਤੁਹਾਡਾ ਬੈਚ ਸੀਗਾ, ਬਹੁਤ ਚੰਗਾ ਲੱਗਿਆ। ਮਤਲਬ ਮੈਂ ਬਹੁਤ, ਅੱਜ ਤੱਕ ਮੈਨੂੰ ਇੱਕ ਇੱਕ ਚੀਜ਼ ਯਾਦ ਹੈ।
I still remember. ਸੰਗੀਤ ਨਾਟਕ ਅਕੈਡਮੀ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਕੁਝ ਇਦਾਂ ਇਕੱਠਾ ਕਰਤਾ ਆਪਣੀਆਂ 30 ਸਾਲ ਪੁਰਾਣੀਆਂ ਯਾਦਾਂ ਅਸ਼ਾਰ ਕਾ ਮਦਰ का रज ਤੇ ਬੱਕਰੀ ਤੇ ਜੀ ਥੈਂਕ ਯੂ ਦੋਸਤੋ ਤੇ ਕੱਲ ਆਪਾਂ ਇੱਕ ਹੋਰ ਨਵੀਂ ਪਰਸਨੈਲਿਟੀ ਦੇ ਨਾਲ ਪਤਾ ਨਹੀਂ ਕਿਹਦੇ ਨਾਲ ਮਿਲਾਂਗੇ ਪਰ ਮਿਲਾਂਗੇ ਜ਼ਰੂਰ 5 ਵਜੇ ਕੱਲ ਮਿਲਾਂਗੇ ਉਹ ਮੈਂ ਅੱਜ ਰਾਤੀ ਤੁਹਾਨੂੰ ਮੈਸੇਜ ਸੈਂਡ ਕਰਾਂਗਾ ਓਕੇ ਥੈਂਕ ਯੂ ਵਿਪਿਨ ਪ੍ਰੀਤ ਓਕੇ ਭਾਜੀ थैंक यू वेरी मच केवल जी थैंक यू वेरी मच पवन एसपी सिंह जी कृष्ण द्वेसर जी थैंक यू जोशी थैंक यू बबली बाय बाय दीदी बाय बाय भाजी बाय ਬਾਏ ਬਾਏ